ਗੁਰੂ ਰੂਪ ਪਿਆਰੇ ਸਾਧ ਸੰਗਤ ਜੇ ਪ੍ਰੇਮ ਨਾਲ ਸਜ ਜਾਓ। ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਭਉ ਜਲ ਵਿੱਚੋਂ ਕੱਢ ਕੇ, ਮੁਕਤ ਪਦਾਰਥ ਮਾਹੇ ਸਮਾਇਆ। ਜਨਮ ਮਰਨ ਬਹੁ ਕੱਟਿਆ, ਸੰਸਾਰ ਰੋਗ ਵਿਯੋਗ ਮਿਟਾਇਆ। ਸੰਸਾਰ ਏਉ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਜਮ ਡੰਡ ਸਿਰੋਂ ਨਾ ਉਤਰੈ, ਸਾਕਤ ਦੁਰਜਨ ਜਨਮ ਗਵਾਇਆ। ਚਰਨ ਗਹੇ ਗੁਰਦੇਵ ਦੇ, ਸਤ ਸ਼ਬਦ ਦੇ ਮੁਕਤ ਕਰਾਇਆ। ਭਾਉ ਭਗਤ ਗੁਰਪੁਰਬ ਕਰ, ਨਾਮ ਦਾਨ ਇਸ਼ਨਾਨ ਦਿੜਾਇਆ। ਜੇਹਾ ਬੀਓ ਤੇਹਾ ਫਲ ਪਾਇਆ, ਜੇਹਾ ਬੀਓ ਤੇਹਾ ਫਲ ਪਾਇਆ। ਜੈ ਸਤਿਗੁਰ ਸਿਮਰੰਤ, ਨਾਨਕੇ ਤਿਮਰ ਮਿਟੈ ਖਿਨ। ਜੈ ਸਤਿਗੁਰ ਸਿਮਰੰਤ, ਹਿਰਦੈ ਹਰਿ ਨਾਮ ਦਿਨੋ ਦਿਨ। ਜੈ ਸਤਿਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜੈ ਸਤਿਗੁਰ ਸਿਮਰੰਤ, ਰਿੱਧ ਸਿੱਧ ਨੌ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲਪਣ, ਮਿਲ ਸੰਗਤ ਧਨ ਧਨ ਕਰਹੁ। ਜਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਨੇਤਰ ਪੁਨੀਤ ਭਏ ਦਰਸ ਪੇਖੇ, ਮਾਥੈ ਪਰੋ ਰਵਾਲ। ਰਸ ਰਸ ਗੁਣ ਗਾਵੋ ਠਾਕੁਰ ਕੈ, ਮੁਰ ਹਿਰਦੈ ਬਸੋ ਗੋਪਾਲ। ਤੁਮ ਤੋ ਰਾਖਨ ਹਾਰ ਦਇਆਲਾ,
सुंदर सुगर्भ यंत पिता प्रभ, हो प्रभु कृपाल। महायानंद मंगल रूप, तुमरे बचन अनूप रसाल। हृदय चरण शब्द सतगुर को, नानक बंदयो पाल। महायानंद मंगल रूप, तुमरे बचन अनूप रसाल। हृदय चरण शब्द सतगुर को, नानक बंदयो पाल। सतनाम श्री वाहिगुरु साहिब जी। गौड़ी महला पंजवा। जीवत छाड़ जाहे देवने, मुया उनते को वरसाने। जीवत छाड़ जाहे देवाने, मुया उनते को वरसाने। सिमर गोविंद मन तन तुर लिखिया, काहू काज न आवत बिखिया। रहाओ बिखर ठगौरी जिन जिन खाई, ताकि तृष्णा कबहू न जाई। दारुण दुख दुतर संसार, राम नाम बिन कैसे उतरस पार। साध संग मिल दोय कुल साध, राम नाम नानक आराध। साध संग मिल दोय कुल साध, राम नाम नानक आराध। वाहिगुरु जी का खालसा, वाहिगुरु जी की फतेह। दीन दयाल दीना बंधु, पतत पावन भगत वशल। अखल ब्रह्मांड नायक, जुगह जुग अटल। चवर छतर तखत के मालिक, बाणी शब्दा अवतार। साची बाट सुजान तू, शब्द लंघावण हार। सच्चे पातशाह गुरु गरीब निवाज, निमरता दे सौमे, शांति दे मुजस्मे। धन सतगुरु श्री गुरु ग्रंथ साहिब जी महाराज, पातशाह जी दी पावन पवित्र हजूरी अंदर चोजी प्यारे कलगीधर स्वामी धन धन श्री गुरु गोबिंद सिंह साहब महाराज जी दे पावन पवित्र सतयुगी तप अस्थान तखत सचखंड श्री हजूर अबचल नगड़ साहिब जी दे पावन अस्थान ते नतमस्तक हो रहे सतगुरां दे पावन पवित्र हजूरी अंदर सज रहे गुरु का खालसा परम सत्कारयोग पूजनीक गुरु सवारी साध संगत जीओ, वड्डियां भागा करके सतगुरां ने त्रुठ के कृपा कीती है। गुरु नानक तुठा कीनी दात,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਿਆਲਤਾ ਕਰਕੇ, ਕਿਰਪਾਲਤਾ ਕਰਕੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਅਸਥਾਨਾਂ ਦਾ ਦੀਦਾਰ ਬਖਸ਼ਿਸ਼ ਕੀਤਾ, ਉੱਥੇ ਗੁਰੂ ਕੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਸਤਿਗੁਰਾਂ ਨੇ ਸਾਡੀਆਂ ਝੋਲੀਆਂ ਅੰਦਰ ਪਾਇਆ ਹੈ। ਵੱਡੇ ਅੰਮ੍ਰਿਤ ਵੇਲੇ ਤੋਂ ਆਪ ਗੁਰੂ ਕਾ ਖਾਲਸਾ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਸੁਭਾਇਮਾਨ ਹੋ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ, ਸ੍ਰੀ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਗੁਰੂ ਘਰ ਦੇ ਰਬਾਬੀਏ ਕੀਰਤਨੀਆਂ ਪਾਸੋਂ ਸਰਵਣ ਕੀਤਾ। ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਆਨੰਦ ਸਾਹਿਬ ਦੀ ਚੌਕੀ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਉਪਰੰਤ ਗੁਰੂ ਗਰੀਬ ਨਿਵਾਜ ਦੀ ਪਾਵਨ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਆਪਾਂ ਸਾਰੇ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਇਕੱਤਰਿਤ ਹੋਏ ਤੇ ਇਕੱਤਰਿਤ ਹੋ ਰਹੇ ਹਾਂ। ਸਤਿਗੁਰਾਂ ਨੇ ਬੜੀ ਕਿਰਪਾ ਕਰਕੇ ਆਪ ਸਤ ਸੰਗਤ ਦਾ ਦੀਦਾਰ ਬਖਸ਼ਿਸ਼ ਕੀਤਾ ਹੈ, ਆਪਣੀ ਗੋਦ ਦਾ ਆਨੰਦ ਮਾਣਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਸਤ ਸੰਗਤ ਜਿੱਥੇ ਆ ਕਰਕੇ ਮਨ ਦੀ ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਸਤ ਸੰਗਤ ਇੱਕ ਐਸਾ ਥਾਂ ਹੈ ਜਿੱਥੇ ਆ ਕੇ ਪਾਪੀ ਤੋਂ ਪਾਪੀ ਮਨੁੱਖ ਜਿਹੜਾ ਹੈ, ਉਹਦੇ ਮਨ ਦੇ ਅੰਦਰ ਦੀ ਵਾਸ਼ਨਾ, ਉਹਦੇ ਮਨ ਦੇ ਅੰਦਰ ਦੇ ਜਿਹੜੇ ਵਿਕਾਰ ਹਨ, ਜਿਨ੍ਹਾਂ ਵਿਕਾਰਾਂ ਕਰਕੇ, ਜਿਨ੍ਹਾਂ ਵਿਸ਼ਿਆਂ ਕਰਕੇ ਵਿਅਕਤੀ ਨਿਤਾ ਪ੍ਰਤੀ, ਜੀਵ ਨਿਤਾ ਪ੍ਰਤੀ ਪਾਪ ਕਰਮ ਕਮਾਉਂਦਾ ਹੈ, ਉਹ ਇੱਕ ਖਿੰਨ ਵਿੱਚ ਨਾਸ਼ ਹੋ ਜਾਂਦੇ ਜੇ ਭਾਵਨਾ ਨਾਲ ਗੁਰੂ ਕਾ ਸਿੱਖ ਸ਼ਰਧਾ ਨਾਲ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਕਥਾ ਕੀਰਤਨ ਸਰਵਣ ਕਰੇ। ਜਿਵੇਂ ਸੂਰਜ ਦਾ ਪ੍ਰਕਾਸ਼ ਹੋਣ ਨਾਲ, ਚਾਨਣ ਹੋਣ ਦੇ ਨਾਲ ਹੀ ਜਿੰਨੇ ਤਾਰੇ ਹਨ, ਜਿੰਨਾ ਹਨੇਰਾ ਹੈ, ਸਭ ਨਾਸ਼ ਹੋ ਜਾਂਦਾ ਹੈ। ਸੂਰਜ ਦੇ ਚੜਿਆ ਤਾਰੇ ਨਹੀਂ ਦਿਸਦੇ, ਹਨੇਰਾ ਭੱਜ ਜਾਂਦਾ ਏ, ਨਸ ਜਾਂਦਾ ਏ, ਖਤਮ ਹੋ ਜਾਂਦਾ ਏ। ਇਵੇਂ ਗੁਰੂ ਕੀ ਸਤ ਸੰਗਤ ਅੰਦਰ ਜਦੋਂ ਆਉਂਦੇ ਆ, ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਛਾਇਆ ਹੈ, ਵਿਸ਼ੇ ਵਿਕਾਰ ਰੂਪ ਜਿਹੜੇ ਤਾਰੇ ਟਿਮਟਿਮਾਉਂਦੇ ਨੇ ਸਾਡੇ ਮਨਾਂ ਅੰਦਰ, ਸਾਡੇ ਹਿਰਦਿਆਂ ਅੰਦਰ, ਉਹ ਇੱਕ ਖਿੰਨ ਅੰਦਰ ਹੀ ਨਾਸ਼ ਹੋ ਜਾਂਦੇ ਜਦੋਂ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ ਭਾਵਨਾ ਨਾਲ ਸਰਵਣ ਕਰਕੇ ਹਿਰਦੇ ਅੰਦਰ ਵਸਾਉਂਦੇ ਆ। ਸੋ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ, ਬੜੀ ਕਿਰਪਾ ਕੀਤੀ ਹੈ। ਸਤ ਸੰਗਤ ਦਾ ਆਨੰਦ ਮਾਣਨ ਦਾ ਇਹ ਸੁਭਾਗ ਸਮਾਂ ਸਾਡੇ ਸਾਰੇ ਜੀਆਂ ਦੇ ਤਾਈਂ ਬਖਸ਼ਿਸ਼ ਕੀਤਾ ਹੈ। ਆਪਾਂ ਸਾਰੇ ਹੀ ਗੁਰੂ ਕੀ ਗੋਦ ਵਿੱਚ ਬੈਠੇ ਹਾਂ, ਸਤਿਗੁਰਾਂ ਦੇ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰੇ, ਨਿਆਮਤਾ ਕਰੇ, ਸਾਡੇ ਮਨਾਂ ਅੰਦਰ ਇਕਾਗਰਤਾ ਆਵੇ, ਸਾਡਾ ਮਨ ਗੁਰ ਸ਼ਬਦ ਵਿੱਚ ਟਿਕ ਸਕੇ, ਜਿਸ ਕਰਕੇ ਗੁਰੂ ਦਾ ਪਾਵਨ ਉਪਦੇਸ਼ ਸਾਰੇ ਹਿਰਦਿਆਂ ਦੀ ਤਹਿ ਤੱਕ ਜਾ ਕਰਕੇ ਵਸੇ। ਕਿਉਂਕਿ ਸਾਧ ਸੰਗਤ ਜਦੋਂ ਸਾਵਣ ਭਾਦੋ ਦਾ ਮਹੀਨਾ ਸ਼ੁਰੂ ਹੁੰਦਾ ਹੈ ਨਾ, ਮੀਂਹ ਪੈਂਦਾ ਹੈ, ਜਦੋਂ ਸ਼ੁਰੂਆਤ ਵਿੱਚ ਝਰਾਟੇਦਾਰ ਮੀਂਹ ਪੈਂਦਾ ਹੈ ਨਾ, ਤੇ ਸਾਡਾ ਪੂਰਾ ਕੜਕੜ ਜਿਹੜਾ ਹੈ ਨਾ, ਉਹ ਮੀਂਹ ਦਾ ਪਾਣੀ ਵਾਹ ਕੇ ਲੈ ਜਾਂਦਾ। ਫਿਰ ਜਦੋਂ ਕਿਸਾਨ ਹਲ ਵਾਉਂਦਾ ਏ ਤੇ ਉਹਦੇ 'ਚ ਬੀਜ ਪਾਉਂਦਾ ਏ, ਤੇ ਫਿਰ ਜਦੋਂ ਨਿੰਮਾ ਨਿੰਮਾ ਮੀਂਹ ਪੈਂਦਾ ਹੈ ਨਾ, ਇਹ ਨਿੰਮਾ ਨਿੰਮਾ ਮੀਂਹ ਜਿਹੜਾ ਹੈ ਨਾ, ਬੀਜ ਦੀ ਤਹਿ ਤੱਕ ਜਾ ਕੇ ਪਹੁੰਚਦਾ ਹੈ, ਜ਼ਮੀਨ ਦੇ ਹੇਠਾਂ ਉਸ ਬੀਜ ਤੱਕ ਪਹੁੰਚਦਾ ਹੈ, ਜਿਸ ਕਰਕੇ ਉਹ ਬੀਜ ਜਿਹੜਾ ਪ੍ਰਫੁੱਲਤ ਹੁੰਦਾ ਏ ਤੇ ਫਿਰ ਚੰਗੀ ਫਸਲ ਕਿਸਾਨ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਘਰ ਅੰਦਰ ਜਿਹੜਾ ਕੀਰਤਨ ਹੁੰਦਾ ਹੈ ਨਾ, ਇਹ ਵੀ ਝਰਾਟੇਦਾਰ ਮੀਂਹ ਹੈ, ਜਿਹੜਾ ਸਾਡੇ ਮਨਾਂ ਦੇ ਅੰਦਰ ਫੈਲਾ ਹੋਇਆ ਕੂੜਾ ਕਰਕਟ, ਕਾਮ ਕ੍ਰੋਧ ਆਦਿਕ ਹੈ, ਇਹਨੂੰ ਵਾਹ ਕੇ ਲੈ ਜਾਂਦਾ ਹੈ। ਤੇ ਫਿਰ ਜਦੋਂ ਕਥਾ ਰੂਪੀ ਨਿੰਮਾ ਨਿੰਮਾ ਮੀਂਹ ਪੈਂਦਾ ਹੈ ਨਾ, ਤੇ ਇਹ ਨਿੰਮਾ ਨਿੰਮਾ ਮੀਂਹ ਸਾਡੇ ਹਿਰਦੇ ਦੀ ਤਹਿ ਤੱਕ ਜਾ ਕੇ ਵਸਦਾ ਏ, ਤੇ ਵਸਿਆ ਹੋਇਆ ਨਾਮ ਜਿਹੜਾ ਪ੍ਰਫੁੱਲਿਤ ਹੁੰਦਾ ਏ। ਫਿਰ ਵਿਅਕਤੀ ਦਾ ਜੀਵਨ ਜਿਹੜਾ ਹੈ ਸਾਧ ਸੰਗਤ ਜੀ ਗੁਰਮੁਖਾਂ ਵਾਲਾ ਹੁੰਦਾ ਏ, ਸ਼ੁਭ ਗੁਣ ਹਿਰਦੇ ਅੰਦਰ ਆ ਕਰਕੇ ਵਸਦੇ ਹਨ। ਜਦੋਂ ਭਾਵਨਾ ਨਾਲ ਸ਼ਬਦ ਸੁਣਦਾ ਏ, ਹਿਰਦੇ ਦੇ ਅੰਦਰ ਵਸਾਉਂਦਾ ਏ। ਸਤਿਗੁਰੂ ਰਹਿਮਤ ਕਰਨ, ਗੁਰੂ ਨੇ ਕਿਰਪਾ ਕਰਕੇ ਸਤਸੰਗਤ ਬਖਸ਼ਿਸ਼ ਕੀਤੀ ਹੈ। ਆਓ ਸਤਸੰਗਤ ਦੇ ਅੰਦਰ ਬੈਠ ਕੇ ਸਭ ਤੇ ਉਤਮ ਹਰ ਕੀ ਕਥਾ ਸਰਵਣ ਕਰੀਏ।
ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਯਤਨ ਕਰੀਏ। ਮਨ ਬਿਰਤਿਆਂ ਨੂੰ ਏਕਾਗਰਚਿਤ ਕਰੋ। ਧੰਨ ਗੁਰੂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ, ਚਰਨਾਂ ਦਾ ਪਿਆਰ ਹਿਰਦੇ ਅੰਦਰ ਵਸਾਓ। ਨਿਭਾਓ ਸ਼ੀਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਕਰੋ ਰਸਨਾ ਪਵਿੱਤਰ ਸਾਰੇ, ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੌਮੇ, ਨਿਮਰਤਾ ਦੇ ਮੁਜਸਮੇ, ਦੋਇਤਾ ਬਾਣੀ ਕਾ ਬੋਹਿਤਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਗਤ ਜਿਹੜਾ ਮਿਥਿਆ ਰੂਪ ਹੈ, ਜਗਤ ਦੀਆਂ ਸਾਰੀਆਂ ਪ੍ਰੀਤੀਆਂ ਝੂਠੀਆਂ ਨੇ। ਇੱਕੋ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਕੀਤੀ ਹੋਈ ਜਿਹੜੀ ਪ੍ਰੀਤੀ ਹੈ, ਪ੍ਰੇਮ ਹੈ, ਉਹ ਸੱਚਾ ਹੈ। ਇਸ ਕਰਕੇ ਪੁਰਖਾ ਪਰਮੇਸ਼ਰ ਦੇ ਨਾਲ ਜੁੜ, ਉਹਦੇ ਨਾਮ ਨਾਲ ਜੁੜ, ਫੇਰ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਏ। ਸੰਸਾਰਕ ਵਸਤੂਆਂ ਨਾਲ ਜੁੜੇਗਾ ਤੇ 84 ਦੇ ਚੱਕਰ ਵਿੱਚ ਹੀ ਫਸਿਆ ਰਹੇਗਾ। ਇਸ ਕਰਕੇ ਉਸ ਵਾਹਿਗੁਰੂ, ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਜੁੜ ਤੇ ਜਿਹੜਾ ਤੇਰਾ ਇੱਥੇ ਵੀ ਤੇ ਉੱਥੇ ਵੀ ਲੋਕ ਪਰਲੋਕ ਵਿੱਚ ਸਹਾਇਕ ਹੋਵੇਗਾ। ਐਸੇ ਨਾਮ ਨਾਲ ਜੁੜਨਾ ਕਰ ਇਹ ਪਾਵਨ ਉਪਦੇਸ਼ ਸਤਿਗੁਰੂ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੁਆਰਾ ਗੌੜੀ ਰਾਗ ਅੰਦਰ ਫਰਮਾਨ ਕਰ ਰਹੇ ਨੇ। ਜੀਵਤ ਛਾੜ ਜਾਹੇ ਦੇਵਾਨੇ। ਹਜੂਰ ਫਰਮਾਨ ਕਰਦੇ ਹਨ, ਹੇ ਦੇਵਾਨੇ, ਹੇ ਕਮਲਿਆ, ਹੇ ਝੱਲਿਆ ਪੁਰਖਾ, ਜੀਵਤ ਛਾੜ ਜਾਹੇ। ਕਹਿੰਦੇ ਨੇ ਜਿਉਂਦਿਆਂ ਜੀ ਤੇਰੇ ਜਿਹੜੇ ਵਿਅਕਤੀ ਤੈਨੂੰ ਛੱਡ ਕੇ ਜਾਂਦੇ ਨੇ, ਤੇਰਾ ਸਾਥ ਨਹੀਂ ਦਿੰਦੇ, ਉਹਨਾਂ ਨਾਲ ਤੂੰ ਪ੍ਰੀਤ ਲਾਈ ਬੈਠਾ, ਉਹਨਾਂ ਨਾਲ ਤੂੰ ਮੋਹ ਲਾਈ ਬੈਠਾ। ਜਿਨ੍ਹਾਂ ਨੂੰ ਆਪਣਾ ਮਿੱਤਰ ਮੰਨਿਆ, ਜਿਨ੍ਹਾਂ ਨੂੰ ਆਪਣੇ ਸ਼ਰੀਕ ਮੰਨੇ, ਜਿਨ੍ਹਾਂ ਨੂੰ ਆਪਣਾ ਸਾਥੀ ਮੰਨੀ ਬੈਠਾ ਏ, ਉਹਨਾਂ ਦਾ ਆਸਰਾ ਜਿਨ੍ਹਾਂ ਦਾ ਤੂੰ ਤੱਕਿਆ ਹੈ ਨਾ, ਯਾਦ ਰੱਖ ਕਮਲਿਆ, ਜਦੋਂ ਬਿਪਤਾ ਪੈਂਦੀ ਹੈ ਸਾਰੇ ਛੱਡ ਕੇ ਚਲ ਜਾਂਦੇ। ਜਦੋਂ ਔਖਾ ਸਮਾਂ ਆਉਂਦਾ ਨਾ, ਔਖੇ ਵੇਲੇ ਕੋਈ ਸਹਾਇਕ ਨਹੀਂ ਬਣਦਾ ਏ। ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਜੋ ਸਾਡਾ ਰੱਖਿਅਕ ਹੈ, ਸਾਡਾ ਸਹਾਈ ਹੈ। ਪਰ ਵਿਅਕਤੀ ਸੰਸਾਰ ਦੀ ਮਾਇਆ ਵਿੱਚ ਫਸ ਕੇ ਸੰਸਾਰ ਦੇ ਵਿਅਕਤੀਆਂ ਨੂੰ, ਸੰਸਾਰ ਦੇ ਵਸਤੂਆਂ ਨੂੰ ਆਪਣਾ ਸਹਾਰਾ ਮੰਨੀ ਬੈਠਦਾ ਏ ਕਿ ਇਹ ਮੇਰੇ ਮਿੱਤਰ ਨੇ, ਇਹ ਮੇਰੇ ਸ਼ਰੀਕ ਨੇ, ਔਖੇ ਵੇਲੇ ਮੇਰੇ ਕੰਮ ਆਉਣਗੇ। ਪਰ ਗਰੀਬ ਨਿਵਾਸ ਸਤਿਗੁਰੂ ਕਹਿੰਦੇ, ਜੀਵਤ ਛਾੜ ਜਾਹੇ ਦੇਵਾਨੇ। ਇਹ ਦੇਵਾਨੇ ਕਮਲਿਆ, ਹੇ ਝੱਲਿਆ, ਇਹ ਸਾਰੇ ਵਿਅਕਤੀ ਜਦੋਂ ਤੇਰੇ ਤੇ ਆਪਦਾ ਆਵੇਗੀ ਛੱਡ ਜਾਣਗੇ, ਸਾਥ ਨਹੀਂ ਦੇਣਗੇ, ਨਿਭ ਨਹੀਂ ਸਕਦੀ ਤੇਰੀ ਇਹਨਾਂ ਨਾਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਬਾਰ-ਬਾਰ ਸਮਝਾਉਂਦੇ ਨੇ ਪਾਵਨ ਉਪਦੇਸ਼ ਦੇ ਕਰਕੇ, ਪ੍ਰੀਤਮ ਜਾਣ ਲਿਓ ਮਨ ਮਾਹੀ। ਦੇਖੋ ਸਤਿਗੁਰਾਂ ਨੇ ਸਾਨੂੰ ਆਪਣਾ ਮਿੱਤਰ ਬਣਾਇਆ ਏ। ਪ੍ਰੀਤਮ ਕਹਿੰਦੇ ਮਿੱਤਰ ਪਿਆਰਾ, ਬਾਲ ਸਖਾਈ, ਜਿਹੜਾ ਸਾਨੂੰ ਬਹੁਤ ਪਿਆਰਾ ਹੁੰਦਾ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਹੀ ਸੁਖ ਸੂ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਬਹੁਤ ਆਨ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਸਤਿਗੁਰੂ ਕਹਿੰਦੇ ਪੁਰਖਾ ਯਾਦ ਰੱਖ, ਜਦੋਂ ਬਿਪਤਾ ਆਵੇਗੀ ਕੋਈ ਨੇੜੇ ਨਹੀਂ ਆਉਂਦਾ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਦੁੱਖ ਵਿੱਚ ਤਾਂ ਇੱਕੋ ਇੱਕ ਵਾਹਿਗੁਰੂ ਹੀ ਸਾਡੇ ਕੰਮ ਆਉਂਦਾ ਹੈ, ਇੱਕੋ ਇੱਕ ਉਹਦਾ ਹੀ ਸਹਾਰਾ ਹੁੰਦਾ ਹੈ। ਜਗਤ ਵਿੱਚ ਜੀ ਜਿਹੜਾ ਹੈ ਨਾ, ਮਨੁੱਖਾਂ ਦਾ ਆਸਰਾ ਤੱਕਦਾ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਬਿਰਥੇ ਆਸਰੇ ਨੇ, ਛੱਡ ਜਾਣ ਵਾਲੇ ਨੇ। ਮਾਨੁਕੀ ਟੇਕ ਬਿਰਥੀ ਸਭ ਜਾਣ। ਬਿਰਥੀ ਹੈ ਟੇਕ, ਆਸਰਾ ਜਿਹੜਾ ਤੂੰ ਤੱਕ ਰਿਹਾ। ਜਿੰਨਾ ਚਿਰ ਤੇਰੇ ਕੋਲੋਂ ਸਵਾਰਥ ਹੈ, ਤੇਰੇ ਕੋਲ ਸੁੱਖ ਮਿਲਦਾ ਹੈ, ਤੇਰੇ ਕੋਲੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਉਹਨਾਂ ਚਿਰ ਤੈਨੂੰ ਆਪਣਾ ਕਹਿਣਗੇ, ਉਹਨਾਂ ਚਿਰ ਤੈਨੂੰ ਚੰਗਾ ਕਹਿਣਗੇ।
ਤੇ ਜਿਸ ਦਿਨ ਤੂੰ ਉਹਨਾਂ ਦੀ ਲੋੜ ਪੂਰੀ ਨਹੀਂ ਕਰ ਪਾਵੇਗਾ, ਉਹਨਾਂ ਦੇ ਸੁੱਖਾਂ ਦੀ ਪੂਰਤੀ ਨਹੀਂ ਕਰ ਪਾਵੇਗਾ, ਤੈਨੂੰ ਅਬਦਾ 'ਚ ਦੇਖਣਗੇ, ਤੈਨੂੰ ਛੱਡ ਜਾਣਗੇ। ਸਤਿਗੁਰੂ ਕਹਿੰਦੇ ਜਿਨ੍ਹਾਂ ਲੋਕਾਂ ਵਾਸਤੇ ਤੂੰ ਪਾਪ ਕਮਾਈ ਕੀਤੀ, ਨਿਤਨੇਮ ਛੱਡ ਦਿੱਤਾ ਏ, ਪੁਰਖਾਂ ਉਹਨਾਂ ਕੰਮ ਨਹੀਂ ਆਉਣਾ। ਜਿਹ ਲੋਗਣ ਕੇ ਹਿਤ ਪਾਪ ਕਰੇ, ਮਨ ਤੇ ਨਹਿ ਤੇ ਕਛ ਕਾਜ ਸਵਾਰੇ। ਦਾਨਾ ਸੱਜਣ ਪੰਡਿਤ ਗੁਲਾਬ ਸਿੰਘ ਜੀ ਬਚਨ ਲਿਖਦੇ ਨੇ, ਜਿਨ੍ਹਾਂ ਲੋਕਾਂ ਵਾਸਤੇ ਤੂੰ ਪਾਪ ਕਰਮ ਕੀਤੇ ਨੇ, ਜਿਹ ਲੋਗਣ ਕੇ ਹਿਤ ਪਾਪ ਕਰੇ, ਮਨ ਵਿੱਚ ਜਾਣ ਲੈ ਮਨਾ, ਮਨ ਤੇ ਨਹਿ ਤੇ ਕਛ ਕਾਜ ਸਵਾਰੇ। ਅਬਦਾ ਤੇ ਵੇਲੇ ਤੇਰੇ ਕੰਮ ਨਹੀਂ ਆਉਣਗੇ, ਕੁਛ ਕਾਜ ਨਹੀਂ ਸਵਾਰਨਗੇ, ਕਿਸੇ ਕੰਮ ਉਹਨਾਂ ਨੇ ਨਹੀਂ ਆਉਣਾ। ਜਬ ਲਾਓ ਤਵ ਤੇ ਸੁਖ ਹੇਰਤ ਹੈ, ਜਿੰਨਾ ਚਿਰ ਤੇਰੇ ਕੋਲ ਸੁਖ ਦੀ ਇੱਛਾ ਰੱਖਦੇ ਨੇ, ਲੋੜਾਂ ਪੂਰੀਆਂ ਹੁੰਦੀਆਂ ਨੇ, ਤਬ ਹੀ ਮੁਖ ਮਾਹੇ ਪੁਕਾਰਤ ਥਾਰੇ। ਉਦੋਂ ਤੋਂ ਕਹਿੰਦੇ ਮੇਰਾ ਏ, ਤੁਸੀਂ ਸਾਡੇ ਆਪਣੇ ਹੋ, ਜੀ ਜੀ ਕਹਿ ਕੇ ਅੱਗੇ ਪਿੱਛੇ ਦੌੜਦੇ ਰਹਿੰਦੇ ਨੇ। ਤੇ ਜਦੋਂ ਲੋੜ ਪੂਰੀ ਹੋ ਗਈ ਆ, ਕੰਮ ਪੂਰਾ ਹੋ ਗਿਆ, ਤੁਸੀਂ ਕੌਣ ਤੇ ਮੈਂ ਕੌਣ। ਇਹ ਜਗਤ ਦੀ ਰੀਤੀ ਬਣ ਗਈ ਹੈ ਕਲਯੁਗੀ ਜੀਵਾਂ ਦੀ। ਜਿਵੇਂ ਪੰਛੀ ਆਕਾਸ਼ ਵਿੱਚ ਉਡਾਰੀ ਮਾਰਦਾ ਏ ਤੇ ਕਿਸੇ ਦਰਖਤ ਨੂੰ, ਰੁੱਖ ਨੂੰ ਵੇਖਦਾ ਏ ਨਾ, ਫਲ ਪੱਕੇ ਹੋਣ, ਰਸ ਨਾਲ ਭਰੇ ਹੋਏ ਨਾ, ਪੰਛੀ ਉਸ ਦਰਖਤ ਦੀ ਟਾਹਣੀ ਤੇ ਆ ਕੇ ਬੈਠਦਾ ਏ, ਉਹਨਾਂ ਫਲਾਂ ਦਾ ਰਸ ਗ੍ਰਹਿਣ ਕਰਦਾ ਏ, ਬੜਾ ਆਨੰਦ ਆਉਂਦਾ ਏ ਪੰਛੀ ਨੂੰ। ਪਰ ਜਦੋਂ ਉਸ ਦਰਖਤ ਤੇ ਆਪਦਾ ਪੈਂਦੀ ਹੈ ਨਾ, ਤੇ ਪੰਛੀ ਵੀ ਦਰਖਤ ਨੂੰ ਛੱਡ ਕੇ ਚਲ ਜਾਂਦੇ। ਨਰ ਆਪਦ ਅਵਤਰ ਦਾਹੇ ਲਗੇ, ਕਹਿੰਦੇ ਜਦੋਂ ਵਿਅਕਤੀ ਤੇ ਆਪਦਾ ਆਵੇ ਤੇ ਰੁੱਖ ਤੇ ਅੱਗ ਲੱਗ ਜਾਵੇ ਨਾ, ਜਦੋਂ ਸੜਨ ਲੱਗਦਾ ਏ ਰੁੱਖ, ਨਰ ਆਪਦ ਅਵਤਰ ਦਾਹੇ ਲਗੇ, ਨਰ ਔਰ ਬਿਹੰਗਮ ਦੂਰ ਪਧਾਰੇ। ਵੇਖੋ ਜਦੋਂ ਰੁੱਖ ਤੇ ਫਲ ਵੇਖੇ ਨਾ ਰਸ ਵਾਲੇ, ਸਵਾਦ ਦਾ ਮਾਰਿਆ, ਸੁਖ ਦਾ ਮਾਰਿਆ, ਲਾਲਸਾ ਦਾ ਮਾਰਿਆ, ਉਹ ਪੰਛੀ ਜਿਹੜਾ ਹੈ ਨਾ, ਤਰਮੇ ਫਲ ਹੇਰ ਬਿਹੰਗਮ ਕੇ ਗਨ ਆਵਤ ਹੈ ਛਦ ਚੁੰਝ ਪਸਾਰੇ। ਆਪਣੀ ਚੁੰਝ ਪਸਾਰ ਕਰਕੇ ਉਸ ਬਿਰਖ ਦੀ ਟਾਹਣੀ ਤੇ ਆ ਕੇ ਬੈਠਦਾ। ਪਰ ਜਦੋਂ ਉਸੇ ਦਰਖਤ ਨੂੰ ਅੱਗ ਲੱਗਦੀ, ਸੜਨ ਲੱਗ ਜਾਂਦਾ, ਪੰਛੀ ਜਾ ਕੇ ਅੱਗ ਨਹੀਂ ਬੁਝਾਉਂਦਾ, ਪੰਛੀ ਤਾਂ ਦੂਰ ਦੌੜ ਜਾਂਦਾ ਉਡਾਰੀ ਮਾਰ ਕਰਕੇ। ਜਿੰਨਾ ਚਿਰ ਉਹਦੀ ਲੋੜ ਪੂਰੀ ਹੋਈ, ਦਰਖਤ ਦੇ ਟਾਹਣੀ ਤੇ ਬੈਠਾ ਰਿਹਾ, ਫਲਾਂ ਦਾ ਰਸ ਚੱਖ ਲਿਆ। ਜਦੋਂ ਉਸੇ ਰੁੱਖ ਨੂੰ ਅੱਗ ਲੱਗੀ, ਪੰਛੀ ਆ ਕੇ ਨਹੀਂ ਜੇ ਅੱਗ ਬੁਝਾਉਂਦਾ, ਉਹ ਉੜ ਕੇ ਚਲ ਜਾਂਦਾ ਹੈ। ਇਸੇ ਪ੍ਰਕਾਰ ਨਰ ਆਪਦ, ਮਨੁੱਖ ਤੇ ਜਦੋਂ ਵਿਪਤਾ ਪੈਂਦੀ ਹੈ ਨਾ, ਪੁਰਖਾ ਯਾਦ ਰੱਖ ਦੀਵਾਨਿਆਂ ਝੱਲਿਆ, ਸੰਸਾਰਕ ਲੋਕ ਜਿਨ੍ਹਾਂ ਨਾਲ ਤੂੰ ਮੋਹ ਲਾਇਆ, ਉਹ ਵੀ ਤੇਰੇ ਕੰਮ ਨਹੀਂ ਆਉਂਦੇ ਨੇ। ਵੇਖੋ ਪੰਜੇ ਪਾਂਡਵ ਸਨ, ਬਲਸ਼ਾਲੀ ਅਰਜੁਨ ਵਰਗਾ ਕੋਈ ਯੋਧਾ ਨਹੀਂ ਸੀ, ਧਨੁਰਧਾਰੀ ਨਹੀਂ ਸੀ ਉਹਦੇ ਵਰਗਾ, ਭੀਮ ਵਰਗਾ ਗਦਾਧਾਰੀ ਨਹੀਂ ਸੀ। ਕਈਆਂ ਹਾਥੀਆਂ ਦੀ ਤਾਕਤ ਕੱਲੇ ਸਰੀਰ ਵਿੱਚ ਭੀਮ ਦੇ ਸੀ। ਪੰਜੇ ਪਾਂਡਵ ਬੈਠੇ ਨੇ ਸਭਾ ਦੇ ਅੰਦਰ, ਭੀਸ਼ਮ ਪਿਤਾਮਾ ਬੈਠਾ ਏ, ਜਿਹਨੂੰ ਇੱਛਾ ਮ੍ਰਿਤਿਉ ਦਾ ਵਰ ਪ੍ਰਾਪਤ ਹੋਇਆ ਹੈ। ਦਰੋਣਾਚਾਰਿਆ ਬੈਠਾ, ਜਿਹੜਾ ਕੁਲ ਗੁਰੂ ਹੈ, ਜਿਹਨੇ ਸਾਰੇ ਕੌਰਵ ਪਾਂਡਵਾਂ ਨੂੰ ਵਿਦਿਆ ਦਾਨ ਦਿੱਤਾ, ਸ਼ਸਤਰ ਵਿਦਿਆ ਸਿਖਾਈ ਹੈ। ਸਾਰੀ ਸਭਾ ਬੈਠੀ ਹੈ, ਪਰ ਪੰਚਾਲੀ ਦੀ ਰੱਖਿਆ ਕਿਸੇ ਨੇ ਨਹੀਂ ਕੀਤੀ ਹੈ। ਜਦੋਂ ਦੂਤਾਂ ਨੂੰ ਫਰਮਾਨ ਕੀਤਾ, ਪੰਚਾਲੀ ਨੂੰ ਸਭਾ ਵਿੱਚ ਲਿਆਂਦਾ ਗਿਆ ਨਾ, ਪੰਜੇ ਪਾਂਡਵ ਵੇਖਦੇ, ਔਗਟ ਰੁੱਧੀ ਨਾਰ ਜਿਨ੍ਹਾਂ ਦੀ ਵੇਖਦੇ ਹਨ ਕਿ ਸਾਡੀ ਨਾਰ ਇਸਤਰੀ ਰੋ ਰਹੀ ਹੈ, ਪਰ ਕਿਸੇ ਨੇ ਸਹਾਇਤਾ ਨਹੀਂ ਕੀਤੀ ਹੈ। ਯੁਧਿਸ਼ਠਿਰ ਜਿਹੜਾ ਆਪਣੇ ਆਪ ਨੂੰ ਧਰਮੀ ਕਹਿੰਦਾ ਏ, ਦਰੋਣਾਚਾਰ ਜਿਹੜਾ ਕੁਲ ਦਾ ਗੁਰੂ ਬੰਨੀ ਬੈਠਾ ਏ, ਭੀਸ਼ਮ ਪਿਤਾਮਾ ਵਰਗੇ, ਕੋਈ ਆ ਕੇ ਕਿਸੇ ਨੇ ਸਹਾਇਤਾ ਨਹੀਂ ਕੀਤੀ ਹੈ। ਜਦੋਂ ਸਾਰਿਆਂ ਤੋਂ ਸਹਾਇਤਾ ਮੰਗ ਕੇ ਹਾਰ ਗਈ ਨਾ, ਮਨ ਤੇ ਜਦੋਂ ਠੋਕਰ ਪਈ ਹੈ ਨਾ, ਕਿ ਸੰਸਾਰ ਦੇ ਆਸਰੇ ਜਿਹੜੇ ਤੱਕੇ ਸੀ ਆਪਣੇ ਪਤੀ ਦੇ ਵਡੇਰਿਆਂ ਦੀ, ਇਹਨਾਂ ਕਿਸੇ ਨੇ ਸਹਾਇਤਾ ਨਹੀਂ ਕਰਨੀ। ਜਦੋਂ ਠੋਕਰ ਵੱਜੀ ਹੈ ਨਾ ਮਨ ਤੇ, ਫਿਰ ਪਰਮੇਸ਼ਰ ਦੀ ਯਾਦ ਆਈ ਹੈ। ਪਾਂਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਢਾਈ। ਵੇਖੋ ਜਦੋਂ ਸਾਰੇ ਆਸਰਿਆਂ ਤੋਂ ਹਾਰ ਗਈ, ਜਦੋਂ ਮਨ ਤੇ ਵਿਅਕਤੀ ਦੇ ਠੋਕਰ ਵੱਜਦੀ ਨਾ, ਸੰਸਾਰ ਵੱਲੋਂ ਜਦੋਂ ਤੱਕ ਵਿਅਕਤੀ ਦੇ ਮਨ ਤੇ ਠੋਕਰ ਨਹੀਂ ਵੱਜਦੀ ਹੈ ਨਾ, ਵਿਅਕਤੀ ਦੇ ਮਨ ਅੰਦਰ ਅਹਿਸਾਸ ਨਹੀਂ ਹੁੰਦਾ ਹੈ ਕਿ ਸਾਡਾ ਸਾਰਾ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਨਹੀਂ। ਪੰਚਾਲੀ ਨੂੰ ਰਾਜ ਸਭਾ ਵਿੱਚ ਯਾਦ ਆਈ, ਹਾ ਹਾ ਕ੍ਰਿਸ਼ਨ ਕਰੇ ਬਿਲਲਾਂਦੀ, ਬਿਲਲਾਂਦੀ ਹੋਈ ਵਿਆਕੁਲ ਹੋ ਕੇ, ਦੁਖੀ ਹੋ ਕੇ ਜਦੋਂ ਪਰਮੇਸ਼ਰ ਨੂੰ ਯਾਦ ਕੀਤਾ ਹੈ ਨਾ, ਫਿਰ ਪਰਮੇਸ਼ਰ ਨੇ ਪੰਚਾਲੀ ਦੀ ਇੱਜ਼ਤ ਆਬਰੂ ਪੱਤ ਢੱਕੀ ਹੈ, ਉਹਦੀ ਸਹਾਇਤਾ ਕੀਤੀ। ਕਿਸੇ ਨੇ ਨਹੀਂ ਜੇ ਸਹਾਇਤਾ ਕੀਤੀ, ਜਿਉਂਦਿਆਂ ਜੀ ਉਹਦਾ ਸਾਥ ਛੱਡ ਦਿੱਤਾ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਜੀਵਤ ਛਾੜ ਜਾਹੇ ਦੇਵਾ ਨੇ ਇਹ ਕਮਲਿਆ। ਇਸ ਕਰਕੇ ਸੰਸਾਰ ਦੇ ਵਿਅਕਤੀਆਂ ਦਾ ਜਿਹੜਾ ਸਹਾਰਾ ਹੈ ਨਾ, ਉਹ ਝੂਠਾ ਹੈ, ਪ੍ਰੀਤੀਆਂ ਝੂਠੀਆਂ ਨੇ।
ਜਿਉਂਦਿਆਂ ਜੀ ਹੀ ਇਹ ਵਿਅਕਤੀ ਜਿਹੜੇ ਨੇ ਤੈਨੂੰ ਛੱਡ ਕੇ ਚੱਲ ਜਾਂਦੇ ਨੇ। ਜਦੋਂ ਤੇਰੇ ਤੇ ਵਿਪਤਾ ਪਈ ਕੋਈ ਸਾਥ ਨਹੀਂ ਦਿੰਦਾ। ਮੋਇਆ ਉਨ ਤੇ ਕੋ ਵਰਸਾਨੇ, ਜਿਨ੍ਹਾਂ ਨੇ ਜਿਉਂਦਿਆਂ ਜੀ ਸਾਥ ਨਹੀਂ ਦਿੱਤਾ, ਮਰਨ ਤੋਂ ਬਾਅਦ ਕੀ ਵਰਸਾਏ ਜਾਣਗੇ, ਕੀ ਸਹਾਇਤਾ ਕਰਨਗੇ ਮਰਨ ਤੋਂ ਬਾਅਦ। ਮੋਇਆ ਉਨ ਤੇ ਕੋ ਵਰਸਾਨੇ, ਮਰੇ ਬਾਅਦ ਇਹ ਵਿਅਕਤੀ ਕੀ ਸਹਾਇਤਾ ਕਰਨਗੇ ਸਾਡੀ, ਕੋਈ ਸਹਾਇਤਾ ਨਹੀਂ ਕਰ ਸਕਦੇ। ਜਿਨ੍ਹਾਂ ਨੇ ਜਿਉਂਦੇ ਜੀ ਸਾਥ ਨਹੀਂ ਦਿੱਤਾ, ਮਰਨ ਤੋਂ ਬਾਅਦ ਫਿਰ ਕੀ ਸਾਡੀ ਸਹਾਇਤਾ ਕਰਨੀ। ਮਰੇ ਤੋਂ ਬਾਅਦ ਇੱਕੋ ਹੀ ਗੱਲ ਹੁੰਦੀ ਹੈ। ਫਿਰ ਦੁਨੀਆ ਸਰੀਰਾਂ ਦਾ ਮੇਲਾ ਹੈ। ਲੋਕ ਜਿੰਨਾ ਚਿਰ ਸਰੀਰ ਅੰਦਰ ਪ੍ਰਾਣ ਨੇ ਨਾ, ਸ਼ਵਾਸ ਚੱਲ ਰਹੇ, ਨਿੱਤਰ ਵੇਖ ਰਹੇ, ਰਸਨਾ ਦੁਆਰਾ ਬੋਲ ਰਹੇ ਆ, ਉਹਨਾਂ ਚਿਰ ਲੋਕਾਂ ਦੀ ਸਾਡੇ ਨਾਲ ਪ੍ਰੀਤੀ ਹੈ। ਜਦੋਂ ਮਿੱਟੀ ਦੇ ਸਰੀਰ ਵਿੱਚੋਂ ਪਰਮੇਸ਼ਰ ਨੇ ਪ੍ਰਾਣ ਖਿੱਚ ਲਏ, ਮੁਰਦੇ ਸਰੀਰ ਨਾਲ ਕੋਈ ਪ੍ਰੇਮ ਨਹੀਂ ਕਰਦਾ। ਮੁਰਦੇ ਸਰੀਰ ਨਾਲ ਕਿਸੇ ਦੀ ਕੋਈ ਪ੍ਰੀਤੀ, ਕਿਸੇ ਦਾ ਕੋਈ ਸਨੇਹ ਨਹੀਂ ਹੁੰਦਾ। ਇਹ ਸਾਧ ਸੰਗਤ ਜੀ, ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਣੀ, ਸੂਨਾ ਮੰਦਰ ਹੋਈ। ਰੇ ਬਉਰੇ ਤੋਹੇ ਘੜੀ ਨਾ ਰਾਖੇ ਕੋਈ। ਸਤਿਗੁਰੂ ਕਹਿੰਦੇ ਕਮਲੇ ਤੈਨੂੰ ਘੜੀ ਰੱਖਣ ਨੂੰ ਵੀ ਕੋਈ ਤਿਆਰ ਨਹੀਂ ਹੁੰਦਾ। ਘਰ ਅੰਦਰ ਜਿਨ੍ਹਾਂ ਨੂੰ ਤੂੰ ਆਪਣਾ ਮੰਨੀ ਬੈਠਾ ਸੀ, ਜਿਸ ਇਸਤਰੀ ਨਾਲ ਸਨੇਹ ਲਾਇਆ, ਜਿਨ੍ਹਾਂ ਪੁੱਤਰਾਂ ਨਾਲ ਮੋਹ ਆਇਆ ਨਾ, ਸਤਿਗੁਰੂ ਕਹਿੰਦੇ ਤੈਨੂੰ ਘੜੀ ਨਾ ਰੱਖੇ ਕੋਈ। ਇੱਕ ਘੜੀ ਰੱਖਣ ਵਾਸਤੇ ਤਿਆਰ ਨਹੀਂ ਹੁੰਦੇ। ਕਾ ਕੀ ਮਾਦ ਪਿਤਾ ਕਹੋ ਕਾਕੋ, ਕੌਣ ਪੁਰਖ ਕੀ ਜੋਈ। ਘੱਟ ਫੂਟੇ ਕੋਈ ਬਾਤ ਨਾ ਪੁੱਛੈ, ਫਿਰ ਇੱਕੋ ਹੀ ਗੱਲ ਹੁੰਦੀ, ਕਾਢੋ ਕਾਢੋ ਹੋਈ। ਕਹਿੰਦੇ ਚੁੱਕੋ ਅਰਥੀ ਤੇ ਲੈ ਜਾਓ ਸ਼ਮਸ਼ਾਨ ਤੇ ਲੱਕੜ ਦੀ ਸੇਜ ਤੇ ਵਿਛਾ ਕਰਕੇ ਹੁਣ ਇਹਦਾ ਆਤਮ ਸੰਸਕਾਰ ਹੀ ਕਰਦੇ, ਦੇਰੀ ਨਹੀਂ ਕਰਦੇ। ਹੁਣ ਸਮਾਂ ਵੀ ਅੱਜ ਵੇਖੋ ਕਿਹੋ ਜਿਹਾ ਆ ਗਿਆ। ਹੁਣ ਘਰਾਂ ਦੇ ਅੰਦਰ ਵੀ ਸਾਧ ਸੰਗਤ ਜੀ ਡੈਡ ਬਾਡੀ ਜਿਹੜੀ ਲੈ ਕੇ ਨਹੀਂ ਜਾਂਦੇ ਨੇ, ਸਿੱਧੇ ਸ਼ਮਸ਼ਾਨ ਤੇ ਪਹੁੰਚਦੀ ਐਂਬੂਲੈਂਸ ਦੇ ਵਿੱਚ, ਤੇ ਜਾ ਕੇ ਲੱਕੜ ਦੀ ਸੇਜਾ ਉੱਪਰ ਵਿਛਾ ਕਰਕੇ ਸਿੱਧੇ ਉਹਦਾ ਅੰਤਮ ਸੰਸਕਾਰ ਦਾ ਸੰਸਕਾਰ ਹੀ ਹੋ ਜਾਂਦਾ ਹੈ। ਇਹ ਸੰਸਾਰ ਦੀ ਰੀਤੀ ਹੈ। ਜਿੰਨਾ ਚਿਰ ਤੇਰੇ ਅੰਦਰ ਪ੍ਰਾਣ ਨੇ ਉਹਨਾਂ ਚਿਰ ਮੋਹ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਭਾਈ ਜਿਉਂਦਿਆਂ ਜੀ ਵੀ ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦਿੱਤਾ, ਜਿਨ੍ਹਾਂ ਨੂੰ ਤੂੰ ਆਪਣਾ ਸਹਾਰਾ ਮੰਨੀ ਬੈਠਾ ਸੀ ਨਾ, ਮਰੇ ਬਾਅਦ ਨਹੀਂ ਤੇਰਾ ਸਹਾਰਾ ਬਣਦੇ। ਮੋਈਆਂ ਹੁਣ ਤੇ ਕੋ ਵਰਸਾਨੇ, ਕੋਈ ਨਹੀਂ ਵਰਸਾਇਆ ਜਾਂਦਾ। ਇੱਕੋ ਗੱਲ ਹੁੰਦੀ, ਕਾਢੋ ਕਾਢੋ ਹੋਈ ਪੁਰਖਾ। ਘਰ ਅੰਦਰ ਰੱਖਣ ਨੂੰ ਵੀ ਤਿਆਰ ਨਹੀਂ ਹੁੰਦੇ ਜਿਨ੍ਹਾਂ ਨਾਲ ਇਹਨਾਂ ਮੋਹ ਲਾਇਆ, ਪ੍ਰੀਤੀ ਲਾਈ ਸੀ। ਜਦੋਂ ਵਾਲਮੀਕ ਨੂੰ ਰਿਸ਼ੀਆਂ ਨੇ ਕਿਹਾ ਨਾ ਕਿ ਭਾਈ ਪੁਰਖਾਂ ਸਾਨੂੰ ਇੱਥੇ ਬੰਨ੍ਹ ਤੇ ਜਾ ਕੇ ਆਪਣੇ ਘਰਦਿਆਂ ਨੂੰ ਪੁੱਛ, ਜਿਨ੍ਹਾਂ ਵਾਸਤੇ ਇਹਨਾਂ ਲੋਕਾਂ ਨੂੰ ਮਾਰਦਾ, ਕੀ ਤੇਰਾ ਲੇਖਾ ਦੇਣਗੇ ਜਾ ਕੇ। ਵਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ। ਧਾੜਵੀ ਸਨ ਵਾਲਮੀਕ ਜੀ, ਜੋ ਲੋਕਾਂ ਨੂੰ ਲੁੱਟ ਕੇ ਉਹਨਾਂ ਦੀ ਹੱਤਿਆ ਹੀ ਕਰ ਦਿੰਦੇ ਸਨ, ਤੇ ਹੱਤਿਆ ਕਰਕੇ ਸਾਰੇ ਸਾਧੂ ਸਮਾਜ ਲੁੱਟ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣ ਕਰਦੇ ਸਨ। ਜਦੋਂ ਉਹਨਾਂ ਨੂੰ ਬੰਨ ਕੇ ਘਰੇ ਗਿਆ ਨਾ, ਤੇ ਸਾਰੇ ਨੇ ਇੱਕੋ ਹੀ ਬਚਨ ਕਿਆ ਘਰਵਾਲੀ ਕੋਲ ਗਏ, ਕਹਿਣ ਲੱਗੇ ਲਾਵਾ ਲੈਣ ਲੱਗਿਆ, ਤੂੰ ਅੱਗੇ ਖੜਾ ਸੀ ਕਿ ਮੈਂ ਅੱਗੇ ਖੜੀ ਸੀ? ਮੇਰੇ ਮਾਤਾ ਪਿਤਾ ਨੇ ਮੈਨੂੰ ਤੇਰੇ ਪੱਲੇ ਬਣਿਆ ਏ, ਹੁਣ ਜ਼ਿੰਮੇਵਾਰੀ ਮੇਰੀ ਨਹੀਂ ਤੇਰੀ ਬਣਦੀ ਹੈ, ਆਪਣਾ ਲਿਖਾ ਆਪ ਦੇ। ਪੁੱਤਰਾ ਕੋਲ ਗਿਆ, ਪੁੱਤਰਾਂ ਨੇ ਇਹ ਕਿਹਾ, ਪਿਤਾ ਜੀ ਤੁਸੀਂ ਸਾਡੀ ਪ੍ਰਤਪਾਲਨਾ ਕਰ ਰਹੇ, ਅੱਗੇ ਵੱਡੇ ਹੋ ਕੇ ਅਸੀਂ ਵੀ ਲੋਕਾਂ ਨੂੰ ਮਾਰਾਂਗੇ ਤੇ ਤੁਹਾਡੀ ਪ੍ਰਤਪਾਲਨਾ ਕਰਾਂਗੇ, ਹਿਸਾਬ ਬਰਾਬਰ ਹੋ ਗਿਆ। ਅਸੀਂ ਨਹੀਂ ਤੁਹਾਡਾ ਲੇਖਾ ਜੇ ਦੇਣਾ ਉੱਤੇ ਜਾ ਕੇ। ਮਾਤਾ ਪਿਤਾ ਨੂੰ ਵੀ ਪੁੱਛਿਆ, ਉਹਨੇ ਇਹ ਜਵਾਬ ਦਿੱਤਾ ਕਿ ਪੁਰਖਾਂ ਅਸੀਂ ਤੈਨੂੰ ਛੋਟਿਆਂ ਤੋਂ ਵੱਡਿਆ ਕੀਤਾ। ਮਾਂ ਕਹਿੰਦੀ ਤੇਰਾ ਮਲਮੂਤਰ ਸਾਫ਼ ਕੀਤਾ ਹੈ, ਤੇਰੀ ਵਿਸ਼ਟਾ ਸਾਫ਼ ਕੀਤੀ ਹੈ, ਤੇ ਤੂੰ ਕਹਿੰਦਾ ਸਾਨੂੰ ਲੇਖਾ ਦੇ, ਤੇਰਾ ਕੰਮ ਹੈ ਸਾਡੀ ਪ੍ਰਤਪਾਲਨਾ ਕਰ। ਸਾਰਿਆਂ ਤੋਂ ਹਤਾਸ਼ ਹੋਇਆ। ਫਿਰ ਉਹਨਾਂ ਰਿਸ਼ੀਆਂ ਨੇ ਇੱਕੋ ਬਚਨ ਕਿਹਾ ਸੀ, ਵੇਖ ਪੁਰਖਾਂ ਜਿਉਂਦਿਆਂ ਜੀ ਤੇਰਾ ਸਾਥ ਨਹੀਂ ਦੇ ਰਹੇ, ਮਰੇ ਬਾਅਦ ਕੀ ਤੇਰਾ ਲੇਖਾ ਦੇਣਗੇ? ਮਰੇ ਬਾਅਦ ਤੇਰਾ ਲੇਖਾ ਤੈਨੂੰ ਆਪ ਨੂੰ ਹੀ ਦੇਣਾ ਪੈਣਾ ਹੈ। ਇਹ ਜਿੰਨੇ ਸੰਸਾਰ ਵਿੱਚ ਤੂੰ ਜਿਨ੍ਹਾਂ ਨਾਲ ਮੋਹ ਲਾਇਆ ਏ, ਸੰਬੰਧ ਲਾ ਕਰਕੇ ਬੈਠਾ ਏ, ਰਿਸ਼ਤੇ ਨਾਤੇ ਜੋੜ ਕੇ ਮੋਹ ਦਾ ਜਿਹੜਾ ਬੰਧਨ ਵੱਜ ਕੇ ਬੈਠਾ ਹੋਇਆ ਨਾ, ਪੁਰਖਾਂ ਮਰੇ ਬਾਅਦ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਏ, ਕਿਸੇ ਨੇ ਤੇਰੇ ਨਾਲ ਨਹੀਂ ਚੱਲਣਾ ਏ। ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਇਹ ਰਿਸ਼ਤੇ ਨਾਤੇ ਮੋਹ, ਇਹ ਸੰਬੰਧੀ, ਇਹ ਸਭ ਕੁਝ ਇਹ ਨਹੀਂ ਸਾਥ ਦਿੰਦੇ, ਤੇ ਸੰਸਾਰ ਵਿੱਚ ਕੌਣ ਹੈ ਜੋ ਇਸ ਲੋਕ ਵਿੱਚ ਵੀ ਸਾਡਾ ਸਹਾਰਾ ਬਣੇ ਤੇ ਪਰਲੋਕ ਵਿੱਚ ਵੀ ਜਾ ਕੇ ਸਾਡੀ ਸਹਾਇਤਾ ਕਰੇ, ਜਿਹੜਾ ਦੋਵਾਂ ਲੋਕਾਂ ਵਿੱਚ ਸਾਨੂੰ ਸੁਖ ਪ੍ਰਦਾਨ ਕਰੇ, ਆਨੰਦ ਪ੍ਰਦਾਨ ਕਰੇ, ਸਾਡਾ ਸਹਾਇਕ ਬਣੇ, ਸਾਡਾ ਆਸਰਾ ਬਣੇ। ਉਹ ਕੌਣ ਹੈ?
ਤੇ ਸਤਿਗੁਰੂ ਕਹਿੰਦੇ ਸਿਮਰ ਗੋਬਿੰਦ। ਗੋ ਕਹਿੰਦੇ ਨੇ ਪ੍ਰithvi, ਬਿੰਦ ਕਹਿੰਦੇ ਪਾਲਕ। ਜੋ ਪ੍ਰithvi ਦਾ ਪਾਲਕ ਪ੍ਰਤਪਾਲਨਾ ਕਰਨ ਵਾਲਾ ਵਾਹਿਗੁਰੂ ਹੈ, ਉਸ ਦੇ ਨਾਮ ਨੂੰ ਸਿਮਰਨੇ ਕਰ, ਉਸ ਦੇ ਨਾਮ ਨੂੰ ਜਪਣੇ ਕਰ। ਵਾਹਿਗੁਰੂ ਦਾ ਨਾਮ ਜਿਹੜਾ ਹੈ ਲੋਕ ਤੇ ਪਰਲੋਕ ਵਿੱਚ ਤੇਰਾ ਸਹਾਈ ਬਣੇਗਾ। ਧੁਰ ਲਿਖਿਆ ਧੁਰੋ ਹੀ ਪਰਮੇਸ਼ਰ ਨੇ ਤੇਰੇ ਮਨ ਤੇ ਤਨ ਸਰੀਰ ਅੰਦਰ ਇਹ ਫਰਮਾਨ, ਇਹ ਹੁਕਮ ਲਿਖ ਕੇ ਭੇਜਿਆ ਏ ਕਿ ਪੁਰਖਾਂ ਇਹ ਮਨੁੱਖੀ ਦੇਹੀ ਤੈਨੂੰ ਦਿੱਤੀ ਹੈ ਇਸ ਵਾਸਤੇ ਕਿ ਸੰਸਾਰ ਵਿੱਚ ਆ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰੇ, ਭਜਨ ਬੰਦਗੀ ਕਰੇ, ਸਤਿਗੁਰਾਂ ਦਾ ਪਾਵਨ ਬਚਨ ਰੋਜ਼ ਪੜ੍ਹਨੇ ਆ। ਭਈ ਪ੍ਰਾਪਤ ਮਾਨੁਖ ਦੇਹ ਰਿਆ, ਕਿਉਂ ਪ੍ਰਾਪਤ ਹੋਈ ਹੈ ਮਨੁੱਖੀ ਦੇਹੀ, ਇਹ ਮਨੁੱਖੀ ਸਰੀਰ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰਿਆ, ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸੰਸਾਰ ਦੇ ਅੰਦਰ ਹੋਰ ਵੀ ਜੂਨੀਆਂ ਨੇ, ਪਰ ਇਹਨਾਂ ਜੂਨੀਆਂ ਅੰਦਰ ਸਭ ਤੋਂ ਸ਼੍ਰੇਸ਼ਟ ਜੂਨੀ ਜਿਹੜੀ ਹੈ ਮਨੁੱਖੀ ਦੇਹੀ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਮਨੁੱਖੀ ਸਰੀਰ ਨੂੰ ਸਭ ਤੋਂ ਉੱਤਮ ਕਿਹਾ ਗਿਆ। ਕਾਰਨ ਇਹੀ ਹੈ ਕਿ ਮਨੁੱਖ ਨੂੰ ਪਰਮੇਸ਼ਰ ਨੇ ਉਹ ਬੁੱਧੀ, ਵਿਵੇਕ ਬੁੱਧੀ ਬਖਸ਼ਿਸ਼ ਕੀਤੀ ਹੈ ਜਿਸ ਦੁਆਰਾ ਵਿਅਕਤੀ ਸੱਤ ਤੇ ਅਸਤ ਦੀ ਵਿਚਾਰ ਕਰ ਸਕਦਾ ਹੈ। ਹੁਣ ਪਸ਼ੂਆਂ ਦਾ ਜੀਵਨ ਵੀ ਆਪਾਂ ਵੇਖਿਆ ਹੈ। ਪਸ਼ੂ ਨਾਮ ਨਹੀਂ ਜਪ ਸਕਦੇ, ਪਸ਼ੂ ਸਤਸੰਗਤ ਨਹੀਂ ਕਰ ਸਕਦੇ ਹਨ, ਸਤਸੰਗਤ ਦਾ ਆਨੰਦ ਨਹੀਂ ਮਾਣ ਸਕਦੇ। ਲੇਕਿਨ ਕੇਵਲ ਤੇ ਕੇਵਲ ਮਨੁੱਖ ਐਸਾ ਪ੍ਰਾਣੀ ਹੈ 84 ਲੱਖ ਜੂਨੀਆਂ ਵਿੱਚ ਜਿਹੜਾ ਸਤ ਅਸਤ ਨੂੰ ਵਿਚਾਰ ਸਕਦਾ ਹੈ, ਨਾਮ ਜਪ ਸਕਦਾ ਹੈ, ਪਰਮੇਸ਼ਰ ਦੀ ਆਰਾਧਨਾ ਤੇ ਭਜਨ ਬੰਦਗੀ ਕਰ ਸਕਦਾ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਪੁਰਖਾਂ ਉਸ ਵਾਹਿਗੁਰੂ ਦੇ ਨਾਮ ਨੂੰ ਜਪ, ਸਿਮਰਨੇ ਕਰ। ਵਾਹਿਗੁਰੂ ਨੇ ਲੇਖ ਤੇਰੇ ਮਨ ਤਨ ਅੰਦਰ ਲਿਖ ਕੇ, ਇਹ ਹੁਕਮ ਲਿਖ ਕਰਕੇ ਧੁਰੋ ਹੀ ਭੇਜਣਾ ਕੀਤਾ ਹੈ ਤੈਨੂੰ। ਵਾਹਿਗੁਰੂ ਦਾ ਨਾਮ ਐਸਾ ਹੈ ਜਿਵੇਂ ਉੱਪਰ ਦੋ ਪੰਕਤੀਆਂ ਸਰਵਣ ਕਰ ਆਏ, ਜੀਵਤ ਛਾੜ ਜਾਏ ਦੇਵਾਨੇ, ਮੂਇਆ ਉਨ ਤੇ ਕੋ ਬਰਸਾਨੇ। ਇਹ ਨਹੀਂ ਸਾਥ ਦਿੰਦੇ ਤੇ ਸਿੱਖਾਂ ਨੇ ਕਿਹਾ ਨਾ ਕੌਣ ਸਾਥ ਦਿੰਦਾ? ਸਤਿਗੁਰੂ ਫਰਮਾਨ ਕਰਦੇ ਨੇ ਵਾਹਿਗੁਰੂ ਦਾ ਨਾਮ ਸਾਥ ਦਿੰਦਾ ਹੈ। ਇਸ ਲੋਕ ਵਿੱਚ ਸੁਖ ਪ੍ਰਦਾਨ ਕਰਦਾ ਹੈ ਤੇ ਅੱਗੇ ਪਰਲੋਕ ਵਿੱਚ ਵੀ ਸਹਾਇਕ ਬਣਦਾ ਹੈ। ਦੁਨੀਆ ਦੇ ਲੋਕ ਵੱਧ ਤੋਂ ਵੱਧ ਸੰਸਾਰਕ ਲੋਕ ਜਿਹੜੇ ਨੇ ਨਾ, ਉਹ ਸ਼ਮਸ਼ਾਨ ਭੂਮੀ ਤੱਕ ਸਾਡਾ ਸਾਥ ਨਿਭਾ ਸਕਦੇ ਨੇ। ਲੱਕੜ ਦੀ ਸੇਜਾ ਉੱਪਰ ਸਾਨੂੰ ਵਿਰਾਜਮਾਨ ਕਰਦੇ ਨੇ, ਇੱਥੋਂ ਤੱਕ ਦੁਨੀਆ ਦੇ ਲੋਕਾਂ ਦਾ ਸਾਥ ਨੇ। ਇਹ ਤੋਂ ਅੱਗੇ ਸਾਡੇ ਨਾਲ ਦੁਨੀਆ ਦੀ ਕੋਈ ਸ਼ਕਤੀ, ਦੁਨੀਆ ਦਾ ਕੋਈ ਵਿਅਕਤੀ ਸਾਡੇ ਨਾਲ ਨਹੀਂ ਜਾ ਸਕਦਾ। ਪਰ ਸੰਸਾਰ ਨਾਲ ਇੱਕੋ ਇੱਕ ਐਸੀ ਸ਼ਕਤੀ ਹੈ, ਇੱਕੋ ਇੱਕ ਐਸੇ ਵਿਅਕਤੀ ਦਾ ਸਾਥ ਹੈ ਜੋ ਇਸ ਲੋਕ ਵਿੱਚ ਵੀ ਸਾਡੇ ਨਾਲ ਰਹਿੰਦਾ ਹੈ ਤੇ ਜਦੋਂ ਪਰਲੋਕ ਵਿੱਚ ਜਾਈਏ ਨਾ ਤੇ ਉੱਥੇ ਵੀ ਸਾਡਾ ਸਹਾਇਕ ਬਣਦਾ ਹੈ। ਸਤਿਗੁਰ ਸਿੱਖ ਕੋ ਜੇ ਨਾਲ ਸਮਾਰੇ, ਸਤਿਗੁਰ ਸਿੱਖਾ ਹਲਤ ਪਲਤ ਸਵਾਰੇ। ਗਰੀਬ ਨਿਆਜ਼ ਸੱਚੇ ਪਾਤਸ਼ਾਹ ਇਸ ਹਾਲਤ ਵਿੱਚ, ਉਸ ਪਲਤ ਵਿੱਚ ਵੀ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਿੱਖ ਦੀ ਸਹਾਇਤਾ ਕਰਦੇ ਨੇ। ਐਸੇ ਅਕਾਲ ਪੁਰਖ ਪਰਮੇਸ਼ਰ ਅੰਤਰਜਾਮੀ ਵਾਹਿਗੁਰੂ ਦੇ ਨਾਮ ਨੂੰ ਜੇ ਜਪਾਂਗੇ ਤੇ ਉਸ ਪਰਲੋਕ ਦੀ ਰਾਹ ਵਿੱਚ ਜਿਸ ਦਾ ਪੈਂਡਾ ਕਈ ਕੋਹਾਂ ਦਾ ਗਿਣਿਆ ਨਹੀਂ ਜਾਂਦਾ ਏ, ਉਸ ਮਾਰਗ ਵਿੱਚ ਸਾਡਾ ਤੋਸਾ ਬਣਦਾ ਹੈ। ਸਾਡੇ ਪੱਲੇ ਇੱਕ ਖਰਚ ਰੂਪ ਮਾਇਆ ਬਣ ਜਾਂਦੀ ਹੈ। ਸਤਿਗੁਰੂ ਕਹਿੰਦੇ ਨਾ ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਵਹਾ ਸੰਗ ਤੋਸਾ। ਤੋਸਾ ਕਹਿੰਦੇ ਨੇ ਜਦੋਂ ਪੁਰਾਤਨ ਸਮਿਆਂ ਅੰਦਰ ਵਪਾਰੀ ਵਪਾਰ ਕਰਨ ਜਾਂਦੇ ਸਨ ਨਾ ਤੇ ਰਾਹ ਵਿੱਚ ਆਪਣੇ ਪ੍ਰਸ਼ਾਦੇ ਪਾੜੀ ਵਾਸਤੇ, ਖਰਚਣ ਵਾਸਤੇ ਮਾਇਆ ਪੱਲੇ ਬੰਨ ਲੈਂਦੇ ਸੀ, ਉਹਨੂੰ ਤੋਸਾ ਕਹਿੰਦੇ। ਤੇ ਸਤਿਗੁਰੂ ਕਹਿੰਦੇ ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ, ਇਸ ਲੋਕ ਤੋਂ ਪਰਲੋਕ ਵਿੱਚ ਜਾਣ ਵਾਸਤੇ ਕਿੰਨਾ ਸਮਾਂ, ਕਿੰਨਾ ਲੰਬਾ ਪੈਂਡਾ ਤੈਅ ਕਰਨਾ ਪੈਂਦਾ। ਇਹ ਕਿੰਨੇ ਕੋਹ ਦੱਸਿਆ ਨਹੀਂ ਜਾ ਸਕਦਾ, ਗਨੇ ਜਾਏ ਨਾ, ਗਿਣਤੀ ਨਹੀਂ ਹੋ ਸਕਦੀ। ਤੇ ਉਸ ਮਾਰਗ ਦੇ ਵਿੱਚ ਤੂੰ ਆਪਣੇ ਪੱਲੇ ਉਹ ਵਾਹਿਗੁਰੂ ਦੇ ਨਾਮ ਦਾ ਤੋਸਾ ਬਣਨਾ ਕਰ, ਪਰਮੇਸ਼ਰ ਦੇ ਨਾਮ ਦਾ ਖਰਚ ਬਣਨਾ ਕਰ, ਜਿਹੜਾ ਤੇਰੇ ਸਹਾਇਕ ਹੋਵੇਗਾ, ਤੇਰੇ ਕੰਮ ਆਵੇਗਾ। ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ, ਜਪ, ਅਠੇ ਪੈਰ ਲਗਾਤਾਰ ਉਸ ਵਾਹਿਗੁਰੂ ਦੀ ਆਰਾਧਨਾ ਕਰ, ਦਿਨ ਰਾਤ ਉਸ ਵਾਹਿਗੁਰੂ ਨੂੰ ਆਰਾਧਨਾ ਕਰ। ਇੱਕ ਖਿਣ ਵੀ ਆਪਣਾ ਸ਼ਵਾਸ ਜਿਹੜਾ ਹੈ ਨਾ ਵਾਹਿਗੁਰੂ ਦੇ ਨਾਮ ਤੋਂ ਬਗੈਰ ਅਜਾਈ ਨਾ ਗਵਾ, ਕਿਉਂਕਿ ਉਹਨੇ ਹੀ ਤੇਰਾ ਸਾਥ ਦੇਣਾ ਹੈ, ਉਹਨੇ ਹੀ ਅਖੀਰ ਤੱਕ ਨਿਭਣਾ ਹੈ ਪੁਰਖਾ। ਜਦੋਂ ਭਗਤ ਕਬੀਰ ਜੀ ਸਾਹਿਬ
ਨੇਤਾ ਪ੍ਰਤੀ ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠਿਆ ਕਰਦੇ ਸਨ। ਮਾਤਾ ਇੱਕ ਦਿਨ ਪੁੱਛਣ ਲੱਗੀ, ਪੁੱਤਰ ਜੀ ਤੁਸੀਂ ਰੋਜ਼ ਸ਼ਮਸ਼ਾਨ ਘਾਟ ਕਿਉਂ ਜਾਂਦੇ ਹੋ? ਜਦੋਂ ਕੋਈ ਸ਼ਰੀਕ ਮਰਦਾ ਹੈ, ਰਿਸ਼ਤੇਦਾਰ ਮਰਦਾ ਹੈ, ਫੇਰ ਹੀ ਲੋਕ ਸ਼ਮਸ਼ਾਨ ਘਾਟ ਤੇ ਜਾਂਦੇ ਆ, ਤੁਸੀਂ ਤਾਂ ਰੋਜ਼ ਹੀ ਚੱਲ ਜਾਂਦੇ ਹੋ। ਕੀ ਗੱਲ ਹੈ, ਕੀ ਮਿਲਦਾ ਉੱਥੇ ਜਾ ਕੇ ਤੁਹਾਨੂੰ? ਭਗਤ ਕਬੀਰ ਸਾਹਿਬ ਮੁਸਕਰਾ ਕੇ ਕਹਿੰਦੇ, ਮਾਤਾ ਜੀ ਉੱਥੇ ਸਾਨੂੰ ਅਨੇਕ ਪ੍ਰਕਾਰ ਦੇ ਕੀਮਤੀ ਰਤਨ ਮਿਲਦੇ ਨੇ। ਉਹਨਾਂ ਰਤਨਾਂ ਨੂੰ ਇਕੱਠਿਆਂ ਕਰਕੇ ਝੋਲੀਆਂ ਭਰ ਕੇ ਅਸੀਂ ਲਿਆਉਂਦੇ ਆ। ਤੇ ਮਾਤਾ ਹੈਰਾਨ ਹੋ ਕੇ ਪੁੱਛਦੀ, ਕਿਹੜੇ ਰਤਨ ਨੇ? ਭਗਤ ਕਬੀਰ ਸਾਹਿਬ ਜੀ ਮੁਸਕਰਾਏ ਨੇ, ਜਵਾਬ ਨਹੀਂ ਦਿੱਤਾ ਕੁਝ, ਕਿਉਂਕਿ ਉਹਨਾਂ ਦੀ ਰਮਜ ਜਾਣਨ ਵਾਸਤੇ ਉਹਨਾਂ ਦੇ ਵਰਗਾ ਹਿਰਦਾ ਚਾਹੀਦਾ ਹੈ, ਉਹਨਾਂ ਦੇ ਵਰਗੀ ਬੁੱਧੀ ਚਾਹੀਦੀ ਹੈ। ਜਦੋਂ ਭਗਤ ਕਬੀਰ ਸਾਹਿਬ ਜੀ ਦੂਜੇ ਦਿਨ ਸ਼ਮਸ਼ਾਨ ਘਾਟ ਦੀ ਭੂਮੀ ਤੇ ਗਏ ਤੇ ਮਾਤਾ ਸਹਿਜ ਸੁਭਾਵਕ ਹੀ ਉਹਨਾਂ ਦੇ ਪਿੱਛੇ ਗਈ, ਵੇਖੀਏ ਤਾਂ ਸਹੀ ਕਿਹੜੇ ਰਤਨ ਇਕੱਠੇ ਕਰਦੇ ਪਏ ਨੇ। ਸ਼ਮਸ਼ਾਨ ਭੂਮੀ ਤੇ ਜਦੋਂ ਗਏ ਨਾ, ਵੇਖੇ ਸਾਰੇ ਥਾਵਾਂ ਤੇ ਲੋਥਾਂ ਜਿਹੜੀਆਂ ਸੜ ਰਹੀਆਂ ਨੇ, ਤੇ ਉਹਨਾਂ ਦੇ ਕੋਲ ਬੈਠੇ ਭਗਤ ਕਬੀਰ ਸਾਹਿਬ ਜੀ ਸਤਨਾਮ ਦੇ ਜਾਪ ਵਿੱਚ ਲੀਨ ਹੋਏ ਨੇ, ਰਾਮ ਨਾਮ ਦਾ ਸਿਮਰਨ ਕਰ ਰਹੇ ਨੇ, ਜਪਦੇ ਜਾ ਰਹੇ ਨੇ, ਲਿਵ ਜੁੜੀ ਹੋਈ ਪਰਮੇਸ਼ਰ ਦੇ ਨਾਮ ਨਾਲ। ਤੇ ਮਾਤਾ ਨੇ ਜਦੋਂ ਵੇਖਿਆ ਆ ਕੇ ਪੁੱਛਦੀ, ਪੁੱਤਰ ਜੀ ਕ੍ਰੋਧ ਵਿੱਚ ਆਏ ਮਾਤਾ ਜੀ ਕਹਿਣ ਲੱਗੇ, ਤੁਸਾਂ ਕਹਿੰਦੇ ਇੱਥੇ ਆ ਕੇ ਰਤਨ ਇਕੱਠੇ ਕਰਨੇ, ਕਿੱਥੇ ਰਤਨ ਨੇ, ਕਿੱਥੇ ਹੀਰੇ ਨੇ, ਕਿੱਥੇ ਮੋਤੀ ਨੇ, ਕਿੱਥੇ ਗਏ ਤੁਹਾਡੇ ਰਤਨ ਮੋਤੀ ਹੀਰੇ? ਇੱਥੇ ਤਾਂ ਕੇਵਲ ਲੁੱਥਾਂ ਸੜ ਰਹੀਆਂ ਨੇ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮਾਤਾ ਜੀ ਸਾਡਾ ਮਨ ਜਿਹੜਾ ਹੈ ਨਾ, ਉਹ ਹੀਰਿਆਂ ਦੀ ਰਤਨਾਂ ਦੀ ਖਾਨ ਹੈ, ਤੇ ਸਾਡੀ ਰਸਨਾ ਜੋ ਹੈ, ਇਸ ਖਾਨ ਵਿੱਚੋਂ ਮੋਤੀ ਹੀਰੇ ਆਦਿਕ ਰਤਨ ਇਕੱਠੇ ਕਰੀ ਜਾ ਰਹੀ ਹੈ। ਜੋ ਵਾਹਿਗੁਰੂ ਦਾ ਨਾਮ ਅਸੀਂ ਜਪ ਰਹੇ ਹਾਂ ਨਾ, ਇਹ ਸਾਡੇ ਹਿਰਦੇ ਰੂਪੀ ਖਾਨ ਵਿੱਚੋਂ ਮੋਤੀ ਮਾਣਕ ਲਾਲ ਹੀਰੇ ਇਕੱਠੇ ਹੋ ਰਹੇ ਨੇ। ਤੇ ਮਾਤਾ ਜੀ ਪੁੱਛਦੇ, ਇਹ ਰੀਤੀ ਤਾਂ ਤੁਸੀਂ ਘਰੇ ਵੀ ਕਰ ਸਕਦੇ ਹੋ, ਸ਼ਮਸ਼ਾਨ ਆਉਣ ਦੀ ਕੀ ਲੋੜ ਹੈ? ਜੇ ਇਹਨਾਂ ਮੋਤੀਆਂ ਨੂੰ ਇਕੱਠੇ ਕਰਨਾ ਤੇ ਘਰੇ ਬੈਠ ਕੇ ਵੀ ਇਕੱਠੇ ਕਰ ਸਕਦੇ ਹੋ, ਇਸ ਸ਼ਮਸ਼ਾਨ ਭੂਮੀ ਤੇ ਆਉਣ ਦੀ ਕੀ ਲੋੜ ਪਈ ਹੈ? ਭਗਤ ਕਬੀਰ ਸਾਹਿਬ ਜੀ ਮੁਸਕਰਾ ਕੇ ਕਹਿੰਦੇ, ਮਾਤਾ ਜੀ ਘਰੇ ਮਨ ਨਹੀਂ ਮੰਨਦਾ ਹੈ, ਘਰੇ ਰਿਸ਼ਤੇ ਨਾਤੇ ਯਾਦ ਆਉਂਦੇ ਨੇ, ਘਰੇ ਬੈਠ ਕੇ ਜ਼ਿੰਦਗੀ ਯਾਦ ਆਉਂਦੀ, ਜੀਵਨ ਯਾਦ ਆਉਂਦਾ ਏ। ਜਦੋਂ ਇੱਥੇ ਆਉਣੇ ਆ ਨਾ ਤੇ ਮੌਤ ਯਾਦ ਆਉਂਦੀ ਹੈ। ਜਦੋਂ ਇੱਥੇ ਆ ਕਰਕੇ ਅੰਤ ਵੇਖਦੇ ਆ ਨਾ ਤੇ ਮਨ ਉਸ ਬੇਅੰਤ ਨਾਲ ਜੁੜ ਜਾਂਦਾ ਹੈ। ਜਦੋਂ ਆਪਣਾ ਅੰਤ ਵੇਖ ਲੈਨੇ ਆ ਤੇ ਸੁਰਤੀ ਲਗਾਤਾਰ ਇੱਕ ਰਸ ਹੋ ਕਰਕੇ ਉਸ ਬੇਅੰਤ ਪਰਮੇਸ਼ਰ ਨਾਲ ਜੁੜ ਜਾਂਦੀ ਹੈ। ਤੇ ਮਨ ਨੂੰ ਬਾਰ-ਬਾਰ ਇਹੀ ਸਮਝਾਉਂਦੇ ਹਨ ਕਿ ਮਨਾ, ਇੱਕ ਦਿਨ ਤੇਰਾ ਵੀ ਇਹੋ ਹੀ ਹਾਲ ਹੋਣਾ ਹੈ, ਇੱਕ ਦਿਨ ਤੂੰ ਵੀ ਇਸ ਸੇਜਾ ਉੱਪਰ ਸੋਣਾ ਹੈ। ਤੇ ਇਸ ਸੇਜਾ ਉੱਪਰ ਲੇਟਣ ਤੋਂ ਪਹਿਲਾਂ ਜਿੰਨੇ ਸ਼ਵਾਸ ਵਾਹਿਗੁਰੂ ਨੇ ਦਿੱਤੇ ਨਾ, ਉਹਨੇ ਸ਼ਵਾਸ ਜਿਹੜੇ ਤੂੰ ਸਫਲੇ ਕਰ ਲਏ। ਮੌਤ ਜੀਵਨ ਦਾ ਸੱਚ ਹੈ। ਜਿੰਨਾ ਚਿਰ ਵਿਅਕਤੀ ਨੂੰ ਮੌਤ ਨਹੀਂ ਚੇਤੇ ਆਉਂਦੀ ਨਾ, ਉਹਨਾਂ ਚਿਰ ਪਰਮੇਸ਼ਰ ਵੀ ਯਾਦ ਨਹੀਂ ਆਉਂਦਾ ਹੈ। ਜਦੋਂ ਵਿਅਕਤੀ ਆਪਣੇ ਉੱਪਰ ਸੰਕਟ ਦੇਖਦਾ ਹੈ ਨਾ, ਤੇ ਝੱਟ ਹੀ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਹੋ ਜਾਂਦਾ ਹੈ। ਜਿਹਨੇ ਸਾਰੀ ਜ਼ਿੰਦਗੀ ਨਾਮ ਨਾ ਜਪਿਆ ਹੋਵੇ ਨਾ, ਜਦੋਂ ਵਿਪਤਾ ਆ ਜਾਵੇ, ਆਪਦਾ ਆ ਜਾਵੇ ਨਾ, ਤੇ ਅੱਧੀ ਰਾਤ ਤੇ ਵੀ ਉੱਠ ਕੇ ਹੱਥ ਵਿੱਚ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ ਹੈ, ਕਿਉਂਕਿ ਵਿਪਤਾ ਪਈ ਆ। ਵਿਪਤਾ ਸਮੇਂ ਹਰ ਇੱਕ ਨੂੰ ਪਰਮੇਸ਼ਰ ਯਾਦ ਆਉਂਦਾ। ਸੁੱਖ ਵੇਲੇ ਤਾਂ ਭਾਵੇਂ ਨਾ ਯਾਦ ਆਵੇ, ਪਰ ਦੁੱਖ ਵੇਲੇ ਹਰ ਇੱਕ ਵਿਅਕਤੀ ਨੂੰ ਪਰਮੇਸ਼ਰ ਚੇਤੇ ਆਉਂਦਾ ਹੈ। ਸਹਿਜ ਸੁਭਾਵਕ ਹੀ ਵਾਹਿਗੁਰੂ ਦੀ ਯਾਦ ਆ ਜਾਂਦੀ, ਕਿਉਂਕਿ ਉਦੋਂ ਮਨ ਵਿੱਚ ਪ੍ਰਤੀਤ ਆਉਂਦੀ ਹੈ ਕਿ ਵਾਹਿਗੁਰੂ ਤੋਂ ਬਗੈਰ ਇਸ ਵਿਪਤਾ ਤੋਂ ਕਿਸੇ ਨੇ ਸਾਨੂੰ ਬਾਹਰ ਨਹੀਂ ਕੱਢਣਾ ਹੈ, ਵਾਹਿਗੁਰੂ ਤੋਂ ਬਗੈਰ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ ਹੈ। ਇਸ ਕਰਕੇ ਪਰਮੇਸ਼ਰ ਦਾ ਚਿੰਤਨ, ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਂਦਾ ਹੈ। ਜੀਵਨ ਦੀ ਸੱਚਾਈ ਜਦੋਂ ਪਤਾ ਲੱਗਦੀ ਹੈ, ਮਨ ਅੰਦਰ ਜਦੋਂ ਪ੍ਰਤੀਤ ਹੁੰਦੀ ਹੈ, ਜਦੋਂ ਠੋਕਰ ਵੱਜਦੀ ਹੈ ਨਾ, ਫੇਰ ਹੀ ਪਤਾ ਲੱਗਦਾ ਹੈ ਕਿ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਸਾਡਾ ਕੋਈ ਨਹੀਂ ਸਹਾਇਕ ਬਣਦਾ। ਵਾਹਿਗੁਰੂ ਦੇ ਨਾਮ ਵਿੱਚ ਬਹੁਤ ਵੱਡੀ ਸਮਰੱਥਾ ਹੈ। ਇੱਕ ਖਿਣ ਅੰਦਰ ਲੱਖਾਂ ਕੁ ਮਣ ਪਾਪ ਜਿਹੜੇ ਅਸੀਂ ਕਮਾਏ ਨਾ, ਜਨਮਾਂ ਜਨਮੰਤਰਾਂ ਦੇ ਕੀਤੇ ਹੋਏ ਪਾਪਾਂ ਦੀ ਪੰਡ ਜਿਹੜੀ ਆਪਾਂ ਸਿਰ ਤੇ ਚੁੱਕੀ ਆ ਰਹੇ ਨਾ, ਇੱਕ ਖਿਣ ਵਿੱਚ ਵਾਹਿਗੁਰੂ ਪਾਪਾਂ ਨੂੰ ਨਾਸ਼ ਕਰ ਦਿੰਦਾ। ਜਿਵੇਂ ਲੱਖਾਂ ਮਣ ਲੱਕੜਾਂ ਦਾ ਢੇਰ ਲੱਗਿਆ ਹੋਵੇ ਨਾ, ਤੇ ਉਸ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰਨ ਵਾਸਤੇ ਮਾਚਿਸ ਦੀ ਇੱਕ ਤੀਲੀ ਕਾਫੀ ਆ। ਕਿੰਨਾ ਕੁ ਤੇ ਮਸਾਲਾ ਲੱਗਿਆ ਹੁੰਦਾ, ਰੱਤਾ ਮਾਤਰ, ਰਾਈ ਮਾਤਰ ਮਸਾਲਾ ਲੱਗਿਆ ਹੁੰਦਾ ਹੈ, ਪਰ ਇੱਕ ਤੀਲੀ ਵੀ ਲੱਖਾਂ ਕੁ ਮਣ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ। ਈਂਧਨ ਕੀਤੋ ਮੂੰਹ ਘਣਾ, ਭੋਰੀ ਦਿੱਤਿਮ ਭਾਹੇ।
ਕਹਿੰਦੇ ਨੇ ਇੱਕ ਨਿੱਕੀ ਜੀ ਮਾਚਿਸ ਦੀ ਤੀਲੀ ਲੱਖਾਂ ਕੁ ਮਣ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ ਨਾ, ਤਿਵੇਂ ਹੀ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਾਮ ਲੱਖਾਂ ਜੀਵਨ ਦੇ ਕੀਤੇ ਹੋਏ ਪਾਪਾਂ ਨੂੰ ਇੱਕ ਖਿੰਡ ਵਿੱਚ ਸਾੜ ਕੇ ਸਵਾਹ ਕਰ ਸਕਦਾ ਹੈ। ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਦੁਖੜੇ ਉਲਾਹੇ। ਕਈ ਜਨਮਾਂ ਦੇ ਪਾਪ ਵੀ ਜਿਹੜੇ ਨਾ ਇੱਕ ਖਿੰਡ ਅੰਦਰ ਹੀ ਨਾਸ਼ ਹੋ ਜਾਂਦੇ। ਇੰਨੀ ਵਾਹਿਗੁਰੂ ਦੇ ਨਾਮ ਦੇ ਅੰਦਰ ਸਮਰਥਾ ਏ, ਇੰਨੀ ਸ਼ਕਤੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਅੰਦਰ ਹੈ। ਸਾਧ ਸੰਗਤ ਵੇਖੋ, ਜਦੋਂ ਸਤਿਗੁਰੂ ਅਸਾਮ ਦੇਸ਼ ਵੱਲ ਗਏ ਨਾ ਉਦਾਸੀਆਂ ਦੇ ਸਮੇਂ, ਤੇ ਜਦੋਂ ਭੇਡੂ ਬਣ ਗਏ ਭਾਈ ਮਰਦਾਨਾ ਸਾਹਿਬ ਜੀ, ਜਿਸ ਇਸਤਰੀ ਨੇ ਸੱਚ ਭਾਈ ਮਰਦਾਨਾ ਸਾਹਿਬ ਦੇ ਗਲ ਵਿੱਚ ਉਹ ਧਾਗਾ ਜਾਂ ਟੂਣੇ ਕਰਕੇ ਪਾ ਕੇ ਭੇਡੂ ਬਣਾਇਆ ਸੀ ਨਾ, ਇਸਤਰੀ ਨੂੰ ਪੁੱਛਿਆ ਕਿ ਸਾਡਾ ਸਾਥੀ ਇੱਥੇ ਆਇਆ ਸੀ, ਮਰਦਾਨਾ ਕਿੱਥੇ ਆ? ਕਹਿੰਦੀ ਮੈਨੂੰ ਪਤਾ ਨਹੀਂ, ਆਪਣੇ ਸ਼ੀਸ਼ ਤੇ ਮਿੱਟੀ ਦਾ ਘੜਾ ਚੁੱਕ ਕੇ ਪਾਣੀ ਭਰਨ ਜਾ ਰਹੀ ਸੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਝੂਠ ਬੋਲਿਆ ਨਾ, ਤੇ ਉਹਦੇ ਸਿਰ ਤੇ ਜਿਹੜਾ ਘੜਾ ਸੀ ਨਾ ਮਿੱਟੀ ਦਾ, ਉਹ ਸਿਰ ਨਾਲ ਹੀ ਚਿੰਬੜ ਗਿਆ। ਬੜਾ ਜ਼ੋਰ ਲਾਇਆ, ਬੜਾ ਯਤਨ ਕੀਤਾ ਏ, ਪਰ ਕਈ ਯਤਨ ਕੀਤਿਆ ਵੀ ਸਿਰੋਂ ਘੜਾ ਨਹੀਂ ਉਤਰਿਆ। ਬਹੁਤ ਯਤਨ ਕੀਤੇ ਉਹਨੇ, ਤੇ ਉਹਨਾਂ ਦੀ ਜਿਹੜੀ ਜਥੇਦਾਰ ਨੂਰ ਸ਼ਾਹ ਜੀ ਦਾ ਨਾਂ ਆਇਆ ਨਾ, ਉਹਨੇ ਵੀ ਆਪਣੀ ਸ਼ਕਤੀ ਦਾ ਪੂਰਾ ਜ਼ੋਰ ਲਾ ਲਿਆ ਹੈ। ਪੂਰੀਆਂ ਕਰਾਮਾਤਾਂ ਦੇ ਨਾਲ ਉਹਨੇ ਸ਼ਕਤੀ ਦਾ ਜ਼ੋਰ ਲਾਇਆ, ਪਰ ਉਸ ਘੜੇ ਦੇ ਮਿੱਟੀ ਦੇ ਘੜੇ ਨੂੰ ਹਿਲਾ ਤੱਕ ਨਹੀਂ ਸਕੇ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਲੀਲਾ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਇਹ ਪੂਰਨ ਕੋਈ ਪੁਰਖ ਨੇ, ਸਾਧੂ ਨੇ, ਤੇ ਗੁਰੂ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਜਦੋਂ ਆਪਣੇ ਸਾਰਿਆਂ ਹੀ ਦਾਸੀਆਂ ਨੂੰ ਲੈ ਕਰਕੇ, ਇਸਤਰੀਆਂ ਨੂੰ ਲੈ ਕੇ ਪਹੁੰਚੀ ਨਾ, ਸਤਿਗੁਰਾਂ ਨੇ ਜਦੋਂ ਬੇਨਤੀ ਕੀਤੀ, ਤਰਲੇ ਕੀਤੇ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਚਾਹੁੰਦੇ ਤਾਂ ਘੜਾ ਇੱਕ ਖਿੰਨ ਵਿੱਚ ਉਤਾਰ ਦਿੰਦੇ, ਪਰ ਸਤਿਗੁਰਾਂ ਨੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਜਤਾਉਣੀ ਸੀ। ਸਤਿਗੁਰਾਂ ਨੇ ਕਿਹਾ ਕਿ ਭਾਈ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਤੇ ਘੜਾ ਉਤਾਰ ਆਪਣੇ ਸਿਰੋਂ। ਜਦੋਂ ਜਪਿਆ ਨਾ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਿਆਂ ਸਾਰੀ ਸਿਰ ਦਾ ਘੜਾ ਉਤਰ ਗਏ। ਇਹ ਵਾਹਿਗੁਰੂ ਦੇ ਨਾਮ ਦੀ ਵਿਸ਼ੇਸ਼ਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਜਤਾਈ ਹੈ, ਜਤਾਉਣਾ ਕੀਤੀ ਕਿ ਪਰਮੇਸ਼ਰ ਦੇ ਨਾਮ ਵਿੱਚ ਕਿੰਨੀ ਸਮਰਥਾ ਹੈ। ਵਾਹਿਗੁਰੂ ਦਾ ਨਾਮ ਕਿੰਨਾ ਕੁ ਬਲਸ਼ਾਲੀ ਹੈ, ਜਿਸ ਨੂੰ ਜਪਦਿਆਂ ਸਾਰ ਭਾਈ ਪੁਰਖਾ ਵੱਡੇ ਤੋਂ ਵੱਡਾ ਦੁੱਖ, ਵੱਡੇ ਤੋਂ ਵੱਡਾ ਪਾਪ, ਵੱਡੇ ਤੋਂ ਵੱਡੇ ਦਰਿਦਰ ਕਲੇਸ਼ ਜਿਹੜੇ ਨੇ ਨਾ ਪੁਰਖਾ, ਇੱਕ ਖਿੰਨ ਅੰਦਰ ਹੀ ਨਾਸ਼ ਹੋ ਜਾਂਦੇ। ਇਸ ਕਰਕੇ ਹਜੂਰ ਇੱਥੇ ਫਰਮਾਨ ਕਰ ਰਹੇ ਨੇ ਪੁਰਖਾ ਕਿ ਵਾਹਿਗੁਰੂ ਦੇ ਨਾਮ ਨੂੰ ਸਿਮਰ, ਉਸ ਪਰਮੇਸ਼ਰ ਦੇ ਨਾਮ ਨੂੰ ਆਪਣਾ ਸੱਚਾ ਸਾਥੀ ਬਣਾ। ਸੰਸਾਰ ਦੇ ਕੱਚੇ ਬੰਧਨ ਜਿਹੜੇ ਨਾ ਉਹਨਾਂ ਨੂੰ ਤਿਆਗ, ਨਾਨਕ ਕੱਚੜਿਆਂ ਸੂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੁਆ ਨਾ ਜਾਈ ਛੋੜ। ਵੇਖ ਜਿਹੜੇ ਤੈਨੂੰ ਜਿਉਂਦਿਆਂ ਜਾਈ, ਮਰਨ ਤੋਂ ਬਾਅਦ ਛੱਡ ਜਾਂਦੇ ਨਾ, ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਡਾ ਸੱਜਣ ਹੈ ਨਾ, ਜਿਉਂਦਿਆਂ ਜੀ ਲੋਕ ਛੱਡ ਜਾਣਗੇ, ਪਰ ਪਰਮੇਸ਼ਰ ਮਰੇ ਤੋਂ ਬਾਅਦ ਵੀ ਤੈਨੂੰ ਨਹੀਂ ਛੱਡਦਾ ਹੈ, ਮਰੇ ਤੋਂ ਬਾਅਦ ਵੀ ਤੇਰੇ ਨਾਲ ਹੀ ਜਾਂਦਾ। ਐਸਾ ਪਰਮੇਸ਼ਰ ਦਾ ਨਾਮ ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ। ਐਸਾ ਸਹਾਇਕ ਵਾਹਿਗੁਰੂ ਦਾ ਜੋ ਨਾਮ ਹੈ ਪੁਰਖਾ, ਉਹਨੂੰ ਜਪਣਾ ਕਰ, ਜੋ ਤੇਰੇ ਮਨ ਤਨ ਅੰਦਰ ਧਰੋਈ ਪਰਮੇਸ਼ਰ ਨੇ ਫਰਮਾਨ ਕਰਕੇ ਲਿਖ ਭੇਜਿਆ ਹੈ। ਕਾਹੂ ਕਾਜ ਨ ਆਵਤ ਵਿਖਿਆ, ਜੋ ਸੰਸਾਰ ਦੀ ਬਿਖ ਰੂਪ ਮਾਇਆ ਹੈ, ਉਹ ਕਿਸੇ ਤੇਰੇ ਕੰਮ ਨਹੀਂ ਆਉਣੀ। ਸੰਸਾਰ ਅੰਦਰ ਉਹ ਹਰ ਇੱਕ ਵਸਤੂ ਮਾਇਆ ਰੂਪ ਹੈ, ਜਿਹੜੀ ਸਾਨੂੰ ਪਰਮੇਸ਼ਰ ਨਾਲ ਦੂਰ ਕਰਦੀ ਹੈ, ਗੁਰੂ ਚਰਨਾਂ ਨਾਲ ਜੁੜਨ ਤੋਂ ਦੂਰ ਕਰਦੀ ਹੈ। ਉਹ ਹਰ ਇੱਕ ਵਸਤੂ ਮਾਇਆ ਸਵਰੂਪ ਹੈ। ਵੇਖੋ ਸਤਿਗੁਰਾਂ ਦੇ ਪਾਵਨ ਸਥਾਨ ਤੇ ਚੱਲ ਕੇ ਆਉਣ ਦਾ ਯਤਨ ਕਰਦੇ ਆ, ਰਾਤ ਨੂੰ ਸੋਚ ਕੇ, ਇਸ ਰਾਤ ਨੂੰ ਇਸ ਤਰ੍ਹਾਂ ਮਨ ਅੰਦਰ ਵਿਚਾਰ ਬਣਾ ਕਰਕੇ ਬਿਰਾਜ ਜਾਂਦੇ ਆ ਕਿ ਸਵੇਰੇ ਅੰਮ੍ਰਿਤ ਵੇਲੇ ਉੱਠੀਏ ਤੇ ਜਾ ਕੇ ਸਤਿਗੁਰਾਂ ਦਾ ਦੀਦਾਰ ਕਰੀਏ, ਦਰਸ਼ਨ ਕਰੀਏ, ਤੇ ਨਾਲ ਹੀ ਫੋਨ ਤੇ ਫਿਰ ਰਾਤੀ ਮੈਸੇਜ ਆਣੇ ਸ਼ੁਰੂ ਹੋ ਜਾਂਦੇ ਹਨ। ਤੇ ਉਹਨਾਂ ਮੈਸੇਜਾਂ ਨੂੰ ਵੇਖਦਿਆਂ ਵੀਡੀਓਜ਼ ਨੂੰ ਵੇਖਦਿਆਂ ਪਤਾ ਨਹੀਂ ਲੱਗਦਾ ਏ ਕਦੋਂ 1 ਵਜ ਗਿਆ, ਕਦੋਂ 2 ਵਜ ਗਿਆ। ਫਿਰ ਤਾਂ ਅੰਮ੍ਰਿਤ ਵੇਲਾ ਰਹਿੰਦਾ ਹੀ ਕੋਈ ਨਹੀਂ, ਸਾਂਭਿਆ ਹੀ ਕੋਈ ਨਹੀਂ ਜਾਂਦਾ ਹੈ। ਇਹ ਤਾਂ ਗੱਲ ਇਸ ਪ੍ਰਕਾਰ ਹੋ ਗਈ, ਚਾਲੇ ਥੇ ਹਰ ਮਿਲਨ ਕੋ ਵਿੱਚੇ ਅਟਕੇ ਹੋ ਚੀਜ਼, ਮਾਇਆ ਨੇ ਵਿੱਚੇ ਹੀ ਰੋਕ ਲਿਆ। ਸੋਚਿਆ ਕੀ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਜਾਵਾਂਗੇ, ਤੇ ਵਿੱਚੇ ਹੀ ਮਾਇਆ ਨੇ ਘੇਰ ਲਿਆ, ਵਿੱਚੇ ਹੀ ਮਾਇਆ ਨੇ ਆਪਣਾ ਪਰਛਾਵਾ ਹੀ ਪਾ ਦਿੱਤਾ ਏ, ਤੇ ਜਿਸ ਕਰਕੇ ਅੰਮ੍ਰਿਤ ਵੇਲਾ ਸਾਂਭ ਜੇ ਨਹੀਂ ਸਕੇ।
ਇਹ ਸੰਸਾਰ ਦੀ ਜਿਹੜੇ ਸਾਰੀ ਮਾਇਆ ਹੈ ਇਹ ਬਿਖ ਰੂਪ ਹੈ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਜ਼ਹਿਰ ਦੇ ਨਿਆਈ ਹੈ। ਜਦੋਂ ਵਿਅਕਤੀ ਪ੍ਰਥਕ ਤੌਰ ਤੇ ਜ਼ਹਿਰ ਖਾ ਲਵੇ ਨਾ, ਜ਼ਹਿਰ ਜਦੋਂ ਸਰੀਰ ਤੇ ਚੜ੍ਹਦੀ ਹੈ ਵਿਅਕਤੀ ਦੀ ਮੌਤ ਹੋ ਜਾਂਦੀ ਇੱਕੋ ਵਾਰ 'ਚ। ਮਾਇਆ ਦੀ ਜ਼ਹਿਰ ਐਸੀ ਹੈ ਜਿਹੜੀ ਸਾਨੂੰ ਨਿੱਤਾ ਪ੍ਰਤੀ ਮਾਰ ਰਹੀ ਹੈ। ਅਸੀਂ ਰੋਜ਼ ਮਰ ਰਹੇ ਹਾਂ, ਨਿਤ ਨਵੀਂ ਮੌਤ ਸਾਨੂੰ ਪ੍ਰਾਪਤ ਹੋ ਰਹੀ, ਕਿਉਂਕਿ ਬਿਖ ਰੂਪੀ ਮਾਇਆ ਨਾਲ ਮੋਹ ਲਾਏ, ਬਿਖ ਰੂਪੀ ਮਾਇਆ ਦਾ ਗ੍ਰਹਿਣ ਆਪਾਂ ਨਿੱਤਾ ਪ੍ਰਤੀ ਕਰਦੇ ਜਾ ਰਹੇ ਹਾਂ। ਬਿਖ ਰੂਪ ਹੈ ਮਾਇਆ। ਸੰਸਾਰ ਸਾਨੂੰ ਆਕਰਸ਼ਿਤ ਲੱਗਦਾ ਹੈ, ਇਹ ਸੰਸਾਰ ਵੀ ਬਿਖ ਰੂਪ ਹੈ, ਮਾਇਆ ਰੂਪ ਹੈ। ਸੰਸਾਰ ਸਾਗਰ ਬਿਖੇ ਕੋ ਬਣਾ, ਗੌੜੀ ਰਾਗ ਅੰਦਰ ਹੀ ਸਤਿਗੁਰੂ ਫਰਮਾਨ ਕਰਦੇ ਨੇ, ਬਾਬਾ ਬਿਖ ਦੇਖਿਆ ਸੰਸਾਰ। ਸੰਸਾਰ ਜ਼ਹਿਰ ਰੂਪ ਹੈ, ਬਿਖ ਰੂਪ ਹੈ। ਬੜਾ ਆਕਰਸ਼ਿਤ ਲੱਗਦਾ ਹੈ, ਬੜਾ ਸੁੰਦਰ ਸਾਨੂੰ ਸੰਸਾਰ ਲੱਗਦਾ ਹੈ। ਵੇਖ ਵੇਖ ਕੇ ਮਨ ਬੜਾ ਲੁਭਾਇਮਾਨ ਹੁੰਦਾ ਹੈ ਸੰਸਾਰ ਵੱਲ, ਪਰ ਸਭ ਜ਼ਹਿਰ ਰੂਪ ਹੈ। ਸੰਸਾਰ ਸਾਗਰ ਇੱਕ ਆਕਰਸ਼ਿਤ ਵਸਤੂ ਤਾਂ ਹੈ, ਪਰ ਇੱਕ ਵਿਸ਼ੇ ਰੂਪ, ਇੱਕ ਜ਼ਹਿਰ ਰੂਪ ਹੈ। ਵੇਖੋ ਸਾਗਰ ਦੇ ਅੰਦਰ ਕਈ ਜੀਵ ਹੁੰਦੇ ਨੇ, 42 ਲੱਖ ਜੀ ਜਲ ਮੇ ਹੋਤੇ। ਅਨੇਕਾਂ ਪ੍ਰਕਾਰ ਦੀਆਂ ਪ੍ਰਜਾਤੀਆਂ ਮੱਛੀਆਂ ਦੀਆਂ ਸਮੁੰਦਰ ਅੰਦਰ ਲੱਭਦੀਆਂ ਨੇ। ਇਹਨਾਂ ਜੀਵਾਂ ਦੇ ਉੱਪਰ ਜਿਹੜੇ ਸਮੁੰਦਰ ਦੇ ਵਿਸ਼ੇਸ਼ੱਗ ਖੋਜ ਕਰਦੇ ਨਾ, ਉਹ ਕਹਿੰਦੇ ਨੇ ਕਿ ਮੱਛੀ ਜਿੰਨੇ ਸੁੰਦਰ ਰੰਗ ਦੀ ਹੋਵੇ, ਜਿੰਨੀ ਆਕਰਸ਼ਿਤ ਹੋਵੇ, ਜਿੰਨੇ ਭੜਕੀਲੇ ਰੰਗ ਦੀ ਹੋਵੇ, ਜਿੰਨੀ ਮਨ ਨੂੰ ਮੋਹਦੀ ਹੋਵੇ ਨਾ, ਉਨੀ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ। ਜਿੰਨਾ ਰੰਗ ਸੁੰਦਰ ਹੋਵੇ, ਜਿੰਨੀ ਦਿਖਣ ਨੂੰ ਸੁੰਦਰ ਹੋਵੇ ਨਾ, ਉਨਾ ਜ਼ਿਆਦਾ ਜ਼ਹਿਰ ਮੱਛੀ ਦੇ ਸਰੀਰ ਅੰਦਰ ਹੁੰਦਾ ਹੈ। ਸੰਸਾਰ ਵੀ ਐਸਾ ਹੈ, ਜਿੰਨਾ ਸਾਨੂੰ ਆਕਰਸ਼ਿਤ ਲੱਗ ਰਿਹਾ ਹੈ, ਜਿੰਨਾ ਸਾਨੂੰ ਸੁੰਦਰ ਲੱਗ ਰਿਹਾ ਹੈ ਨਾ, ਸਾਧ ਸੰਗਤ ਜੀ ਉਹਨਾਂ ਹੀ ਬਿਖ ਰੂਪ ਹੈ, ਜ਼ਹਿਰ ਰੂਪ ਹੈ। ਨਿਤ ਪ੍ਰਤੀ ਇਸ ਆਕਰਸ਼ਿਤ ਸੰਸਾਰ ਨੂੰ, ਸੰਸਾਰ ਦੇ ਸੁੱਖਾਂ ਨੂੰ ਭੋਗ ਰਹੇ ਹਾਂ, ਜਿਹਦੇ ਕਰਕੇ ਤਨ ਮਨ ਅੰਦਰ ਜ਼ਹਿਰ ਚੜ੍ਹਦੀ ਜਾ ਰਹੀ ਹੈ। ਬੜਾ ਮਨ ਨੂੰ ਸੱਚਾ ਲੱਗਦਾ ਹੈ ਸੰਸਾਰ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ, ਕਵੀਆਂ ਦੇ ਸਿਰਮੌਰ, ਗੁਰੂ ਪੰਥ ਨੂੰ ਜਿਨ੍ਹਾਂ ਨੇ ਬਹੁਤ ਵੱਡੀ ਦੇਣ ਦਿੱਤੀ ਹੈ। ਕਵੀ ਜੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਜਦੋਂ ਮੰਗਲ ਰਚਦੇ ਆ ਨਾ, ਮੰਗਲਾਂ ਅੰਦਰ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਮਨ ਵਿੱਚ ਸ਼ੰਕਾ ਜਿਹਾ ਆਉਂਦਾ ਕਿ ਮਨਾ, ਇਹ ਸਾਰੀ ਦੁਨੀਆ ਜਿਹੜੀ ਹੈ, ਲੋਕ ਕਹਿੰਦੇ ਝੂਠ ਦਾ ਪਸਾਰਾ ਏ, ਗੁਣੀ ਜਨ ਕਹਿੰਦੇ ਝੂਠ ਦਾ ਪਸਾਰਾ ਏ, ਗੁਰਬਾਣੀ ਵੀ ਕਹਿੰਦੀ ਹੈ ਝੂਠ ਦਾ ਪਸਾਰਾ ਏ। ਫਿਰ ਲੱਗਦਾ ਕਿਉਂ ਸੱਚਾ? ਕਿਉਂ ਆਕਰਸ਼ਿਤ ਲੱਗਦਾ ਹੈ? ਕਿਉਂ ਮਨ ਮੋਇਆ ਜਾਂਦਾ ਹੈ ਸੰਸਾਰ ਵੱਲੋਂ? ਸੱਚ ਕਿਉਂ ਪ੍ਰਤੀਤ ਹੁੰਦਾ ਹੈ? ਮਨ ਨੂੰ ਸਮਝਾਉਂਦੇ ਨੇ ਕਵੀ ਭਾਈ ਸੰਤੋਖ ਸਿੰਘ ਜੀ, ਹੇ ਮਨਾ, ਇਹ ਮੇਰੇ ਮੂਰਖ ਮਨਾ, ਸਭ ਝੂਠ ਦਾ ਪਸਾਰਾ ਹੈ, ਸਭ ਮਿਥਿਆ ਰੂਪ ਹੈ, ਕੂੜ ਹੈ ਰੇ ਕੂੜ, ਮਨ ਮੂੜ ਲਗ ਨਾਮ ਰੂੜ। ਤੇ ਕਿਉਂ ਸੱਚਾ ਲੱਗਦਾ ਹੈ? ਸਾਚੇ ਕੇ ਬਨਾਇਓ ਤਾਤੇ ਸਾਚੇ ਸੋ ਲਗਤ ਹੈ। ਸੱਚੇ ਵਾਹਿਗੁਰੂ ਨੇ ਬਣਾਇਆ, ਬਣਾਉਣ ਵਾਲਾ ਤਾਂ ਸੱਚਾ ਹੈ ਨਾ। ਜਿਸ ਕਾਦਰ ਨੇ ਕੁਦਰਤ ਬਣਾਈ ਹੈ, ਉਹ ਕਰਤਾ ਕਰਨਹਾਰ ਪਰਮੇਸ਼ਰ ਸੱਚਾ ਹੈ। ਇਸ ਕਰਕੇ ਦੁਨੀਆ ਵੀ ਜਿਹੜੀ ਨਾ ਸਾਨੂੰ ਸੱਚੀ ਭਾਸਦੀ ਹੈ, ਕਿਉਂਕਿ ਬਣਾਉਣ ਵਾਲਾ ਸੱਚਾ ਹੈ। ਤਿੰਨੇ ਕਾਲਾ ਵੀ ਜਿਹੜਾ ਨਵੀਨ ਸੱਚ ਰੂਪ ਰਹਿਣ ਵਾਲਾ, ਸੱਚ ਪਰਮੇਸ਼ਰ ਨਿਤ ਨਵਾ, ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾ। ਜਿਹੜਾ ਹਰ ਹਮੇਸ਼ ਸੱਚ ਸਰੂਪ ਰਹਿਣ ਵਾਲਾ ਪਰਮੇਸ਼ਰ ਹੈ ਨਾ, ਉਹ ਸੱਚੇ ਨੇ ਦੁਨੀਆ ਬਣਾਈ ਹੈ, ਬਣਾਉਣ ਵਾਲਾ ਸੱਚਾ ਹੈ। ਇਸ ਕਰਕੇ ਪੁਰਖਾਂ ਤੈਨੂੰ ਦੁਨੀਆ ਵੀ ਸੱਚੀ ਲੱਗ ਰਹੀ ਹੈ, ਪਰ ਹੈ ਦੁਨੀਆ ਜਿਹੜੀ ਹੈ ਮਿਥਿਆ ਰੂਪ ਹੈ, ਬਿਖ ਰੂਪ ਇਹ ਸੰਸਾਰ ਹੈ। ਜਿੰਨੇ ਸੰਸਾਰ ਦੇ ਪਦਾਰਥ ਨੇ ਉਹ ਜ਼ਹਿਰ ਰੂਪ ਨੇ। ਕਿਹੜੇ ਕਿਹੜੇ? ਇੱਕ ਸੰਸਾਰ ਦੇ ਰਿਸ਼ਤੇ ਨਾਤੇ, ਸੰਸਾਰਕ ਪਦਾਰਥ ਨੇ ਜਿਨ੍ਹਾਂ ਦਾ ਭੋਗ ਆਪਾਂ ਸਰੀਰ ਦੁਆਰਾ, ਪੰਜੇ ਗਿਆਨ ਇੰਦਰੀਏ ਤੇ ਪੰਜੇ ਕਰਮ ਇੰਦਰੀਆਂ ਦੁਆਰਾ ਕਰਦੇ ਜਾ ਰਹੇ ਹਾਂ। ਦੁਨੀਆ ਦੇ ਅੰਦਰ ਲੋਕ ਆਪਣੇ ਇਸਤਰੀ ਦੇ ਮੋਹ ਅੰਦਰ ਇੰਨੇ ਫਸ ਜਾਂਦੇ ਨੇ ਕਿ ਗੁਰੂ ਕੀ ਸਤਸੰਗਤ ਹੀ ਵਿਸਾਰ ਦਿੰਦੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੱਖ ਦੀ ਆਪਾਂ ਸਾਖੀ ਸੁਣੀ ਹੈ, ਵਿਆਹ ਹੋਣ ਤੋਂ ਬਾਅਦ ਸਤਸੰਗਤ ਹੀ ਤਿਆਗ ਦਿੱਤੀ ਹੈ, ਕਿਉਂਕਿ ਮੋਹ ਲੱਗ ਗਿਆ ਸੀ ਨਾ ਇਸਤਰੀ ਦਾ। ਤੇ ਫਿਰ ਗੁਰੂ ਸਾਹਿਬ ਮਹਾਰਾਜ ਨੇ ਪਰਥਕ ਹੀ ਦਿਖਾ ਦਿੱਤਾ ਹੈ, ਦਸਮ ਦਵਾਰ ਵਿਸ਼ਵਾਸ ਟਿਕਾ ਦਿੱਤੇ। ਸਾਰੇ ਸਮਝਣ ਲੱਗੇ ਮਰ ਗਿਆ ਏ। ਇਸਤਰੀ ਨੇ ਵੀ ਰੌਲਾ ਨਹੀਂ ਪਾਇਆ, ਕਹਿਣ ਲੱਗੀ, ਸੋਚਣ ਲੱਗੀ ਕਿ ਭਾਈ ਸਵੇਰ ਉੱਠ ਕੇ ਰੌਲਾ ਪਾਵਾਂਗੇ, ਜੇ ਹੁਣੀ ਪਾ ਦਿੱਤਾ ਹੁਣ ਤੋਂ ਰੋਣਾ ਸ਼ੁਰੂ ਕਰਨਾ ਪੈਣਾ, ਤੇ ਫਿਰ ਦੁਪਹਿਰ ਤੱਕ ਖਾਣ ਨੂੰ ਕੁਛ ਨਹੀਂ ਮਿਲਣਾ। ਰਾਤ ਨੂੰ ਚੌਲ ਬਣਾ ਲਏ ਐ, ਅੱਧੇ ਚੌਲ ਖਾ ਕੇ ਅੱਧੇ ਰੱਖ ਲਏ ਕਿ ਲੁੱਕ ਕੇ ਜਦੋਂ ਸਵੇਰ ਹੋ ਜਾਏਗੀ ਉਦੋਂ ਖਾ ਲਾਂਗੀ।
ਦਸਮ ਦੁਆਰ ਵਿੱਚ ਸ਼ਵਾਸ ਟਿੱਕੇ ਸੀ, ਸਭ ਕੁਝ ਵੇਖ ਰਿਹਾ ਸੀ, ਮਰਿਆ ਨਹੀਂ ਸੀ। ਸ਼ਵਾਸ ਦਸਮ ਵਿੱਚ ਟਿੱਕੇ ਹੋਏ ਸੀ, ਸਭ ਕੁਝ ਵੇਖ ਲਏ। ਜੋ ਅਰਥੀ ਚੁੱਕ ਕੇ ਲੈ ਜਾਣ ਲੱਗੇ, ਮਹਾਰਾਜ ਸਾਹਿਬ ਨੇ ਰੋਕ ਲਈ, ਸ਼ਵਾਸ ਖਿੱਚ ਕੇ ਸਰੀਰ ਵਿੱਚ ਲਿਆਂਦੇ। ਸਤਿਗੁਰਾਂ ਦੇ ਚਰਨੀ ਢਹਿ ਪਿਆ। ਸਤਿਗੁਰਾਂ ਨੇ ਕਿਹਾ, ਵੇਖ ਪੁਰਖਾ, ਜਿਹੜਾ ਮੋਹ ਲਾਇਆ ਸੀ ਨਾ, ਕਿੰਨੇ ਚਿਰ ਰਿਹਾ। ਜਿਸ ਦਾ ਤੂੰ ਮੋਹ ਲਾਇਆ ਸੀ ਨਾ, ਤੇਰੇ ਮਰੇ ਬਾਅਦ ਚੌਲ ਬਣਾ ਕੇ ਖਾਂਦੀ ਪਈ ਹੈ। ਤੇ ਇਸਤਰੀ ਦਾ ਮੋਹ ਐਸਾ ਹੁੰਦਾ ਹੈ, ਵਿਦਵਾਨ ਸੱਜਣ ਲਿਖਦੇ ਨੇ, ਵੇਖੋ ਸੱਪ ਜਦੋਂ ਡੰਗ ਮਾਰਦਾ ਹੈ ਨਾ, ਫੇਰ ਜ਼ਹਿਰ ਚੜਦੀ। ਇਹ ਤਨ ਵੇਖ ਕਾਢੇ ਚੜੇ, ਜਦੋਂ ਸੱਪ ਡੰਗ ਮਾਰਦਾ ਫੇਰ ਜ਼ਹਿਰ ਚੜਦਾ ਹੈ। ਪਰ ਇਸਤਰੀ ਦਾ ਮੋਹ ਐਸਾ ਹੁੰਦਾ ਹੈ, ਇਹ ਚਿਤਵਤ ਚੜ ਜਾਏ। ਕਹਿੰਦੇ ਚੇਤੇ ਕਰਦਿਆਂ ਸਾਰੀ ਮਨ ਤੇ ਜ਼ਹਿਰ ਚੜ ਜਾਂਦੀ ਹੈ। ਸਪਰਸ਼ ਕਰਨ ਦੀ, ਕੋਲ ਜਾਣ ਦੀ ਕੋਈ ਲੋੜ ਨਹੀਂ, ਮਨ ਅੰਦਰ ਚੇਤੇ ਕਰ ਲੋ, ਜ਼ਹਿਰ ਚੜ ਜਾਂਦੀ ਹੈ। ਤੇ ਸੱਪ ਦਾ ਜ਼ਹਿਰ ਵਿਅਕਤੀ ਨੂੰ ਮੌਤ ਦਿੰਦਾ, ਤੇ ਇਸਤਰੀ ਦਾ ਮੋਹ ਰੂਪੀ ਜ਼ਹਿਰ ਜਿਹੜਾ ਨਾ, ਗਿਆਨ ਧਿਆਨ ਪੁਨ ਪ੍ਰਾਣ ਹੂੰ ਮੂਲ ਜੂਤ ਲਿਤ ਖਾਏ। ਕਹਿੰਦੇ ਨੇ ਪੁਰਖਾ ਵੇਖ, ਇੱਕ ਤਾਂ ਤੇਰੀ ਕੀਤੀ ਹੋਈ ਭਗਤੀ, ਤੇਰਾ ਗਿਆਨ ਧਿਆਨ ਸਿਮਰਨ ਸਭ ਨਾਸ਼ ਕਰ ਦਿੰਦੀ। ਜੇ ਤੇਰੇ ਚੇਤੇ ਵਿੱਚ ਵੀ ਆ ਜਾਵੇ, ਤੇਰੇ ਸਿਮਰਨ ਦੇ ਅੰਦਰ ਹੀ ਇਹਦੀ ਜ਼ਹਿਰ ਚੜ ਜਾਵੇ ਨਾ, ਗਿਆਨ ਧਿਆਨ ਕੀਤੀ ਭਗਤੀ ਸਭ ਕੁਝ ਨਾਸ਼ ਹੋ ਜਾਂਦੀ ਹੈ। ਇੰਨੇ ਦਿਨਾਂ ਤੱਕ, ਇੰਨੇ ਵਰਖਾਂ ਤੱਕ ਜਦੋਂ ਸੌਰਵ ਰਿਖੀ ਨੇ ਤਪ ਕੀਤਾ, ਪਰ ਰਾਜੇ ਦੀ ਰਾਜਕੁਮਾਰੀ ਜਦੋਂ ਵੇਖੀ ਨਾ, ਮਨ ਮੋਹਿਤ ਹੋ ਗਿਆ, ਤਪ ਦੁਆਰਾ ਜਵਾਨ ਹੋ ਗਿਆ, ਤੇ ਰਾਜੇ ਦੇ 100 ਰਾਜਕੁਮਾਰੀਆਂ ਨਾਲ ਵਿਆਹ ਕਰ ਲਿਆ। ਐਸੀ ਸੰਸਾਰ ਦੀ ਮਾਇਆ ਹੁੰਦੀ ਹੈ। ਐਸਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਜ਼ਹਿਰ ਹੁੰਦਾ, ਜਿਹੜਾ ਇੱਕ ਵਾਰੀ ਚੜ ਜਾਵੇ ਫਿਰ ਉਤਰਿਆ ਛੇਤੀ ਉਤਰਦਾ ਨਹੀਂ ਹੈ। ਇਹ ਤਾਂ ਗੁਰੂ ਹੀ ਕਿਰਪਾ ਕਰੇ ਨਾ, ਫੇਰ ਹੀ ਇਹ ਜਿਹੜਾ ਜ਼ਹਿਰ ਹੈ ਨਾ ਉਤਰ ਸਕਦਾ ਹੈ ਸਾਡੇ ਮਨਾਂ ਦੇ ਅੰਦਰ। ਇਹ ਬਿਖ ਰੂਪ ਜ਼ਹਿਰ ਹੈ, ਜਿਹੜਾ ਕਾਹੂ ਕਾਜ ਨਾ ਆਵਤ। ਸਤਿਗੁਰੂ ਕਹਿੰਦੇ, ਪੁਰਖਾ ਤੇਰੇ ਕਿਸੇ ਕੰਮ ਨਹੀਂ ਆਉਣਾ, ਕਿਸੇ ਵੀ ਵਸਤੂ ਨੇ ਤੇਰੇ ਨਾਲ ਨਹੀਂ ਜਾਣਾ। ਕੇਵਲ ਤੇ ਕੇਵਲ ਇਸ ਵਿਖਿਆਂ ਨੇ, ਇਸ ਵਿਖਿਆਂ ਨੂੰ ਭੋਗਦਿਆਂ ਹੋਇਆਂ ਤੇਰੇ ਮਨ ਦੇ ਅੰਦਰ ਪਾਪ ਹੀ ਵੱਧੀ ਜਾ ਰਹੇ ਨੇ। ਵਿਖਿਆਂ ਨੂੰ ਭੋਗੀ ਜਾਵੇ, ਹੋਰ ਕਿਸੇ ਕੰਮ ਤਾਂ ਨਹੀਂ ਆਉਣੇ, ਸਗੋਂ ਤੇਰੇ ਪਾਪ ਕਰਮਾਂ ਨੂੰ ਇਹਨੇ ਵਧਾਉਂਦੇ ਜਾਣਾ ਹੈ, ਵਧਾਉਂਦੇ ਜਾਣਾ ਹੈ, ਤੇ ਜਨਮਾਂ ਜਨਮਾਂ ਤੱਕ ਇਸ ਪਾਪਾਂ ਦੇ ਭਾਰ ਨੂੰ ਤੂੰ ਢੋਂਦੇ ਜਾਣਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕੇਵਲ ਤੇ ਕੇਵਲ ਨਾਮ ਹੀ ਸਹਾਇਕ ਹੈ। ਨਾਮ ਜਪ, ਸੰਸਾਰ ਦਾ ਵਿਖ ਜਿਹੜਾ ਏ, ਸੰਸਾਰ ਦੀ ਮਾਇਆ ਜਿਹੜੀ ਤੇਰੇ ਕਿਸੇ ਕੰਮ ਨਹੀਂ ਆਉਂਦੀ। ਰਹਾਉ ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਅੱਗੇ ਫਰਮਾਨ ਕਰਦੇ, ਵਿਖੈ ਠਗੌਰੀ ਜਿਨ ਜਿਨ ਖਾਈ। ਹਜੂਰ ਫਰਮਾਨ ਕਰਦੇ ਹਨ ਕਿ ਵਿਖੈ ਠਗੌਰੀ, ਮਾਇਆ ਰੂਪ ਵਿਸ਼, ਮਾਇਆ ਰੂਪ ਠਗੌਰੀ ਕਹਿੰਦੇ ਨੇ ਠੱਗ ਬੂਟੀ ਨੂੰ। ਠੱਗ ਬੂਟੀ ਸੰਧੀ ਕਰੀਏ, ਠੱਗ ਪਲੱਸ ਬੂਟੀ। ਜਿਸ ਬੂਟੀ ਨੂੰ ਠੱਗ ਵਰਤਦੇ ਸਨ, ਚੋਰ ਵਰਤਦੇ ਸਨ। ਪੁਰਾਤਨ ਸਮਿਆਂ ਅੰਦਰ ਜਦੋਂ ਧਾੜਵੀ ਚੋਰ ਚੋਰੀਆਂ ਕਰਦੇ ਸਨ ਨਾ, ਰਾਹ ਜਾਣ ਵਾਲੇ ਮੁਸਾਫਿਰ ਨੂੰ ਇਹ ਜਿਹੜੀ ਬੂਟੀ ਹੁੰਦੀ ਨਾ ਨਸ਼ੇਲੀ, ਇਹ ਸੁੰਘਾ ਕਰਕੇ ਬੇਹੋਸ਼ ਕਰ ਦਿੰਦੇ ਸਨ ਤੇ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸਨ। ਤੇ ਹਜੂਰ ਫਰਮਾਨ ਕਰਦੇ ਨੇ, ਵਿਖੈ ਠਗੌਰੀ, ਇਹ ਵਿਸ਼ ਰੂਪੀ ਜਿਹੜੀ ਠਗੌਰੀ ਹੈ। ਵੇਖੋ ਅਸੀਂ ਸੰਸਾਰ ਵਿੱਚ ਮੁਸਾਫਰ ਬਣ ਕੇ ਆਏ ਹਾਂ, 4 ਦਿਨਾਂ ਵਾਸਤੇ ਸੰਸਾਰ ਵਿੱਚ ਆਏ ਹਾਂ, ਯਾਤਰਾ ਕਰਨ ਸੰਸਾਰ ਵਿੱਚ ਮੁਸਾਫਰ ਬਣ ਕੇ ਆਏ ਹਾਂ। ਤੇ ਸਾਨੂੰ ਉਸ ਮਾਇਆ ਰੂਪੀ ਚੋਰ ਨੇ ਇਸ ਜੀਵ ਰੂਪੀ ਮੁਸਾਫਿਰ ਨੂੰ ਵਿਸ਼ੇ ਵਿਕਾਰਾਂ ਦੀ ਠਗੌਰੀ ਜਿਹੜੀ ਹੈ ਨਾ, ਸੁੰਘਾ ਕਰਕੇ ਬੇਹੋਸ਼ ਕਰ ਦਿੱਤਾ, ਮੂਰਛਿਤ ਕਰ ਦਿੱਤਾ, ਤੇ ਸਾਡੇ ਸ਼ੁਭ ਗੁਣਾਂ ਨੂੰ ਲੁੱਟੀ ਜਾ ਰਹੇ ਨੇ। ਅੰਦਰਲਾ ਹਰ ਇੱਕ ਸ਼ੁਭ ਗੁਣ ਜਿਹੜਾ ਹੈ ਮਾਇਆ ਨਿਤਾ ਪ੍ਰਤੀ ਲੁੱਟ ਰਹੀ ਹੈ। ਸਾਧ ਸੰਗਤ ਜੀ, ਅਸੀਂ ਬੇਹੋਸ਼ ਹੋਏ ਪਏ ਹਾਂ ਅਗਿਆਨ ਦੀ ਮੁਰਛਾ ਵਿੱਚ। ਅਗਿਆਨਤਾ ਦੀ ਐਸੀ ਬੇਹੋਸ਼ੀ ਸਾਡੇ ਮਨਾਂ ਅੰਦਰ ਛਾਈ ਹੈ ਕਿ ਸਾਡਾ ਅੰਦਰਲਾ ਇੱਕ ਇੱਕ ਗੁਣ ਨਿਤਾ ਪ੍ਰਤੀ ਇਹ ਵਿਕਾਰ ਜਿਹੜੇ ਨੇ ਲੁੱਟ ਰਹੇ ਨੇ, ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਜਿਵੇਂ ਕਿਸੇ ਮੁਸਾਫਿਰ ਨੂੰ ਠੱਗ ਬੂਟੀ ਸੁੰਘਾ ਕਰਕੇ ਜਦੋਂ ਚੋਰ ਧਾੜਵੀ ਬੇਹੋਸ਼ ਕਰ ਦਿੰਦੇ ਨਾ, ਫਿਰ ਉਹਨੂੰ ਕੁਝ ਪਤਾ ਨਹੀਂ ਲੱਗਦਾ। ਸਰੀਰ ਦੇ ਗਹਿਣੇ ਚੁਰਾ ਲਓ, ਧਨ ਮਾਇਆ, ਉਹਦੇ ਵਸਤਰ ਵੀ ਚੁਰਾ ਲਓ, ਉਹਨੂੰ ਖਬਰ ਨਹੀਂ ਹੁੰਦੀ, ਸਰੀਰ ਦੀ ਸੁੱਧ ਨਹੀਂ ਰਹਿੰਦੀ ਹੈ। ਇਸ ਪ੍ਰਕਾਰ ਅਸੀਂ ਅਗਿਆਨਤਾ ਦੀ ਮੂਰਛਨਾ ਵਿੱਚ ਹਾਂ, ਅਗਿਆਨਤਾ ਦੀ ਬੇਹੋਸ਼ੀ ਸਾਨੂੰ ਛਾਈ ਹੈ, ਜਿਸ ਕਰਕੇ ਸਾਨੂੰ ਸਾਡੇ ਸਰੀਰ ਦੀ ਸੁੱਧੀ ਨਹੀਂ ਹੈ, ਮਨ ਦੀ ਸੁੱਧੀ ਨਹੀਂ ਹੈ। ਨਿਤਾ ਪ੍ਰਤੀ ਜਿਹੜੇ 5 ਚੋਰ ਨੇ ਨਾ, ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਜਿਹੜੇ ਸਾਡੇ ਮਨਾਂ ਅੰਦਰ ਸਣ ਪਾ ਕਰਕੇ ਨਿਤਾ ਪ੍ਰਤੀ ਚੋਰੀ ਕਰ ਰਹੇ। ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸਨ,
ਗੁਣਾ ਗਵਾਈ ਗੰਠੜੀ ਔਗੁਣ ਚੱਲੀ ਬੰਨ। ਗੁਣਾ ਨੂੰ ਤਿਆਗ ਕਰਕੇ ਔਗੁਣ ਬਣ ਕੇ ਆਪਣੇ ਨਾਲ ਲੈ ਕੇ ਜਾ ਰਹੀ ਜੀਵ ਰੂਪ ਇਸਤਰੀ। ਇਹ ਠੱਗ ਬੁੱਟੀ ਐਸਾ ਨੇ ਖਾ ਲਈ ਇਹ ਵਿਸ਼ੇ ਵਿਕਾਰਾਂ ਦੀ। ਅਗਿਆਨ ਐਸਾ ਸਾਡੇ ਮਨਾਂ ਅੰਦਰ ਛਾਇਆ ਨਾ ਕਿ ਜੀਵ ਆਪਣਾ ਜਿਹੜਾ ਅਸਲ ਸਰੂਪ ਹੈ ਸਾਖੀ ਬ੍ਰਹਮ ਚੇਤਨ ਉਹਨਾਂ ਨੂੰ ਭੁੱਲ ਹੀ ਚੁੱਕਿਆ, ਕਿਉਂਕਿ ਅਗਿਆਨ ਦੀ ਨਿੰਦਰਾ ਵਿੱਚ ਸੁੱਤਾ ਹੋਇਆ ਹੈ। ਇਸ ਕਰਕੇ ਜਾਣ ਨਹੀਂ ਪਾਉਂਦਾ, ਆਪਣੇ ਆਪ ਨੂੰ ਜੀਵ ਸਮਝਦਾ ਹੈ। ਸਰੀਰ, ਇੰਦਰੀਏ, ਮਨ, ਚਿੱਤ, ਅੰਤਸ਼ਕਰਨ ਨੂੰ ਆਪਣਾ ਅਸਲ ਰੂਪ ਜਾਣੀ ਬੈਠਦਾ। ਜਿੰਨਾ ਚਿਰ ਪੂਰਨ ਗੁਰੂ ਦਾ ਸਾਥ ਨਹੀਂ ਪ੍ਰਾਪਤ ਹੁੰਦਾ ਹੈ ਨਾ, ਇਹ ਵਿਸ਼ਿਆਂ ਦੀ ਮੂਰਛਨਾ ਤੋਂ ਜਾਗ ਨਹੀਂ ਪੈਂਦਾ ਏ। ਅਗਿਆਨਤਾ ਦੀ ਮੂਰਛਨਾ ਤੋਂ ਜਦੋਂ ਤੱਕ ਜਾਗ ਨਹੀਂ ਪੈਂਦਾ ਏ, ਉਹਨਾਂ ਚਿਰ ਆਪਣੇ ਅਸਲ ਸਰੂਪ ਸਾਖੀ ਬ੍ਰਹਮ ਚੇਤਨ ਨੂੰ ਜਾਣ ਨਹੀਂ ਸਕਦਾ ਏ। ਵਿਖੇ ਠਗੌਰੀ, ਵਿਸ਼ ਰੂਪੀ ਠਗੋਰੀ ਆਪਾਂ ਛਕੀ ਹੈ, ਖਾਈ ਹੋਈ ਹੈ, ਮਾਇਆ ਨੇ ਸਾਨੂੰ ਛਕਾਇਆ ਏ। ਇਸ ਕਰਕੇ ਹਜੂਰ ਫਰਮਾਨ ਕਰਦੇ, ਇੱਕ ਵਾਰੀ ਫੇਰ ਪੜ੍ਹਦੇ ਹੋ, ਵਿਖੇ ਠਗੌਰੀ ਜਿਨ ਜਿਨ ਖਾਈ। ਕਹਿੰਦੇ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਭਾਈ ਇਸ ਵਿਸ਼ੇ ਦੀ ਠਗੋਰੀ ਠੱਗ ਬੂਟੀ ਨੂੰ ਖਾਇਆ ਹੈ, ਤਾਕੀ ਤ੍ਰਿਸ਼ਨਾ ਕਬਹੂ ਨ ਜਾਈ। ਉਸ ਵਿਅਕਤੀ ਦੇ ਅੰਦਰਲੀ ਤ੍ਰਿਸ਼ਨਾ ਜਿਹੜੀ ਹੈ ਕਦੀ ਨਾਸ਼ ਨਹੀਂ ਹੁੰਦੀ ਹੈ। ਇੱਛਾ ਸ਼ਕਤੀ ਜਿਹਨੂੰ ਆਪਾਂ ਕਹਿੰਦੇ ਆ, ਸਾਡੇ ਮਨਾਂ ਦੇ ਅੰਦਰਲੀਆਂ ਜਿਹੜੀਆਂ ਇੱਛਾਵਾਂ ਨੇ ਨਾ, ਉਹ ਕਦੀ ਨਾਸ਼ ਨਹੀਂ ਹੁੰਦੀ। ਤ੍ਰਿਸ਼ਨਾ ਐਸੀ ਵਸਤੂ ਹੈ ਜਿਹਨੂੰ ਜਿੰਨਾ ਇੱਛਾਵਾਂ ਨੂੰ ਪੂਰੀਆਂ ਕਰੋ ਸਗੋਂ ਹੋਰ ਵੱਧਦੀਆਂ ਜਾਂਦੀਆਂ। 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋੜ ਗਵਾਵੇ। ਭਾਵੇਂ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੋਵੇ ਨਾ, ਫਿਰ ਵੀ ਮਨ ਨਹੀਂ ਤ੍ਰਿਪਤ ਹੁੰਦਾ ਏ, ਮਨ ਨਹੀਂ ਸਾਡਾ ਜੇ ਰਜਦਾ ਏ। ਤ੍ਰਿਸ਼ਨਾ ਦੀ ਅੱਗ ਸਾਡੇ ਮਨਾਂ ਅੰਦਰ ਐਸੀ ਲੱਗੀ ਹੈ। ਤ੍ਰਿਸ਼ਨਾ ਨੂੰ ਅੱਗ ਦਾ ਦਰਜਾ ਤਾਂ ਦਿੱਤਾ ਏ ਕਿਉਂਕਿ ਅੱਗ ਦੇ ਵਿੱਚ ਜਿੰਨੀਆਂ ਵਸਤੂਆਂ ਪਾਈ ਜਾਓ, ਅੱਗ ਉਹਨੂੰ ਸਾੜ ਕੇ ਸਵਾਹ ਕਰਦੀ। ਅੱਗ ਨਹੀਂ ਕਹਿੰਦੀ ਬਸ ਹੋ ਗਿਆ, ਅੱਗ ਨੇ ਤਾਂ ਜਿੰਨੀਆਂ ਵਸਤੂ ਪਾਓ ਸਾੜ ਕੇ ਸਵਾਹ ਕਰਨਾ ਹੀ ਆ। ਇਸੇ ਪ੍ਰਕਾਰ ਸਾਡੀਆਂ ਮਨ ਦੀਆਂ ਇੱਛਾਵਾਂ ਨੇ, ਜਿੰਨੀਆਂ ਪੂਰੀਆਂ ਕਰੋਗੇ ਸਗੋਂ ਹੋਰ ਜਾਗ ਪੈਂਦੀਆਂ ਨੇ। ਮਨ ਕਦੀ ਤ੍ਰਿਪਤ ਨਹੀਂ ਹੁੰਦਾ ਹੈ। ਇੱਕ ਮਨ ਦੀ ਹੁੰਦੀ ਹੈ ਇੱਛਾ, ਜਿਹਨੂੰ ਇੱਛਾ ਕਹਿੰਦੇ, ਇੱਕ ਹੁੰਦੀ ਆਵਸ਼ਕਤਾ। ਦੋ ਪ੍ਰਕਾਰ ਦੇ ਇਹ ਇੱਛਾ ਤੇ ਇੱਛਾ ਨੇ। ਇੱਛਾ ਉਹ ਤੇ ਆਵਸ਼ਕਤਾ ਉਹ, ਦੋ ਪ੍ਰਕਾਰ। ਜਿਵੇਂ ਸਾਡੇ ਸਰੀਰ ਨੂੰ ਢੱਕਣ ਵਾਸਤੇ ਵਸਤਰ ਚਾਹੀਦੇ, ਇਹ ਸਾਡੇ ਸਰੀਰ ਦੀ ਆਵਸ਼ਕਤਾ ਹੋ ਗਈ ਹੈ। ਮਨ ਕਹਿੰਦਾ ਨਹੀਂ, ਕੇਵਲ ਵਸਤਰ ਨਹੀਂ, ਵਧੀਆ ਕੱਪੜੇ ਚਾਹੀਦੇ ਆ, ਬ੍ਰਾਂਡਡ ਕੱਪੜੇ ਪਾਉਣੇ। ਮੈਂ ਚੋਲਾ ਵੀ ਪਾਇਆ ਨਾ, ਵਧੀਆ ਮਹਿੰਗਾ ਕੱਪੜੇ ਦਾ ਚੋਲਾ ਬਣਾ ਕੇ ਸਵਾ ਕੇ ਪਾਉਣਾ ਹੈ। ਇਹ ਹੋ ਗਈ ਹੈ ਇੱਛਾ, ਇਹ ਹੋ ਗਈ ਹੈ ਤ੍ਰਿਸ਼ਨਾ, ਮਨ ਦੇ ਅੰਦਰ ਦੀ ਇੱਛਾ। ਸਰੀਰ ਦੀ ਲੋੜ ਕੀ ਹੈ? ਤਨ ਢੱਕਣਾ, ਵਸਤਰ ਪਾਉਣੇ ਕੇਵਲ। ਸਰੀਰ ਦੀ ਆਵਸ਼ਕਤਾ ਉੱਥੇ ਪੂਰੀ ਹੋ ਗਈ, ਲੇਕਿਨ ਮਨ ਕਹਿੰਦਾ ਨਹੀਂ, ਵਧੀਆ ਕੱਪੜੇ ਚਾਹੀਦੇ, ਬ੍ਰਾਂਡਡ ਕੱਪੜੇ ਚਾਹੀਦੇ ਆ। ਇਹ ਮਨ ਦੀ ਇੱਛਾ ਹੈ, ਮਨ ਦੀ ਇੱਛਾ ਹੈ, ਮਨ ਦੀ ਤ੍ਰਿਸ਼ਨਾ ਹੈ। ਸਰੀਰ ਦੀ ਆਵਸ਼ਕਤਾ ਹੈ, ਭੁੱਖ ਲੱਗਦੀ ਹੈ, ਕਿਉਂਕਿ ਸਰੀਰ ਵਿੱਚ ਤਾਕਤ ਵਾਸਤੇ, એનર્ਜੀ ਵਾਸਤੇ ਵਿਅਕਤੀ ਪ੍ਰਸ਼ਾਦਾ ਛਕਦਾ ਹੈ। ਇਹ ਸਰੀਰ ਦੀ ਆਵਸ਼ਕਤਾ ਹੋ ਗਈ ਹੈ। ਮਨ ਕਹਿੰਦਾ ਨਹੀਂ, 56 ਭੋਗ ਚਾਹੀਦੇ। ਮਨ ਕਹਿੰਦਾ ਨਹੀਂ, ਰੁੱਖੀ ਰੋਟੀ ਨਹੀਂ ਖਾਣੀ ਆ। ਮਨ ਕਹਿੰਦਾ ਮੈਂ ਤਾਂ ਪਕਵਾਨ ਖਾਣੇ ਆ, ਜਲੇਬ, ਮਿਠਾਈਆਂ ਆਦਿਕ ਖਾਣੀਆਂ, ਪੂੜੀਆਂ ਖਾਣੀਆਂ। ਇਹ ਹੋ ਗਈ ਅੰਦਰਲੀ ਤ੍ਰਿਸ਼ਨਾ। ਤ੍ਰਿਸ਼ਨਾ ਤੇ ਇਹ ਆਵਸ਼ਕਤਾ, ਇਹ ਇੱਛਾ ਤੇ ਆਵਸ਼ਕਤਾ ਦਾ ਫਰਕ ਹੈ। ਜਿੰਨਾ ਚਿਰ ਵਿਅਕਤੀ ਜਿਹੜਾ ਬਚਪਨ ਦੀ ਅਵਸਥਾ ਵਿੱਚ ਹੁੰਦਾ ਹੈ ਨਾ, ਉਹਦੇ ਅੰਦਰ ਆਵਸ਼ਕਤਾ ਹੁੰਦੀ ਹੈ। ਮਾਤਾ ਪਿਤਾ ਸਰੀਰ ਦੀ ਹਰ ਇੱਕ ਆਵਸ਼ਕਤਾ ਪੂਰੀਆਂ ਕਰਦੇ ਨੇ। ਜਿਵੇਂ ਜਿਵੇਂ ਸਰੀਰ ਵੱਧਦਾ ਹੈ ਨਾ, ਮਨ ਦੇ ਅੰਦਰ ਇੱਛਾਵਾਂ ਵੱਧਦੀਆਂ ਨੇ, ਤ੍ਰਿਸ਼ਨਾਵਾਂ ਵੱਧਦੀਆਂ ਨੇ। ਇਹ ਤ੍ਰਿਸ਼ਨਾ ਫਿਰ ਕਦੀ ਮਨ ਦੀ ਪੂਰੀ ਨਹੀਂ ਹੁੰਦੀ ਹੈ। ਜਿੰਨਾ ਮਰਜ਼ੀ ਕੋਸ਼ਿਸ਼ ਕਰੀ ਜਾਵੇ ਨਾ, ਤ੍ਰਿਸ਼ਨਾ ਸਾਡੇ ਮਨ ਦੀਆਂ ਵੱਧਦੀਆਂ ਰਹਿੰਦੀਆਂ, ਵੱਧਦੀਆਂ ਹੀ ਰਹਿੰਦੀਆਂ। ਕਈਆਂ ਨੂੰ ਖਾਣ ਪੀਣ ਦੇ ਵੇਖੋ, ਹੁਣ ਜੇਵਾ ਦਾ ਸਵਾਦ ਲੱਗਾ ਹੁੰਦਾ ਹੈ, ਜੇਵਾ ਦੇ ਸਵਾਦ ਵਿੱਚ ਇੰਨੇ ਮਦਹੋਸ਼ ਹੋ ਜਾਂਦੇ ਨੇ, ਨਿਤ ਨਵੇਂ ਪਦਾਰਥ ਛਕੀ ਜਾਂਦੇ ਆ, ਨਿਤ ਨਵੇਂ ਪਦਾਰਥਾਂ ਦੀ ਇੱਛਾ ਜਾਗ ਪੈਂਦੀ ਹੈ। ਦਾਲ ਸਬਜ਼ੀ ਰੋਟੀ ਖਾਧੀ ਨਹੀਂ ਜਾਂਦੀ ਹੈ, ਨਿਤ ਨਵੇਂ ਪਦਾਰਥ ਚਾਹੀਦੇ ਆ, ਕਿਉਂਕਿ ਮਨ ਦੀ ਤ੍ਰਿਸ਼ਨਾ ਹੈ ਨਾ। ਮਨ ਨੂੰ ਆਵਸ਼ਕਤਾ, ਸਰੀਰ ਦੀ ਆਵਸ਼ਕਤਾ ਪੂਰੀ ਨਹੀਂ ਕਰਨੀ, ਆਪਣੀ ਇੱਛਾ ਪੂਰੀ ਕਰਨੀ, ਆਪਣੀ ਤ੍ਰਿਸ਼ਨਾ ਪੂਰੀ ਕਰਨੀ। ਸੰਸਾਰ ਅੰਦਰ ਪਸ਼ੂ ਤੇ ਮਨੁੱਖ ਦੇ ਜੀਵਨ ਵਿੱਚ ਇੱਕ ਬਹੁਤ ਵੱਡਾ ਫਰਕ ਵੇਖਣ ਨੂੰ ਮਿਲਿਆ ਹੈ।
ਪਸ਼ੂ ਜਿਹੜੇ ਨਾ ਮਨੁੱਖ ਨਾਲੋਂ ਬਹੁਤ ਸੁਖੀ ਰਹਿੰਦੇ ਨੇ। ਪਸ਼ੂਆਂ ਦਾ ਜੀਵਨ ਬਹੁਤ ਸੁਖੀ ਹੁੰਦਾ ਹੈ। ਅੱਜ ਕੱਲ੍ਹ ਆਪਾਂ ਦੇਖਣੇ ਆ ਨਾ, ਸੰਸਾਰ ਵਿੱਚ ਮਨੁੱਖ ਦੇ ਸਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ ਨੇ, ਜਿਸ ਵਾਸਤੇ ਥਾਵੇਂ ਪਰ ਥਾਵੇਂ ਤੁਹਾਨੂੰ ਕਈ ਹਸਪਤਾਲ ਮਿਲਣਗੇ, ਕਲੀਨਿਕ ਮਿਲਣਗੇ, ਹਸਪੀਟਲ ਮਿਲਣਗੇ। ਜਿੱਥੇ ਮਰਜ਼ੀ ਜਾਓ ਤੁਹਾਨੂੰ ਹਸਪੀਟਲ ਮਿਲ ਜਾਣਗੇ, ਕਲੀਨਿਕ ਮਿਲ ਜਾਣਗੇ। ਲੇਕਿਨ ਉਸੇ ਗਿਣਤੀ ਵਿੱਚ ਜੇ ਪਸ਼ੂਆਂ ਦੇ ਹਸਪਤਾਲ ਵੇਖਿਓ ਨਾ, ਕਿੰਨੇ ਕੁ ਹੋਣਗੇ? ਬਹੁਤ ਥੋੜੇ। ਪਹਿਲਾਂ ਤਾਂ ਹੁੰਦੇ ਵੀ ਨਹੀਂ ਸੀ, ਅੱਜ ਕੱਲ੍ਹ ਹੀ ਹਸਪਤਾਲ ਪਸ਼ੂਆਂ ਦੇ ਬਣਨ ਲੱਗੇ ਨੇ। ਤੇ ਉਹਦਾ ਕਾਰਨ ਇੱਕੋ ਇੱਕ ਹੈ, ਪਸ਼ੂਆਂ ਦਾ ਭੋਜਨ ਤੇ ਸਾਡੇ ਭੋਜਨ ਅੰਦਰ ਅਸੀਂ ਅੰਤਰ ਵੇਖੀਏ। ਅੱਜ ਤੋਂ 10,000 ਸਾਲ ਪਹਿਲਾਂ ਪਸ਼ੂ ਜੋ ਖਾਂਦੇ ਸਨ ਨਾ, ਅੱਜ ਵੀ ਉਹੀ ਭੋਜਨ ਛਕਦੇ ਨੇ। ਪਸ਼ੂਆਂ ਦੇ ਭੋਜਨ ਅੰਦਰ ਕੋਈ ਤਬਦੀਲੀ ਨਹੀਂ ਹੈ। ਹਰਾ ਘਾਹ ਪੱਠਾ ਉਹੀ ਪਸ਼ੂ ਛਕਦੇ ਸਨ ਤੇ ਅੱਜ ਵੀ ਪਸ਼ੂਆਂ ਨੇ ਉਹੀ ਛਕਣਾ ਹੈ। ਪਰ ਜੇ ਮਨੁੱਖ ਦੇ ਭੋਜਨ ਅੰਦਰ ਦੇਖੀਏ ਨਾ, 10,000 ਸਾਲ ਦੀ ਕੀ ਗੱਲ, ਅੱਜ ਤੋਂ 50 ਸਾਲ ਪਹਿਲਾਂ ਜਾ 50 ਸਾਲ ਪਹਿਲੇ ਦਾ ਭੋਜਨ ਤੇ ਅੱਜ ਦਾ ਭੋਜਨ ਦੇਖੋ, ਕਿੰਨੀ ਤਬਦੀਲੀ ਸਾਡੇ ਭੋਜਨ ਵਿੱਚ ਆ ਗਈ। ਨਿਤ ਨਵੇਂ ਪਦਾਰਥ ਸਾਡੇ ਭੋਜਨ ਵਿੱਚ ਆ ਗਏ ਤੇ ਇਹ ਖਾਧਾ ਭੋਜਨ ਜਿਹੜਾ ਨਾ ਸਾਡੇ ਸਰੀਰ ਅੰਦਰ ਜਾ ਕੇ ਬਿਖ ਰੂਪ ਬਣਦਾ ਹੈ, ਜ਼ਹਿਰ ਬਣਦਾ ਹੈ। ਭੋਜਨ ਗਰਲ ਅਗਾਏ। ਇਹ ਪਦਾਰਥਾਂ ਦਾ ਜਿਹੜਾ ਸਵਾਦ ਸਾਡੇ ਮਨਾਂ ਨੂੰ ਲੱਗਿਆ ਹੋਏ ਨਾ, ਇਹ ਸਾਡੇ ਅੰਦਰ ਜਾ ਕੇ ਜ਼ਹਿਰ ਰੂਪ ਬਣਦਾ, ਜਿਹੜਾ ਸਾਡੇ ਸਰੀਰਾਂ ਨੂੰ ਨਿਤ ਨਵੇਂ ਰੋਗ ਪੈਦਾ ਕਰਦਾ ਹੈ ਸਰੀਰ ਅੰਦਰ। ਕਿਉਂਕਿ ਜਦੋਂ ਵੀ ਤੁਸੀਂ ਡਾਕਟਰ ਕੋਲ ਜਾਓਗੇ ਨਾ, ਉਹਨੇ ਇੱਕੋ ਗੱਲ ਕਹਿਣੀ, ਬਿਮਾਰੀ ਦੱਸ ਦੇਣੀ, ਸਾਰੇ ਦਾਰੂ ਵੀ ਦੇ ਦੇਣਾ, ਦਵਾਈਆਂ ਵੀ ਦੇ ਦੇਣੀਆਂ, ਪਰ ਇੱਕ ਗੱਲ ਉਹਨੇ ਕਹਿਣੀ ਕਿ ਪੁਰਖਾ ਪਰਹੇਜ਼ ਕਰਿਆ ਕਰੋ। ਹੁਣ ਪਰਹੇਜ਼ ਦਾ ਗੱਲ ਕੀ ਹੈ? ਭੋਜਨ ਵਿੱਚ ਸੰਜਮ ਰੱਖਿਆ ਕਰੋ। ਹੁਣ ਸਾਡੇ ਭੋਜਨ ਅੰਦਰ ਸੰਜਮ ਰਹਿੰਦਾ ਨਹੀਂ। ਅਸੀਂ ਨਿਤ ਨਵੇਂ ਪਦਾਰਥ ਛਕਦੇ ਹਾਂ ਕਿਉਂਕਿ ਮਨ ਨੂੰ ਸਵਾਦ ਲੱਗਿਆ ਹੈ, ਮਨ ਅੰਦਰ ਇੱਛਾ ਹੈ, ਤ੍ਰਿਸ਼ਨਾ ਜਾਗ ਪੈਂਦੀ ਕਿ ਭਈ ਆਹ ਨਹੀਂ ਆਹ ਖਾਈਏ। ਨਵੇਂ ਨਵੇਂ ਪਦਾਰਥ ਰੋਜ਼ ਚਾਹੀਦੇ ਆ, ਸੁੱਕੀ ਰੋਟੀ ਦਾਲ ਸਬਜ਼ੀ ਨਹੀਂ ਖਾਧੀ ਜਾਂਦੀ ਆ। ਇਹ ਮਨ ਦੀ ਸਾਡੀ ਇੱਛਾ ਹੈ, ਮਨ ਦੀ ਸਾਡੀ ਇੱਛਾ ਹੈ। ਅਸੀਂ ਸੁੱਖਾਂ ਦੇ ਪਿੱਛੇ, ਸਵਾਦਾਂ ਦੇ ਪਿੱਛੇ ਨਿਤ ਪ੍ਰਤੀ ਦੌੜਦੇ ਰਹਿੰਦੇ, ਦੌੜਦੇ। ਸਾਡੀ ਦੌੜ ਲੱਗੀ ਹੈ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ। ਧਨ ਆਦਿਕ ਦੀ ਤ੍ਰਿਸ਼ਨਾ ਸਾਡੇ ਮਨਾਂ ਅੰਦਰ ਲੱਗੀ ਹੈ। ਧਨ ਨੂੰ ਕਮਾਉਣ ਵਾਸਤੇ ਪੂਰਾ ਜੀਵਨ ਬਤੀਤ ਕਰ ਦਿੰਦੇ ਆ, ਧਨ ਕਮਾਉਂਦੇ ਰਹਿੰਦੇ, ਅੱਗੇ ਜਾ ਕੇ ਕੰਮ ਹੋਵੇਗਾ। ਪਰ ਪੁਰਖਾ ਅੱਗੇ ਤੂੰ ਰਹਿਣਾ ਕਿ ਨਹੀਂ, ਇਹ ਤੈਨੂੰ ਥੋੜੀ ਪਤਾ ਹੈ। ਕੱਲ ਦਾ ਸੂਰਜ ਦੇਖਣਾ ਕਿ ਨਹੀਂ ਦੇਖਣਾ, ਇਹ ਸਾਨੂੰ ਪਤਾ ਹੀ ਨਹੀਂ। ਫੇਰ ਵੀ ਆਪਾਂ ਕੱਲ ਵਾਸਤੇ ਮਾਇਆ ਜੋੜੀ ਜਾ ਰਹੇ। ਅੱਜ ਦੀ ਸਾਡੇ ਮਨ ਅੰਦਰ ਕੋਈ ਚਿੰਤਾ ਨਹੀਂ। ਵਰਤਮਾਨ ਵਿੱਚ ਵਿਅਕਤੀ ਬਹੁਤ ਘੱਟ ਜਿਉਂਦਾ ਹੈ। ਸੰਸਾਰ ਦੇ ਲੋਕ ਜਾਂ ਤਾਂ ਆਪਣੇ ਭੂਤ ਕਾਲ ਵਿੱਚ ਜਿਉਂਦੇ ਨੇ, ਜਾਂ ਭਵਿਸ਼ ਕਾਲ ਵਿੱਚ ਜਿਉਂਦੇ। ਜਿਹੜਾ ਵਰਤਮਾਨ ਵਿੱਚ ਜਿਉਂਦਾ ਨਾ, ਉਹੀ ਵਿਅਕਤੀ ਆਨੰਦਿਤ ਹੁੰਦਾ ਨਾ, ਸੁਖੀ ਹੁੰਦਾ ਹੈ। ਉਹਦੀ ਤ੍ਰਿਸ਼ਨਾ ਨਾਸ਼ ਹੋ ਜਾਂਦੀ, ਕਿਉਂਕਿ ਉਹਨੂੰ ਅੱਗੇ ਦੀ ਚਿੰਤਾ ਨਹੀਂ ਤੇ ਪਿੱਛੇ ਕੀ ਹੋਇਆ ਇਹਦੇ ਨਾਲ ਉਹਨੂੰ ਕੋਈ ਫਰਕ ਨਹੀਂ। ਵਰਤਮਾਨ ਵਿੱਚ ਉਹ ਵਿਅਕਤੀ ਜੀ ਰਿਹਾ ਹੈ ਸਤਸੰਗ। ਸੰਸਾਰ ਦੇ ਸੁੱਖਾਂ ਵਾਸਤੇ, ਸੰਸਾਰ ਦੀ ਮਾਇਆ ਵਾਸਤੇ, ਧਨ ਇਕੱਠਾ ਕਰਨ ਵਾਸਤੇ ਦੌੜ ਲੱਗੀ ਹੈ। ਅੱਜ ਕੱਲ੍ਹ ਵੇਖੋ ਕਿੰਨੀ ਦੌੜ ਲੱਗੀ ਹੈ ਲੋਕਾਂ ਦੇ ਵਿੱਚ। ਪਰ ਮਾਇਆ ਨੂੰ ਪ੍ਰਾਪਤ ਕਰਕੇ ਵੀ ਵਿਅਕਤੀ ਜਿਹੜਾ ਹੈ ਨਾ, ਸੁਖੀ ਨਹੀਂ, ਜੀਵਨ ਕਲੇਸ਼ਮਈ ਉਹਦਾ ਹੋ ਜਾਂਦਾ। ਅਰਥਾਨ ਅਰਜੇਨ ਕਲੇਸ਼ ਹੈ ਤਥੈਵ ਪਰਪਾਲਨੇਹ ਨਾਸ਼ੇ ਦੁੱਖੰ ਵਿਆਏ ਦੁੱਖੰ ਤਿਗ ਅਰਤਾਨ ਕਲੇਸ਼ ਕਰਨ। ਜੀਵਨ ਮੁਕਤੀ ਵਿਵੇਕ ਵਾਸ਼ਨਾ ਪ੍ਰਕਰਣ ਅੰਦਰ ਇਹ ਸ਼ਲੋਕ ਦਿੱਤਾ ਏ। ਉਦਾਣਾ ਸੱਜਣ ਕਹਿੰਦਾ ਏ ਕਿ ਜੇ ਮਾਇਆ ਇਕੱਠੀ ਕਰੋ ਫਿਰ ਵੀ ਦੁੱਖ ਹੈ। ਇਕੱਠੇ ਕਰਨ ਵਿੱਚ ਬੜਾ ਦੁੱਖ ਲੱਗਦਾ ਹੈ, ਬੜੀ ਮਿਹਨਤ ਮਸ਼ੱਕਤ ਲੱਗਦੀ ਹੈ। ਜੇ ਮਾਇਆ ਕੋਲ ਆ ਗਈ ਨਾ, ਤਥੈਵ ਪਰਪਾਲਨੇ, ਫਿਰ ਮਾਇਆ ਦੀ ਰੱਖਿਆ ਕਰਨਾ, ਉਹਦੇ ਵਿੱਚ ਵੀ ਬੜਾ ਦੁੱਖ ਲੱਗਦਾ ਹੈ। ਨਾਸ਼ੇ ਦੁੱਖੰ ਵਿਆਏ ਦੁੱਖੰ, ਜਦੋਂ ਮਾਇਆ ਨਾਸ਼ ਹੋ ਜਾਵੇ ਫਿਰ ਵੀ ਦੁੱਖ ਲੱਗਦਾ ਹੈ। ਕਈਆਂ ਦੀ ਤਾਂ ਮੌਤ ਹੋ ਜਾਂਦੀ ਹੈ ਜਦੋਂ ਬਹੁਤ ਵੱਡਾ ਨੁਕਸਾਨ ਹੋ ਜਾਏ। ਵਿਆਏ ਦੁੱਖੰ, ਜਦੋਂ ਮਾਇਆ ਖਰਚ ਹੁੰਦੀ ਹੈ ਨਾ, ਤੇ ਹੱਥੋਂ ਮਾਇਆ ਛੁੱਟਦੀ ਨਹੀਂ ਹੈ ਛੇਤੀ। ਮਨ ਕੰਜੂਸਪਣਾ ਧਾਰਨ ਕਰ ਲੈਂਦਾ ਹੈ। ਜਦੋਂ ਮਾਇਆ ਹੱਥੋਂ ਛੁੱਟਣ ਲੱਗਦੀ ਹੈ ਨਾ, ਖਰਚ ਹੋਣ ਲੱਗਦੀ, ਫਿਰ ਵੀ ਦੁੱਖ ਲੱਗਦਾ ਹੈ। ਇਸ ਕਰਕੇ ਉਦਾਣਾ ਸੱਜਣ ਕਹਿੰਦਾ ਧਿਗ ਅਰਥਾਨ ਕਲੇਸ਼ ਕਰਨੰ, ਕਹਿੰਦੇ ਤ੍ਰਿਕਾਰ ਹੈ ਐਸੀ ਮਾਇਆ ਤੇ ਜਿਹਨੂੰ ਇਕੱਠਿਆ ਕਰਨ ਵਿੱਚ ਵੀ ਦੁੱਖ ਹੈ, ਕੋਲ ਰੱਖਣ ਵਿੱਚ ਵੀ ਦੁੱਖ ਹੈ, ਦੂਰ ਜਾਵੇ ਫੇਰ ਵੀ ਦੁੱਖ ਹੈ, ਖਰਚ ਹੋ ਜਾਵੇ ਫੇਰ ਵੀ ਦੁੱਖ ਹੈ। ਕਹਿੰਦੇ ਤ੍ਰਿਕਾਰ ਹੈ ਐਸੀ ਮਾਇਆ ਤੇ। ਐਸੀ ਮਾਇਆ ਦਾ ਸੰਚਨ ਨਾ ਕਰੋ। ਵੇਖੋ ਕਾਰੂ ਰਾਜਾ ਜਿਹੜਾ ਸੀ ਨਾ, ਨਸੀਹਤਨਾਮੇ ਅੰਦਰ ਸਤਿਗੁਰੂ ਬਚਨ ਕਹਿੰਦੇ ਨੇ, 40 ਗੰਜ ਰਾਖੇ ਕਰ ਜੋੜ। ਸਤਿਗੁਰ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਵੇਖੋ 40 ਗੰਜ ਦੀ ਜਿਹੜੀ ਜ਼ਮੀਨ ਸੀ ਨਾ, ਮਾਇਆ ਸੀ ਨਾ, ਉਹ ਇਕੱਠੇ ਕਰ ਕਰਕੇ ਜੋੜ ਕੇ ਸਾਧ ਸੰਗਤ ਜੀ ਕਾਰੂ ਰਾਜੇ ਨੇ ਰੱਖੀ ਸੀ। ਈਮਾਨ ਵੀ ਗਮਾਇਆ, ਧਰਮ ਵੀ ਗਮਾਇਆ, ਲੋਕਾਂ ਨਾਲ ਠੱਗੀਆਂ ਮਾਰ ਕੇ ਜ਼ੁਲਮ ਕਰਕੇ ਮਾਇਆ ਇਕੱਠੀ ਕੀਤੀ ਸੀ।
ਪਰ ਜਦੋਂ ਅੰਤਲਾ ਸਮਾਂ ਆਇਆ ਨਾ, ਦੇਖੋ ਰੇ ਲੋਕੋ ਕਾਰੂ ਹੋਤਾ ਪਰੇਸ਼ਾਨ, ਇਹ ਸਤਿਗੁਰਾਂ ਬਚਨ ਲਿਖਿਆ ਕਿ ਇਹ ਦੇਖੋ ਲੁਕਿਆਈ, ਕਾਰੂ ਰਾਜਾ ਵੀ ਅੰਤ ਦੇ ਸਮੇਂ ਬੜਾ ਪਰੇਸ਼ਾਨ ਹੋਇਆ, ਮਾਇਆ ਨਾਲ ਨਹੀਂ ਲੈ ਕੇ ਜਾ ਸਕਿਆ। ਜਿਸ ਦੀ ਤ੍ਰਿਸ਼ਨਾ ਉਹਦੇ ਮਨ ਅੰਦਰ ਲੱਗੀ ਹੋਈ ਸੀ, ਜਿਸ ਮਾਇਆ ਨੂੰ ਇਕੱਠੇ ਕਰਨ ਵਾਸਤੇ, ਜਿਸ ਸੁੱਖਾਂ ਦੀ ਚੇਸ਼ਟਾ ਕਰਨ ਵਾਸਤੇ ਦੌੜਦਾ ਰਿਹਾ ਸੀ ਸੰਸਾਰ ਅੰਦਰ। ਅਸੀਂ ਸੁੱਖਾਂ ਦੇ ਪਿੱਛੇ ਦੌੜਦੇ ਹਾਂ, ਗੁਰੂ ਤੋਂ ਬੇਮੁਖਤਾਈ ਧਾਰਨ ਕਰ ਲੈਂਦੇ ਹਾਂ। ਸੂਰਜ ਜਦੋਂ ਚੜ੍ਹਦਾ ਹੈ ਨਾ ਆਕਾਸ਼ ਦੇ ਅੰਦਰ, ਸੂਰਜ ਜਦੋਂ ਪੂਰਬਲੀ ਦਿਸ਼ਾ ਵੱਲ ਉਗ ਪੈਂਦਾ, ਆਕਾਸ਼ ਤੇ ਚੜ੍ਹਦਾ ਏ, ਸੂਰਜ ਵੱਲ ਜਦੋਂ ਸਾਡਾ ਮੁਖ ਹੋਵੇ ਨਾ ਤੇ ਸਾਡਾ ਪਰਛਾਵਾ ਸਾਡੇ ਪਿੱਛੇ ਪੈਂਦਾ ਏ। ਜਦੋਂ ਆਪਾਂ ਸੂਰਜ ਵੱਲ ਮੁਖ ਕਰੀਏ ਸਾਡਾ ਪਰਛਾਵਾਂ ਪਿੱਛੇ ਪੈਂਦਾ ਏ, ਤੇ ਜਦੋਂ ਸੂਰਜ ਵੱਲ ਆਪਾਂ ਪਿੱਠ ਕਰੀਏ ਨਾ ਤੇ ਸਾਡਾ ਪਰਛਾਵਾ ਸਾਡੇ ਸਾਹਮਣੇ ਪੈਂਦਾ ਏ। ਅਸੀਂ ਜਿਵੇਂ ਜਿਵੇਂ ਚੱਲੀਏ ਨਾ ਪਰਛਾਵਾਂ ਸਾਡੇ ਅੱਗੇ ਅੱਗੇ ਚਲੀ ਜਾਂਦਾ ਏ, ਪਿੱਛੇ ਨਹੀਂ ਆਉਂਦਾ ਏ। ਪਰਛਾਵਾਂ ਅੱਗੇ ਅੱਗੇ ਤੇ ਮਨੁੱਖ ਪਿੱਛੇ ਪਿੱਛੇ ਦੌੜਦਾ ਏ। ਇਸੇ ਪ੍ਰਕਾਰ ਗੁਰੂ ਸੂਰਜ ਦੇ ਨਿਆਈ ਹੈ, ਜਿਹੜਾ ਸਾਰਿਆਂ ਤੇ ਚਾਨਣ ਪਾਉਣ ਵਾਲਾ। ਜਦੋਂ ਉਹਦੇ ਵੱਲ ਮੁੱਖ ਕਰ ਲਈਏ ਨਾ, ਗੁਰੂ ਤੋਂ ਸਨਮੁਖ ਹੋ ਜਾਈਏ ਨਾ ਸਾਧ ਸੰਗਤ ਜੀ, ਸੁਖ ਰੂਪੀ ਪਰਛਾਵਾ ਸਾਡੇ ਪਿੱਛੇ ਪੈਂਦਾ ਏ। ਸੁਖ ਰੂਪ ਪਰਛਾਵੇ ਦੇ ਪਿੱਛੇ ਪੜਨ ਦੀ ਲੋੜ ਨਹੀਂ ਪੈਂਦੀ ਏ। ਵਿਅਕਤੀ ਅੱਗੇ ਅੱਗੇ ਚੱਲਦਾ, ਸੁਖ ਉਹਦੇ ਮਗਰ ਮਗਰ ਦੌੜ ਕੇ ਆਉਂਦੇ ਨੇ। ਤੇ ਜੇ ਗੁਰੂ ਵੱਲ ਪਿੱਠ ਕਰ ਲਈਏ ਨਾ, ਗੁਰੂ ਵੱਲ ਮੁਖ ਨਾ ਕਰਦੇ, ਮਨਮੁਖਤਾਈ ਧਾਰਨ ਕਰ ਲਈਏ ਨਾ ਸਾਧ ਸੰਗਤ ਜੀ, ਪਰਛਾਵਾਂ ਸਾਡੇ ਅੱਗੇ ਨੇ ਜੋ ਸੁਖ ਰੂਪ ਨੇ। ਸੰਸਾਰ ਦੇ ਸੁਖ ਅੱਗੇ ਅੱਗੇ ਦੌੜਦੇ ਰਹਿੰਦੇ ਨੇ, ਮਨੁੱਖ ਉਹਦੇ ਪਿੱਛੇ ਪਿੱਛੇ ਦੌੜਦਾ, ਪਰ ਉਹਦੇ ਹੱਥ ਸੁਖ ਨਹੀਂ ਆਉਂਦੇ ਨੇ। ਗੁਰੂ ਵੱਲ ਪਿੱਠ ਕੀਤਿਆ ਸੁਖ ਨਹੀਂ ਪ੍ਰਾਪਤ ਹੁੰਦੇ। ਜਦੋਂ ਗੁਰੂ ਦੇ ਸਨਮੁਖ ਹੋ ਜਾਈਏ ਨਾ ਤੇ ਸਾਰੇ ਸੁਖ ਜਿਹੜੇ ਨੇ ਉਸ ਸਿੱਖ ਦੇ ਮਗਰ ਮਗਰ ਦੌੜਨ ਲੱਗ ਜਾਂਦੇ ਨੇ। ਤੇ ਜਦੋਂ ਗੁਰੂ ਦਾ ਹੱਥ ਹੀ ਸਿਰ ਤੇ ਹੋਵੇ ਨਾ, ਸੂਰਜ ਜਦੋਂ ਸਿਰ ਤੇ ਚੜ੍ਹਦਾ ਹੈ ਨਾ ਤੇ ਪਰਛਾਵਾਂ ਪਹਿਰਾ ਥੱਲੇ ਹੁੰਦਾ ਹੈ। ਜਦੋਂ ਗੁਰੂ ਦਾ ਹੀ ਹੱਥ ਹੋਵੇ ਨਾ ਸਿਰ ਤੇ, ਜਦੋਂ ਗੁਰੂ ਕਿਰਪਾ ਕਰਦੇ ਨਾ, ਹੱਥ ਭਰਿਆ, ਮਿਹਰ ਭਰਿਆ ਹੱਥ ਸਿਰ ਤੇ ਰੱਖ ਦੇਵੇ ਨਾ, ਸੰਸਾਰ ਦੇ ਸੁੱਖ ਚਰਨਾਂ ਵਿੱਚ ਰੁਲਦੇ ਨੇ ਫਿਰ ਉਸ ਸਿੱਖ ਦੇ। ਐਸੀਆਂ ਤ੍ਰਿਸ਼ਨਾਵਾਂ, ਐਸੀਆਂ ਇੱਛਾਵਾਂ ਜੇ ਪੂਰੀਆਂ ਕਰਨੀਆਂ ਤੇ ਗੁਰੂ ਦੇ ਚਰਨਾਂ ਦੇ ਲੜ ਲੱਗੋ, ਕਿਉਂਕਿ ਗੁਰੂ ਇਸ ਤ੍ਰਿਸ਼ਨਾ ਦੀ ਅੱਗ ਨੂੰ ਹੀ ਨਾਸ਼ ਕਰ ਦਿੰਦੇ, ਬੁਝਾ ਹੀ ਦਿੰਦੇ ਨੇ। ਇਹ ਅੱਗ ਕਦੀ ਰੱਜਦੀ ਨਹੀਂ, ਤੇ ਇਹ ਅੱਗ ਕੇਵਲ ਤੇ ਕੇਵਲ ਬੁਝ ਸਕਦੀ ਹੈ ਜਦੋਂ ਗੁਰੂ ਸੱਚੇ ਪਾਤਸ਼ਾਹ ਆਪਣੇ ਸ਼ਬਦ ਦਾ ਜਲ ਉਸ ਅੱਗ ਉੱਪਰ ਪਾਉਣ। ਕਿਉਂਕਿ ਅਗਨੀ ਜਲ ਤੋਂ ਬਗੈਰ ਨਹੀਂ ਬੁਝ ਸਕਦੀ ਹੈ, ਤੇ ਗੁਰੂ ਕਿਰਪਾ ਕਰਦੇ ਜਿਹੜੀ ਤ੍ਰਿਸ਼ਨਾ ਦੀ ਅਗਨੀ ਸਾਡੇ ਅੰਦਰ ਲੱਗੀ ਹੋਈ ਹੈ ਨਾ, ਉਹਨੂੰ ਸ਼ਬਦ ਦਾ ਜਲ ਪਾ ਕਰਕੇ ਸੱਚੇ ਪਾਤਸ਼ਾਹ ਬੁਝਾ ਦਿੰਦੇ ਨੇ, ਨਾਸ਼ ਕਰ ਦਿੰਦੇ ਨੇ। ਇਹ ਤ੍ਰਿਸ਼ਨਾ ਦੀ ਅੱਗ ਇਸ ਪ੍ਰਕਾਰ ਸਾਡੇ ਮਨਾਂ ਦੇ ਅੰਦਰ ਲੱਗੀ ਹੋਈ ਹੈ। ਸਤਿਗੁਰੂ ਕਹਿੰਦੇ ਜਿਹੜੇ ਵਿਸ਼ਿਆਂ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੇ ਵਿਖੈ ਰੂਪੀ ਠੱਗ ਬੂਟੀ ਖਾਈ ਹੋਈ ਨੇ, ਐਸੇ ਵਿਅਕਤੀਆਂ ਦੇ ਮਨਾਂ ਦੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਕਦੀ ਨਹੀਂ ਬੁਝ ਸਕਦੀ, ਕਿਉਂਕਿ ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਅਪਣਾ ਕਰਕੇ, ਵਿਸ਼ਿਆਂ ਨੂੰ ਅਪਣਾ ਕਰਕੇ ਗੁਰੂ ਵੱਲ ਪਿੱਠ ਕਰ ਦਿੱਤੀ ਹੈ। ਇਸ ਕਰਕੇ ਐਸੇ ਵਿਅਕਤੀਆਂ ਦੇ ਮਨਾਂ ਦੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਕਦੀ ਨਹੀਂ ਬੁਝਦੀ, ਕਦੀ ਸ਼ਾਂਤ ਨਹੀਂ ਹੁੰਦੀ। ਦਾਰਨ ਦੁਖ ਦੁੱਤਰ ਸੰਸਾਰ, ਹਜੂਰ ਫਰਮਾਨ ਕਰਦੇ ਨੇ ਕਿ ਇਹ ਸੰਸਾਰ ਜਿਹੜਾ ਇਹ ਦਾਰੁਨ ਬਹੁਤ ਭਿਆਨਕ ਹੈ। ਇਹ ਸੰਸਾਰ ਦੇ ਦੁੱਖ ਬੜੇ ਭਿਆਨਕ ਹੈ। ਦੁੱਤਰ ਕਹਿੰਦੇ ਨੇ ਜਿਸ ਤੋਂ ਤਰਿਆ ਨਹੀਂ ਜਾਵੇ, ਜਿਸ ਤੋਂ ਤਰਨਾ ਬੜਾ ਔਖਾ ਹੋਵੇ। ਇਹ ਸੰਸਾਰ ਤਰਨਾ ਬਹੁਤ ਔਖਾ ਹੈ, ਬੜਾ ਭਿਆਨਕ ਹੈ। ਭਿਆਨਕ ਦੁੱਖਾਂ ਨਾਲ ਸੰਸਾਰ ਭਰਿਆ ਹੋਇਆ ਹੈ, ਜਿਸ ਨੂੰ ਪਾਰ ਕਰਨਾ ਪੁਰਖਾਂ ਬੜਾ ਕਠਿਨ, ਬੜਾ ਔਖਾ ਹੈ। ਰਾਮ ਨਾਮ ਬਿਨ ਕੈਸੇ ਉਤਰਸ ਪਾਰ, ਗਰੀਬ ਨਿਵਾਜ ਫਰਮਾਨ ਕਰਦੇ ਪੁਰਖਾਂ ਜੇ ਇਸ ਤੋਂ ਤਰਨਾ ਹੈ ਨਾ, ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਵਾਹਿਗੁਰੂ ਦੇ ਨਾਮ ਤੋਂ ਬਗੈਰ ਪੁਰਖਾਂ ਕਿਵੇਂ ਤਰ ਸਕਦਾ? ਨਹੀਂ ਤਰ ਸਕਦਾ ਹੈ। ਜਿੰਨਾ ਚਿਰ ਪਰਮੇਸ਼ਰ ਦੀ ਬੰਦਗੀ ਨਹੀਂ, ਸਿਮਰਨ ਨਹੀਂ ਹੈ, ਤੇ ਪੁਰਖਾਂ ਸੰਸਾਰ ਸਾਗਰ ਤੋਂ ਤਰਨਾ ਬਹੁਤ ਔਖਾ ਹੈ ਤੇਰੇ ਲਈ। ਜਿੰਨਾ ਜਿੰਨਾ ਜਪਿਆ ਨਾ ਉਹਨਾਂ ਲਈ ਇੰਨਾ ਸੁਖੈਣ ਸੰਸਾਰ ਸਾਗਰ ਤਰਨਾ ਹੈ। ਸਾਗਰ ਤਰਿਓ ਬਾਛਰ ਖੋਰ, ਕਹਿੰਦੇ ਜਿਵੇਂ ਗਊ ਦੇ ਬੱਚੇ ਦਾ ਖੁਰ ਦਾ ਨਿਸ਼ਾਨ ਹੁੰਦਾ ਹੈ ਨਾ, ਤੇ ਉਸ ਖੁਰ ਦੇ ਨਿਸ਼ਾਨ 'ਚ ਪਾਣੀ ਭਰਿਆ ਹੋਵੇ ਤੇ ਉਸ ਖੁਰ ਨੂੰ ਵਿਅਕਤੀ ਬੜੇ ਸੁਖੈਣ ਨਾਲ ਲੰਘ ਕੇ ਟੱਪ ਕੇ ਪਾਰ ਹੋ ਜਾਂਦਾ ਹੈ। ਕਿੰਨਾ ਕੁ ਹੁੰਦਾ ਨਾ, ਨਿੱਕਾ ਜਿਹਾ ਉਹਦੇ ਖੁਰ ਦਾ ਨਿਸ਼ਾਨ ਹੁੰਦਾ ਹੈ। ਤੇ ਇਸ ਤਰ੍ਹਾਂ ਜਿਹੜੇ ਨਾਮ ਜਪਣ ਵਾਲੀਆਂ ਰੰਗ ਰਤਣੀਆਂ ਰੂਹਾਂ ਨਾ, ਉਹਨਾਂ ਵਾਸਤੇ ਸੰਸਾਰ ਸਾਗਰ ਉਸ ਵੱਛੇ ਦੇ ਖੁਰ ਦੇ ਨਹੀਂ ਹੁੰਦਾ ਏ, ਜਿਹਨੂੰ ਬੜੇ ਸੁਖੈਣ ਤਰੀਕੇ ਦੇ ਨਾਲ ਤਰ ਕੇ
ਭਾਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਜਪਿਆ ਏ, ਸਿਮਰਿਆ ਏ ਉਸ ਰਾਮ ਦੇ ਨਾਮ ਨੂੰ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਦੁੱਤਰ ਸੰਸਾਰ ਦੇ ਅੰਦਰ ਜੀਵਾਂ ਦੇ ਕਲਿਆਣ ਵਾਸਤੇ ਭਗਤੀ ਦਾ ਨਾਮ ਦਾ ਪੁੱਲ ਬਣਿਆ ਏ। ਇਸ ਪੁੱਲ ਉੱਪਰ ਜਿਹੜਾ ਅਸਵਾਰ ਹੋਇਆ ਨਾ, ਉਹ ਸੰਸਾਰ ਸਾਗਰ ਤੋਂ ਤਰ ਗਿਆ ਏ, ਭਾਰ ਲੰਘਿਆ। ਉਹਦੇ ਲਈ ਸੰਸਾਰ ਸਾਗਰ ਤਰਨਾ ਕੋਈ ਕਠਿਨ ਨਹੀਂ ਹੋਇਆ। ਨਾਮ ਤੋਂ ਬਿਨਾ ਨਹੀਂ ਤਰਿਆ ਜਾ ਸਕਦਾ ਹੈ। ਨਾਮ ਬਿਨਾ ਕਹੋ ਕੋ ਤਰਿਆ, ਕਹਿੰਦੇ ਨਾਮ ਤੋਂ ਬਿਨਾ ਦੱਸੋ ਭਾਈ ਕੌਣ ਕੌਣ ਤਰਿਆ ਹੈ? ਕੋਈ ਨਹੀਂ ਤਰਿਆ। ਜਿਨ੍ਹਾਂ ਨਾਮ ਜਪਿਆ ਉਹੀ ਸੰਸਾਰ ਸਾਗਰ ਤੋਂ ਤਰੇ। ਜਿਨ੍ਹਾਂ ਨੂੰ ਇਹ ਸੰਸਾਰ ਕਠਿਨ ਲੱਗਦਾ ਸੀ, ਦੁੱਤਰ ਲੱਗਦਾ ਸੀ, ਔਖਾ ਲੱਗਦਾ ਸੀ, ਜਦੋਂ ਨਾਮ ਜਪਿਆ ਨਾ ਤੇ ਬੜਾ ਸੁਖੈਣ ਹੋ ਗਿਆ ਸੰਸਾਰ ਸਾਗਰ ਤਰਨਾ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਮਹਾਂਪੁਰਸ਼ ਜਦੋਂ ਪਟਿਆਲੇ ਦੇ ਰਾਜੇ ਕੋਲ ਗਏ ਨਾ, ਉਹਨੇ ਸੱਦਾ ਪੱਤਰ ਸੁਨੇਹਾ ਭੇਜ ਕੇ ਮਹਾਂਪੁਰਸ਼ਾਂ ਨੂੰ ਬੁਲਾਇਆ ਸੀ ਆਪਣੇ ਘਰੇ ਪ੍ਰਸ਼ਾਦਾ ਭੋਜਨ ਛਕਾਉਣ ਵਾਸਤੇ। ਤੇ ਰਾਜੇ ਨੇ ਮਹਾਂਪੁਰਸ਼ਾਂ ਨੂੰ ਐਸਾ ਬਚਨ ਕਿਹਾ ਕਿ ਮਹਾਂਪੁਰਸ਼ੋ, ਨਾਮ ਜਪਣ ਦਾ ਲਾਭ ਕੀ ਹੈ? ਕਿਉਂਕਿ ਮੌਤ ਸਾਰਿਆਂ ਨੂੰ ਆਉਣੀ ਹੈ, ਮਰਨਾ ਤੁਸਾਂ ਨੇ ਵੀ ਤੇ ਮਰਨਾ ਮੈਂ ਵੀ ਹੈ। ਆਇਆ ਅੰਤ ਜਿਹਾ ਗਦਾ ਤੇਹਾ ਸੰਤ। ਜਦੋਂ ਅੰਤ ਆਵੇ ਤਾਂ ਹਰ ਇੱਕ ਨੂੰ ਮੌਤ ਮਿਲਣੀ ਹੈ। ਮੌਤ ਤਾਂ ਇੱਕੋ ਜਿਹੀ ਸਾਰਿਆਂ ਨੂੰ ਮਿਲਣੀ ਹੈ। ਤੇ ਫਿਰ ਨਾਮ ਜਪਣ ਦਾ ਲਾਭ ਕੀ ਹੈ? ਕੀ ਫਾਇਦਾ ਹੈ ਨਾਮ ਜਪਣ ਦਾ? ਮਹਾਂਪੁਰਸ਼ ਮੁਸਕਰਾ ਕੇ, ਉਸ ਵੇਲੇ ਮਹਾਂਪੁਰਸ਼ਾਂ ਨੇ ਪੰਕਤੀ ਉਚਾਰਨ ਕੀਤੀ ਸੀ, ਬਾਰੇ ਬੂਢੇ ਤਰੁਨੇ ਭਇਆ ਸਭੂ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਮਹਾਂਪੁਰਖ ਫਰਮਾਨ ਕਰਦੇ ਨੇ ਕਿ ਪੁਰਖਾਂ ਵੇਖ, ਇਹ ਸੰਸਾਰ ਵਿੱਚ ਜਿਹੜੇ ਮਨੁੱਖ ਨੇ ਨਾ, ਉਹ ਮੂਸਾ ਕਹਿੰਦੇ ਚੂਹੇ ਦੇ ਨਿਆਈ ਪਰਮੇਸ਼ਰ ਨੇ ਬਣਾਏ ਨੇ। ਤੇ ਮੌਤ ਜਿਹੜੀ ਹੈ ਕਾਲ ਰੂਪ ਬਿੱਲੀ ਹੋ ਕਰਕੇ ਆਈ ਹੈ, ਜਿਨ੍ਹਾਂ ਸਾਰਿਆਂ ਨੂੰ ਇੱਕ ਦਿਨ ਖਾ ਲੈਣਾ ਹੈ। ਇੱਕ ਦਿਨ ਸਾਰਿਆਂ ਨੂੰ ਹੀ ਮੌਤ ਆਣੀ ਹੈ। ਬਾਰੇ ਬੁੱਢੇ ਤਰੁਣੇ ਭਇਆ ਸਭੂ ਜਮ ਲੈ ਜਾਈਏ, ਸਾਰਿਆਂ ਨੂੰ ਲੈ ਕੇ ਜਾਣਾ ਹੈ ਮੌਤ ਨੇ। ਲੇਕਿਨ ਆਮ ਸੰਸਾਰੀ ਵਿਸ਼ਈ ਵਿਅਕਤੀ ਤੇ ਬੰਦਗੀ ਕਰਨ ਵਾਲਿਆਂ ਦੇ ਮੌਤ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਜਦੋਂ ਬਿੱਲੀ ਚੂਹੇ ਨੂੰ ਵੇਖਦੀ ਹੈ ਨਾ, ਤੇ ਚੂਹੇ ਨੂੰ ਉਹ ਦਰਦ ਵੇਖਦਿਆਂ ਸਾਰੀ ਮਹਿਸੂਸ ਹੋ ਜਾਂਦਾ ਏ ਕਿ ਇਸ ਬਿੱਲੀ ਨੇ ਮੈਨੂੰ ਫੜ ਲੈਣਾ ਹੈ। ਆਪਣੇ ਤਿੱਖੇ ਦਾਤਾਂ ਵਿੱਚ ਫੜ ਕੇ ਮੈਨੂੰ ਕੋਹ ਕੇ ਇਹਨੇ ਮਾਰ ਦੇਣਾ ਏ। ਇਹਦੇ ਦੰਦਾਂ ਕਰਕੇ ਮੇਰੇ ਸਰੀਰ ਦੇ ਆਰ ਪਾਰ ਜਦੋਂ ਇਹਦੇ ਦੰਦ ਹੋ ਜਾਣਗੇ ਨਾ, ਸਰੀਰ ਨੂੰ ਬਹੁਤ ਜ਼ਿਆਦਾ ਪੀੜਾ ਹੋਣੀ ਹੈ, ਬਹੁਤ ਦੁੱਖ ਹੋਣਾ ਹੈ। ਤੇ ਅਸਹਿ ਦੁੱਖ ਸਹਿ ਕਰਕੇ ਮੈਨੂੰ ਮੌਤ ਪ੍ਰਾਪਤ ਹੋਣੀ ਹੈ। ਜਦੋਂ ਚੂਹਾ ਉਸ ਮੌਤ ਨੂੰ ਵੇਖਦਾ ਹੈ ਨਾ, ਤੇ ਉਹ ਬੜਾ ਕੰਬਦਾ ਹੈ, ਬੜਾ ਦੁੱਖ ਹੁੰਦਾ ਹੈ, ਕਿਉਂਕਿ ਤਿੱਖੇ ਦੰਦਾਂ ਦੁਆਰਾ ਉਹਦੀ ਮੌਤ ਹੁੰਦੀ ਹੈ। ਦੁੱਖ ਬੜਾ ਸਹਿਣਾ ਪੈਂਦਾ ਹੈ। ਤੇ ਮਹਾਂਪੁਰਸ਼ ਫਰਮਾਨ ਕਰਨ ਲੱਗੇ ਕਿ ਪੁਰਖਾਂ, ਜਦੋਂ ਉਹਨਾਂ ਹੀ ਤਿੱਖੇ ਦੰਦਾਂ ਦੁਆਰਾ ਬਿੱਲੀ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਚੁਗਦੀ ਹੈ ਨਾ, ਤੇ ਉਹਦੇ ਬੱਚਿਆਂ ਨੂੰ ਫੇਰ ਕੋਈ ਦਰਦ ਨਹੀਂ ਹੁੰਦਾ ਹੈ, ਨਾ ਡਰ ਲੱਗਦਾ ਹੈ। ਕਿਉਂਕਿ ਚੂਹੇ ਨੂੰ ਜਿਸ ਦੰਦਾਂ ਵਿੱਚ ਆਪਣੀ ਮੌਤ ਨਜ਼ਰ ਆਉਂਦੀ ਹੈ ਨਾ, ਤੇ ਬਿੱਲੀ ਦੇ ਬੱਚਿਆਂ ਨੂੰ ਉਹਨਾਂ ਦੰਦਾਂ ਵਿੱਚ ਪ੍ਰੇਮ ਦਾ ਨਿੱਘ ਮਹਿਸੂਸ ਹੁੰਦਾ ਹੈ। ਆਪਣੀ ਮਾਤਾ ਦੇ ਦੰਦਾਂ ਵਿੱਚ ਉਹ ਪਿਆਰ ਮਹਿਸੂਸ ਹੁੰਦਾ ਹੈ, ਸੁਰੱਖਿਆ ਮਹਿਸੂਸ ਹੁੰਦੀ ਹੈ, ਜਿਨ੍ਹਾਂ ਦੰਦਾਂ ਵਿੱਚ ਚੂਹੇ ਨੂੰ ਆਪਣੀ ਮੌਤ ਮਹਿਸੂਸ ਹੁੰਦੀ ਹੈ। ਮਹਾਂਪੁਰਖ ਫਰਮਾਨ ਲੱਗੇ, ਪੁਰਖਾਂ ਦੇਖ ਮਨਮੁਖਾਂ ਦੀ ਮੌਤ ਚੂਹੇ ਦੇ ਨਿਆਈ ਹੈ, ਜਿਨ੍ਹਾਂ ਨੂੰ ਉਸ ਮੌਤ ਰੂਪੀ ਬਿੱਲੀ ਦੇ ਤਿੱਖੇ ਦੰਦਾਂ ਵਿੱਚੋਂ ਦੁੱਖ ਨਜ਼ਰ ਆਉਂਦਾ ਹੈ। ਬੜਿਆ ਦੁੱਖ ਹੋ ਕੇ ਭੈੜੀ ਮੌਤ ਮਰਨਾ ਪੈਂਦਾ ਹੈ। ਪਰ ਜਿਹੜੇ ਸੱਜਣ ਰੰਗ ਰਤਣੀਆਂ ਰੂਹਾਂ ਮਹਾਂਪੁਰਸ਼ ਹੁੰਦੇ ਨਾ, ਉਹਨਾਂ ਨੂੰ ਮੌਤ ਰੂਪੀ ਬਿੱਲੀ ਦੇ ਮੂੰਹ ਦੇ ਜਿਹੜੇ ਦੰਦ ਨੇ ਨਾ, ਉਹਨਾਂ ਵਿੱਚੋਂ ਪ੍ਰੇਮ ਦਾ ਨਿੱਘ ਮਹਿਸੂਸ ਹੁੰਦਾ ਹੈ, ਦੁੱਖ ਨਹੀਂ ਮਹਿਸੂਸ ਹੁੰਦਾ ਹੈ। ਅੰਤ ਸਮੇਂ ਉਹਨਾਂ ਦੇ ਸਰੀਰ ਤੇ ਭਾਵੇਂ ਕਈ ਰੋਗ ਕਿਉਂ ਨਾ ਹੋਣ, ਲੇਕਿਨ ਪੀੜਾ ਨਹੀਂ ਮਹਿਸੂਸ ਹੁੰਦੀ। ਉਹਨਾਂ ਨੂੰ ਤਾਂ ਉਸ ਮੌਤ ਦਾ ਆਨੰਦ ਮਿਲਦਾ ਏ। ਕਬੀਰ ਮੋਏ ਮਰਨੇ ਕਾ ਚਾਉ ਹੈ, ਬੜਾ ਚਾਉ ਚੜਦਾ ਏ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਬੜਾ ਆਨੰਦ ਕਿਉਂ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸਾਧ ਸੰਗਤ। ਐਸਾ ਉਸ ਪਰਮੇਸ਼ਰ ਦਾ ਨਾਮ ਰੰਗ ਹੈ, ਜਿਸ ਨੂੰ ਜਪਣ ਤੋਂ ਬਗੈਰ ਭਾਈ ਪੁਰਖਾ ਇਸ ਸੰਸਾਰ ਸਾਗਰ ਤੋਂ ਨਹੀਂ ਜੇ ਤਰਿਆ ਜਾ ਸਕਦਾ ਏ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪ ਜੇ ਇਸ ਦੁੱਤਰ ਸੰਸਾਰ ਤੋਂ ਤਰਨਾ ਏ। ਭਿਆਨਕ ਸੰਸਾਰ ਹੈ, ਬੜਾ ਕਲਯੁਗ ਦਾ ਵੇਖੋ ਪ੍ਰਭਾਵ ਪੈਂਦਾ ਜਾ ਰਿਹਾ ਹੈ। ਹਰ ਇੱਕ ਦੇ ਮਨਾਂ ਦੇ ਅੰਦਰ ਕਲਯੁਗ ਦਾ ਪ੍ਰਭਾਵ ਪੈ ਰਿਹਾ। ਅਜੇ ਹੋਰ ਕਲਯੁਗ ਨੇ ਵਧਣਾ ਹੈ, ਐਸਾ ਪ੍ਰਭਾਵ ਸਾਡੇ ਮਨਾਂ ਦੇ ਅੰਦਰ ਪਾਉਣਾ ਹੈ। ਗੁਰ ਪਰਮੇਸ਼ਰ ਤੋਂ ਸਾਨੂੰ ਨਿਤਾ ਪ੍ਰਤੀ ਦੂਰ ਕਰਦਾ ਜਾ ਰਿਹਾ ਹੈ ਕਲਯੁਗ। ਵਾਹਿਗੁਰੂ ਦੇ ਚਰਨਾਂ 'ਚ ਆ ਕੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਜੀ
ਅਸੀਂ ਬੜਾ ਯਤਨ ਕਰਦੇ ਹਾਂ। ਬੜੀਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਪ ਦੇ ਚਰਨਾਂ 'ਚ ਅਰਜ਼ੋਈਆਂ ਕਰਦੀਆਂ, ਜੋਦੜੀਆਂ ਕਰਕੇ ਬਾਣੀ ਪੜ੍ਹਦੇ, ਸਤਸੰਗਤ ਅੰਦਰ ਬੈਠਦੇ ਆ, ਮਨ ਨੂੰ ਜੋੜਨ ਦਾ ਯਤਨ ਕਰਦੇ ਆ, ਪਰ ਮਨ ਫੇਰ ਵਿਸ਼ਿਆਂ ਵੱਲ ਸੱਚੇ ਪਾਤਸ਼ਾਹ ਮਹਾਰਾਜ ਤੁਰਦਾ ਜਾ ਰਿਹਾ ਹੈ, ਫੇਰ ਵਿਸ਼ਿਆਂ ਵੱਲ ਮੁੜਦਾ ਏ। ਸਤਿਗੁਰੂ ਆਪ ਹੀ ਕਿਰਪਾ ਕਰੋ, ਆਪ ਹੀ ਦਇਆ ਕਰੋ। ਆਪ ਜੀ ਦੀ ਦਿਆਲਤਾ ਤੋਂ ਬਗੈਰ ਮਨ ਜਿਹੜਾ ਗੁਰੂ ਚਰਨਾਂ ਵਿੱਚ ਨਹੀਂ ਜੇ ਟਿਕ ਸਕਦਾ ਹੈ। ਆਪ ਰਹਿਮਤ ਕਰਕੇ ਨਾਮ ਦੇ ਵਿੱਚ ਸਾਡੀ ਇਕਾਗਰਤਾ ਬਖਸ਼ਿਸ਼ ਕਰਨਾ ਕਰੋ, ਸਾਨੂੰ ਗੁਰੂ ਕੀ ਸਤਸੰਗਤ ਬਖਸ਼ਿਸ਼ ਕਰਨਾ ਕਰੋ, ਨਾਮ ਨਾਲ ਸਾਨੂੰ ਜੋੜਨਾ ਕਰੋ, ਬਾਣੀ ਬਾਣੇ ਨਾਲ ਸਤਿਗੁਰੂ ਜੋੜਨਾ ਕਰੋ, ਜਿਸ ਕਰਕੇ ਇਸ ਦੁੱਤਰ ਭਿਆਨਕ ਸੰਸਾਰ ਤੋਂ ਅਸੀਂ ਬਚ ਸਕੀਏ, ਕਲਯੁਗ ਦੇ ਪ੍ਰਭਾਵ ਤੋਂ ਬਚ ਸਕੀਏ, ਤੇ ਆਪ ਦੇ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਜੀ ਅਸੀਂ ਉਸ ਕੇਵਲ ਮੁਕਤੀ ਨੂੰ ਪ੍ਰਦਾਨ ਹੋ ਸਕੀਏ, ਆਪ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਸਕੀਏ। ਸਤਿਗੁਰੂ ਐਸੀ ਕਿਰਪਾ ਸਾਡੇ ਤੇ ਕਰਨਾ ਕਰੋ, ਕਿਉਂਕਿ ਭਿਆਨਕ ਬਹੁਤ ਸੰਸਾਰ ਹੈ, ਬਹੁਤ ਵੱਡਾ ਕਲਯੁਗ ਦਾ ਪ੍ਰਭਾਵ ਸੰਗਤ ਜੀ ਵੱਧਦਾ ਜਾ ਰਿਹਾ ਹੈ ਨਿਤਾ ਪ੍ਰਤੀ। ਇਸ ਕਰਕੇ ਪਰਮੇਸ਼ਰ ਦੇ ਨਾਮ ਨਾਲ ਜਿੰਨਾ ਜੁੜਾਂਗੇ ਨਾ, ਉਹਨਾਂ ਗੁਰੂ ਚਰਨਾਂ ਨਾਲ ਜੁੜੇ ਰਹਾਂਗੇ ਤੇ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਏਗਾ। ਸਾਧ ਸੰਗ ਮਿਲ ਦੋਏ ਕੁਲ ਸਾਧ। ਹਜੂਰ ਫਰਮਾਨ ਕਰਦੇ ਨੇ ਕਿ ਭਾਈ ਸਤਸੰਗਤ ਅੰਦਰ ਜੁੜਨਾ ਕਰ, ਜਿੱਥੇ ਪਰਮੇਸ਼ਰ ਦੀਆਂ ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ। ਇਹ ਗੁਰੂ ਕੀ ਸੰਗਤ ਹੈ, ਜਿਸ ਦੇ ਅੰਦਰ ਪਤਾ ਨਹੀਂ ਕਿੰਨੇ ਨੇਮ ਵਾਲੇ, ਕਿੰਨੇ ਭਗਤੀ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ। ਬਾਹਰੀ ਤੌਰ ਤੇ ਭਾਵੇਂ ਸਾਨੂੰ ਪਤਾ ਨਹੀਂ ਲੱਗਦਾ ਏ, ਪਰ ਅੰਦਰੋਂ ਜੁੜੇ ਹੋਏ ਜਿਹੜੇ ਵਿਅਕਤੀ ਹੈ ਨਾ, ਐਸੇ ਸੰਗਤ ਵਿੱਚ ਆ ਕਰਕੇ ਬੈਠਦੇ ਹਨ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਇੱਕ ਰਸ। ਐਸੀਆਂ ਰੰਗ ਰਤਣੀਆਂ ਰੂਹਾਂ ਸੰਗਤ ਵਿੱਚ ਬੈਠੀਆਂ ਹੁੰਦੀਆਂ ਨੇ। ਸਤਿਗੁਰੂ ਕਹਿੰਦੇ ਇਹਨਾਂ ਸੰਗਤ ਵਿੱਚ ਬੈਠ ਕੇ ਦੋਏ ਕੁਲ ਸਾਧ, ਆਪਣੇ ਨਾਨਕੇ ਤੇ ਦਾਦਕੇ ਦੋਵੇਂ ਕੁੱਲਾਂ ਦਾ ਉਧਾਰ ਕਰਨਾ ਕਰ। ਕਿਉਂਕਿ ਜਪਣ ਵਾਲੇ ਦੀਆਂ ਵਿਦਵਾਨ ਕਹਿੰਦੇ ਇੱਕੀਆਂ ਕੁੱਲਾਂ ਧਰੀਆਂ ਜਾਂਦੀਆਂ ਨੇ। ਹਜੂਰ ਫਰਮਾਨ ਕਰਦੇ ਸੰਗਤ ਕਰ, ਜਿਸ ਕਰਕੇ ਤੇਰੀ ਨਾਨਕੇ ਤੇ ਦਾਦਕੇ ਦੋਵੇਂ ਕੁੱਲਾਂ ਜਿਹੜੀਆਂ ਨੇ ਤਰ ਜਾਣਗੇ। ਇਸੇ ਪ੍ਰਕਾਰ ਦੋਏ ਕੁੱਲ ਸਾਧ, ਲੋਕ ਤੇ ਪਰਲੋਕ, ਇਹ ਦੋ ਜਿਹੜੇ ਤੇਰੇ ਕੁੱਲਾਂ ਨੇ ਨਾ, ਇਹ ਨਾ ਉਧਾਰ ਹੋ ਜਾਏਗਾ ਜੇ ਸਤਸੰਗਤ ਅੰਦਰ ਬੈਠੇਗਾ। ਕਿਉਂਕਿ ਜਿੰਨਾ ਚਿਰ ਸੰਗਤ ਨਹੀਂ ਕਰਾਂਗੇ ਨਾ, ਸਾਧ ਸੰਗਤ ਬਿਨ ਭਾਵ ਨਹੀਂ ਉਪਜੈ। ਸੰਗਤ ਤੋਂ ਬਗੈਰ ਮਨ ਅੰਦਰ ਨਿਮਰਤਾ ਨਹੀਂ ਆਉਂਦੀ, ਸੰਗਤ ਤੋਂ ਬਗੈਰ ਅੰਦਰ ਵੈਰਾਗ ਨਹੀਂ ਛਾਉਂਦਾ, ਸੰਗਤ ਤੋਂ ਬਗੈਰ ਮਨ ਵਿੱਚ ਪ੍ਰੇਮ ਨਹੀਂ ਜੇ ਉਪਜਦਾ ਏ। ਤੇ ਜਿੰਨਾ ਚਿਰ ਪ੍ਰੇਮ ਹੀ ਨਹੀਂ ਕੀਤਾ ਤੇ ਫਿਰ ਪਰਮੇਸ਼ਰ ਕਿੱਥੋਂ ਪ੍ਰਾਪਤ ਹੋਣਾ ਹੈ। ਕਿਉਂਕਿ ਪ੍ਰੇਮ ਹੀ ਐਸੀ ਅਵਸਥਾ ਹੈ ਜਿਹੜੀ ਸਾਨੂੰ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਦੁਨੀਆ ਦਾ ਸਭ ਤੋਂ ਵੱਡਾ ਸਾਧਨ ਹੈ ਪ੍ਰੇਮ, ਜਿਹੜਾ ਸਾਨੂੰ ਵਾਹਿਗੁਰੂ ਨਾਲ ਜੋੜੇ। ਜਿੰਨੀ ਪਰਮੇਸ਼ਰ ਨਾਲ ਪ੍ਰੇਮ ਮੁਹੱਬਤ, ਉਸ ਕਾਦਰ ਦੀ ਕੁਦਰਤ ਨਾਲ ਸਾਡੇ ਮਨਾਂ ਅੰਦਰ ਪ੍ਰੇਮ ਹੋਵੇਗਾ ਨਾ, ਉਹਨਾਂ ਪਰਮੇਸ਼ਰ ਨਾਲ ਅਸੀਂ ਜੁੜਾਂਗੇ। ਤੇ ਇਹ ਪ੍ਰੇਮ ਬਖਸ਼ਣ ਵਾਲੀ ਗੁਰੂ ਕੀ ਸੰਗਤ ਹੈ, ਨਿਮਰਤਾ ਵੈਰਾਗ ਬਖਸ਼ਣ ਵਾਲੀ ਗੁਰੂ ਕੀ ਸੰਗਤ ਹੈ। ਜਦੋਂ ਸੰਗਤ ਅੰਦਰ ਵਿਅਕਤੀ ਬੈਠਦਾ ਏ ਤੇ ਸੰਗਤ ਵਿੱਚ ਬੈਠਿਆਂ ਮਨ ਦੇ ਅੰਦਰ ਦੇ ਜਿਹੜੇ ਵਿਕਾਰ, ਮਨ ਦੇ ਅੰਦਰ ਜਿਹੜੇ ਚੱਲ ਰਹੇ ਸੰਕਲਪ ਵਿਕਲਪ ਨੇ, ਜਿਹੜੀਆਂ ਭੈੜੀਆਂ ਵਾਸ਼ਨਾ ਵੇ ਨਾ, ਉਹ ਨਾਸ਼ ਹੋ ਜਾਂਦੀਆਂ ਨੇ। ਜਦੋਂ ਭਾਵਨਾ ਨਾਲ ਗੁਰੂ ਕਾ ਸਿੱਖ ਜੁੜ ਕੇ ਬੈਠਦਾ ਏ ਗੁਰੂ ਕੀ ਗੋਦ ਅੰਦਰ, ਤੇ ਦਿਲੋਂ ਅਰਦਾਸ ਕਰਦਾ ਏ ਕਿ ਸਤਿਗੁਰੂ ਮਨ ਨੂੰ ਇਕਾਗਰਤਾ ਬਖਸ਼ਿਸ਼ ਕਰੋ, ਮਨ ਆਪ ਦੇ ਚਰਨਾਂ ਨਾਲ ਜੁੜੇ, ਆਪ ਦਾ ਪਾਵਨ ਉਪਦੇਸ਼ ਮੇਰੇ ਹਿਰਦਿਆਂ ਦੇ ਅੰਦਰ ਵਸੇ। ਸਤਿਗੁਰੂ ਜਦੋਂ ਐਸੀ ਅਰਦਾਸ ਕਰਕੇ ਸੰਗਤ ਵਿੱਚ ਅਦਬ ਸਤਕਾਰ ਦੇ ਸਹਿਤ ਗੁਰੂ ਕਾ ਸਿੱਖ ਬੈਠਦਾ ਏ ਨਾ, ਇਹ ਗੁਰੂ ਕਿਰਪਾ ਕਰਤਾ ਇਸ ਸੰਗਤ ਦੁਆਰਾ ਉਹਦੇ ਮਨਾਂ ਦੇ ਅੰਦਰ ਪਿਆਰ, ਪ੍ਰੇਮ, ਮੁਹੱਬਤ, ਵੈਰਾਗ, ਨਿਮਰਤਾ, ਇਹ ਸ਼ੁਭ ਗੁਣ ਬਖਸ਼ਿਸ਼ ਕਰਦਾ ਹੈ। ਤੇ ਇਹਨਾਂ ਸ਼ੁਭ ਗੁਣਾਂ ਦੁਆਰਾ ਹੀ ਵਿਅਕਤੀ ਦੀ ਸਾਧ ਸੰਗਤ ਜੀ ਫਿਰ ਉਧਾਰ ਹੁੰਦਾ ਹੈ। ਲੋਕ ਵਿੱਚ ਤਾਂ ਵਿਅਕਤੀ ਨੂੰ ਸੁੱਖ ਮਿਲਦਾ ਹੈ, ਪਰ ਜਦੋਂ ਪਰਲੋਕ ਵਿੱਚ ਜਾਂਦਾ ਨਾ, ਤੇ ਉੱਥੇ ਵੀ ਸਾਧ ਸੰਗਤ ਜੀ ਉਹਦੀਆਂ ਜੈ ਜੈਕਾਰਾਂ ਹੁੰਦੀਆਂ ਨੇ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸਭ ਦਿਓ। ਹਰ ਇੱਕ ਵਿਅਕਤੀ ਫਿਰ ਉਹਦਾ ਅਮਾਨ ਆਦਰ ਸਤਿਕਾਰ ਕਰਦਾ ਏ, ਜਿਹੜਾ ਗੁਰੂ ਕੀ ਸੰਗਤ ਅੰਦਰ ਜੁੜ ਕੇ ਨਿਤਾ ਪ੍ਰਤੀ ਦੋਵੇਂ ਟਾਈਮ ਕਥਾ ਕੀਰਤਨ ਸੁਣਦਾ ਏ, ਗੁਰੂ ਕੇ ਸ਼ਬਦ ਦਾ ਅਭਿਆਸ ਕਰਦਾ ਏ। ਹਜੂਰ ਫਰਮਾਨ ਕਰਦੇ ਐਸੀ ਸੰਗਤ ਵਿੱਚ ਜੁੜਨਾ ਕਰ, ਸੰਗਤ ਵਿੱਚ ਬੈਠਣਾ ਕਰ, ਤੇ ਆਪਣੇ ਲੋਕ ਤੇ ਪਰਲੋਕ ਨੂੰ ਸਵਾਰਨਾ ਕਰ। ਰਾਮ ਨਾਮ ਨਾਨਕ ਆਰਾਧ।
ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਫਰਮਾਨ ਕਰਦੇ ਨੇ ਕਿ RAM ਨਾਮ ਨਾਨਕ ਆਰਾਧ। ਸਿੱਖਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤ ਅੰਦਰ ਜਾਈਏ ਤੇ ਸੰਗਤ ਅੰਦਰ ਜਾ ਕੇ ਬੈਠਣਾ ਕਰੀਏ ਤੇ ਕੀ ਕਰੀਏ ਉੱਥੇ ਜਾ ਕੇ। ਹਜੂਰ ਜੀ ਫਰਮਾਨ ਕਰਦੇ ਨੇ ਕਿ RAM ਨਾਮ ਨਾਨਕ ਆਰਾਧ। ਹੇ ਪੁਰਖਾ ਉੱਥੇ ਬੈਠ ਕੇ ਨਾਮ ਨੂੰ ਆਰਾਧਨਾ ਕਰ, ਬੰਦਗੀ ਕਰ ਪਰਮੇਸ਼ਰ ਦੀ। ਉਸ ਵਾਹਿਗੁਰੂ ਨੂੰ ਯਾਦ ਕਰ, ਉਹਦੇ ਗੁਣਾਂ ਦਾ ਗਾਇਨ ਕਰਨਾ ਕਰ। ਜਿੱਥੇ ਸਤਸੰਗੀ ਬੈਠੇ ਹੋਣ, ਸਾਧੂ ਬੈਠੇ ਹੋਣ ਨਾ, ਉਹਨਾਂ ਦੀ ਸੰਗਤ ਨਿਤਾਂ ਪ੍ਰਤੀ ਕਰਿਆ ਕਰ। ਕਿਉਂਕਿ ਜਿਨ੍ਹਾਂ ਨੂੰ ਮਿਲ ਕੇ ਤੈਨੂੰ ਵਾਹਿਗੁਰੂ ਦਾ ਨਾਮ ਚੇਤੇ ਆਵੇ ਨਾ, ਜਿਨ੍ਹਾਂ ਦੀ ਸਤਸੰਗਤ ਕਰਕੇ, ਜਿਨ੍ਹਾਂ ਦੇ ਸੰਦੜੇ ਦੁਰਮਤ ਮੰਜੇ ਮਿੱਤਰ ਅਸਾਡੜੇ ਸਹੀ, ਉਹਨਾਂ ਨੂੰ ਆਪਣਾ ਮਿੱਤਰ ਬਣਾ। ਜਿਨ੍ਹਾਂ ਨੂੰ ਵੇਖਣ ਕਰਕੇ, ਜਿਨ੍ਹਾਂ ਦੀ ਸੰਗਤ ਕਰਨੇ ਕਰਕੇ ਤੇਰੇ ਮਨ ਦੇ ਅੰਦਰ ਦੇ ਵਿਕਾਰ ਹੀ ਨਾਸ਼ ਹੋ ਜਾਣ, ਤੇਰੇ ਅੰਦਰ ਦੇ ਫੁਰਨੇ ਹੀ ਨਾਸ਼ ਹੋ ਜਾਣ, ਤੇ ਜਿਨ੍ਹਾਂ ਨੂੰ ਦੇਖਿਆ ਤੈਨੂੰ ਨਾਮ ਚਿੱਤ ਆ ਜਾਵੇ। ਵੇਖੋ ਗੁਰੂ ਕੇ ਸਿੱਖ ਜਦੋਂ ਕੋਈ ਖੁਸ਼ੀ ਦਾ ਮੌਕਾ ਹੋਵੇ ਜਾਂ ਕੋਈ ਮਰਗ ਦਾ ਪ੍ਰੋਗਰਾਮ ਹੋਵੇ, ਕਿਸੇ ਦੀ ਮੌਤ ਹੋ ਜਾਵੇ, ਭੋਗ ਦੀ ਅਰਦਾਸ ਹੋਵੇ ਨਾ, ਤੇ ਸਿੱਖ ਗੁਰੂ ਕੇ ਅਰਦਾਸ ਕਰਦੇ ਨੇ। ਜਦੋਂ ਅਰਦਾਸ ਸੰਪੂਰਨ ਹੋਵੇ ਨਾ, ਖੁਸ਼ੀ ਹੋਵੇ ਭਾਵੇਂ ਗਮੀ ਹੋਵੇ, ਗੁਰੂ ਕਾ ਸਿੱਖ ਇੱਕੋ ਇੱਕ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਿ ਪਰਮੇਸ਼ਰ ਦਾਤਾਰ ਜੀਓ ਉਹਨਾਂ ਗੁਰਮੁਖਾਂ ਦਾ ਸਾਨੂੰ ਸੰਗ ਬਖਸ਼ਿਸ਼ ਕਰੋ, ਉਹਨਾਂ ਰੰਗ ਰਤਣਿਆਂ ਰੂਹਾਂ ਦਾ ਸਾਥ, ਉਹਨਾਂ ਸਤਸੰਗੀਆਂ ਦਾ ਸਾਨੂੰ ਸਾਥ ਬਖਸ਼ਿਸ਼ ਕਰਨਾ ਕਰੋ, ਗੁਰੂ ਕੀ ਸੰਗਤ ਬਖਸ਼ਿਸ਼ ਕਰਨਾ ਕਰੋ, ਜਿਨ੍ਹਾਂ ਮਿਲ ਕੇ ਸਾਨੂੰ ਕੇਵਲ ਤੇ ਕੇਵਲ ਆਪ ਜੀ ਦਾ ਨਾਮ ਹੀ ਚੇਤੇ ਆਵੇ। ਆਪ ਦਾ ਨਾਮ ਇੱਕ ਖਿੰਨ ਵੀ ਸਾਨੂੰ ਨਾ ਭੁੱਲੇ ਸੱਚੇ ਪਾਤਸ਼ਾਹ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਹੋ। ਜਿਨ੍ਹਾਂ ਨੂੰ ਮਿਲ ਕੇ ਇਹ ਚਾਹ ਮੰਨਦੇ ਆ, ਮਨ ਵਿੱਚ ਆਵੇ, ਤੇ ਆਪ ਦਾ ਨਾਮ ਸਾਨੂੰ ਕਦੇ ਨਾ ਭੁੱਲੇ। ਐਸੀ ਸੰਗਤ ਅੰਦਰ ਬੈਠ ਕੇ RAM ਨਾਮ ਨਾਨਕ ਆਰਾਧ। ਸਤਿਗੁਰੂ ਕਹਿੰਦੇ ਉਸ RAM ਹਰੀ ਪਰਮੇਸ਼ਰ ਨੂੰ ਭਾਈ ਸਿਮਰਨੇ ਕਰ, ਜਪਣਾ ਕਰ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸੁਹੇਲਾ ਹੋਵੇਗਾ। ਇਹ ਪਾਵਨ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਰਾਹੀਂ ਬਖਸ਼ਿਸ਼ ਕੀਤਾ ਸੀ। ਸਤਿਗੁਰਾਂ ਦਾ ਪਾਵਨ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸੇ। ਜੇ ਕੋਈ ਬਚਨ ਚੰਗਾ ਲੱਗੇ, ਬਚਨ ਗੁਰੂ ਕਾ ਜਾਣ ਕੇ ਹਿਰਦੇ ਅੰਦਰ ਵਸਾਉਣਾ। ਗਰੀਬ ਨਿਆਜ਼ ਸਤਿਗੁਰਾਂ ਦੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅਗਾ ਤੋਂ ਸੁਮਤ ਬਖਸ਼ਣੀ ਜੀ ਦੇਹੋ ਸਜਨ ਆਸੀਸੜਿਆਂ, ਜਿਉ ਹੋਏ ਸਾਹਿਬ ਸਿਉ ਮੇਲ। ਲੇਖੇ ਕਤਹਿ ਨਾ ਛੁਟੀਐ, ਖਿਨ ਖਿਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲਏ, ਨਾਨਕ ਪਾਰ ਉਤਾਰ। ਸਾਧ ਸੰਗ ਮਿਲ ਦੋਇ ਕੁਲ ਸਾਧ, RAM ਨਾਮ ਨਾਨਕ ਆਰਾਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।